सत श्री अकाल जी एंड गुड मॉर्निंग टू ऑल। की हाल चाल है जी साढ़े सारे दर्शकों का? उम्मीद है बिल्कुल ठीक ठाक होवोगे सारे जने और सेहतां भी बिल्कुल ठीक होणगियां। कहते ने नानक नाम चढ़दी कला तेरे भाणे सरबत दा भला जो कि सानू सारियां दा हमेशा भला मंगन दा रिवायत जो भी है वो सिखाउंदा है, पर असीं किन्ना कुछ इहदे उत्ते इंप्लीमेंट करदे हां ये साडे उत्ते काफ़ी हद तक डिपेंड करदा है। ਅਸੀਂ ਵਿਦੇਸ਼ ਦੇ ਵਿੱਚ ਬੈਠੇ ਹੋਏ ਹਾਂ, ਅਸੀਂ ਕੈਨੇਡਾ ਦੇ ਵਿੱਚ ਆ ਗਏ ਹਾਂ। ਜਦੋਂ ਅਸੀਂ ਵਿਦੇਸ਼ਾਂ ਦੇ ਵਿੱਚ ਦੇਖਦੇ ਹਾਂ ਵੱਡੀ ਗਿਣਤੀ ਦੇ ਵਿੱਚ ਪੰਜਾਬੀ ਬੈਠੇ ਨੇ, ਪਰ ਕਿੰਨੇ ਉਹ ਪੰਜਾਬੀ ਨੇ ਜਿਹੜੇ ਕਿ ਪੰਜਾਬੀ ਦੇ ਨਾਲ ਜੋੜਨ ਦਾ ਉਪਰਾਲਾ ਕਰਦੇ ਨੇ, ਕਿੰਨੇ ਉਹ ਸਿੱਖ ਨੇ ਜਿਨ੍ਹਾਂ ਕਿ ਸਿੱਖੀ ਦੇ ਨਾਲ ਜੋੜਨ ਦਾ ਉਪਰਾਲਾ ਸਾਰਿਆਂ ਨੂੰ ਕਰਦੇ ਨੇ। ਜਦੋਂ ਵਿਦੇਸ਼ਾਂ ਦੇ ਵਿੱਚ ਬੱਚੇ ਪਲਦੇ ਨੇ, ਇੱਥੇ ਹੀ ਪੈਦਾ ਹੁੰਦੇ ਨੇ, ਇੱਥੇ ਹੀ ਵੱਧਦੇ ਫੁੱਲਦੇ ਨੇ, ਇੱਥੇ ਉਹਦੀ ਪੜ੍ਹਾਈ ਕਰਦੇ ਨੇ, ਤਾਂ ਬੜਾ ਜ਼ਰੂਰੀ ਹੁੰਦਾ ਕਿ ਉਹਨਾਂ ਨੂੰ ਉਹਨਾਂ ਦੀਆਂ ਜੜ੍ਹਾਂ ਮਜ਼ਬੂਤ ਜਿਹੜੀਆਂ ਰੱਖੀਆਂ ਜਾਣ ਤੇ ਉਹਨਾਂ ਨੂੰ ਸਿੱਖ ਇਤਿਹਾਸ, ਸਿੱਖ ਜੋ ਵੀ ਹਿਸਟਰੀ ਹੈ, ਜੋ ਵੀ ਸਾਡੇ ਸਿੱਖ ਹਿਸਟਰੀ ਕਹਿੰਦੀ ਹੈ ਉਹਦੇ ਬਾਰੇ ਉਹਨਾਂ ਨੂੰ ਐਟਲੀਸਟ ਪਤਾ ਹੋਣਾ ਚਾਹੀਦਾ ਹੈ। ਪੰਜਾਬੀ ਭਾਸ਼ਾ ਕੀ ਹੈ, ਕਿਵੇਂ ਇਹਨੂੰ ਪੜ੍ਹਨਾ, ਕਿਵੇਂ ਇਹਨੂੰ ਸਿੱਖਣਾ, ਉਹ ਚੀਜ਼ਾਂ ਜ਼ਰੂਰ पता होनिया चाहिए ने। पर ये वास्ते कोशिशां सानू सारिਆਂ ਨੂੰ ਜ਼ਰੂਰ ਕਰਨੀਆਂ ਚਾਹੀਦੀਆਂ ਨੇ, क्योंकि ये भी एक बहुत ਵੱਡਾ ਭਲਾ ही ਹੋਵੇਗਾ ਜੇ ਅਸੀਂ ਆਪਣੇ ਬੱਚਿਆਂ ਨੂੰ ਆਪਣੀਆਂ ਜੜ੍ਹਾਂ ਦੇ ਨਾਲ ਜੋੜੀ ਰੱਖੀਏ। ਇਸੇ ਲਈ ਅੱਜ ਗੱਲ ਕਰਨ ਜਾ ਰਹੇ ਹਾਂ ਅਸੀਂ ਬਹੁਤ ਹੀ ਅਹਿਮ ਵਿਸ਼ੇ ਦੇ ਉੱਤੇ। ਸਰੀ ਦੇ ਵਿੱਚ ਤੁਸੀਂ ਸਾਰਿਆਂ ਨੇ ਸੁਣਿਆ ਹੋਣਾ ਕਿ ਗੁਰੂ ਨਾਨਕ ਇੰਸਟੀਚਿਊਟ ਆਫ ਗਲੋਬਲ ਸਟੱਡੀਜ਼ ਦਾ ਆਗਾਜ਼ ਕੀਤਾ ਗਿਆ ਹੈ, ਯਾਨੀ ਕਿ ਲਾਂਚ ਕੀਤਾ ਗਿਆ। ਇਹਦੇ ਵਿੱਚ 3 ਸਟੱਡੀ ਪ੍ਰੋਗਰਾਮ ਰੱਖੇ ਗਏ ਨੇ ਜਿਹਦੇ ਵਿੱਚ ਬਹੁਤ ਸਾਰੇ ਬੱਚਿਆਂ ਨੂੰ ਜਿਹੜਾ ਕਹਿ ਸਕਦੇ ਹਾਂ ਇਸ ਸਟੱਡੀ ਦੇ ਨਾਲ, ਇਹਨਾਂ ਪ੍ਰੋਗਰਾਮਾਂ ਦੇ ਨਾਲ ਜੋੜਿਆ ਜਾਏਗਾ। ਪ੍ਰੋਗਰਾਮ ਕਿਹੜੇ ਨੇ, ਕਿਵੇਂ ਜਿਹੜਾ ਯੰਗ ਜਨਰੇਸ਼ਨ ਨੂੰ ਜੋੜਿਆ ਜਾਏਗਾ, ਉਸ ਦੇ ਨਾਲ ਕਿੰਨੀ ਕੁ ਦਰਮਿਆਨੀ ਫੀਸ ਰੱਖੀ ਗਈ ਹੈ, ਕਿ ਹਰ ਵਿਅਕਤੀ ਦੇ ਲਈ ਆਸਾਨ ਹੋਏਗਾ ਇਸ ਡਿਪਲੋਮੇ ਨੂੰ ਕਰਨਾ, ਕੀ ਇਹਦੇ ਵਿੱਚ ਰੱਖਿਆ ਗਿਆ ਔਰ ਸਪੈਸ਼ਲੀ ਇਹਦੀ ਲੋੜ ਕਿਉਂ ਮਹਿਸੂਸ ਕੀਤੀ ਗਈ, ਇਹ ਜਾਣਾਂਗੇ ਜ਼ਰੂਰ ਸਾਰੀ ਡਿਟੇਲ ਦੇ ਨਾਲ। ਅੱਜ ਸਾਡੇ ਨਾਲ ਜੁੜੇ ਹੋਏ ਨੇ ਖਾਸ ਤੌਰ ਦੇ ਉੱਤੇ ਜਿਨ੍ਹਾਂ ਨੇ ਇਸ ਪ੍ਰੋਗਰਾਮ ਨੂੰ ਲਾਂਚ ਕੀਤਾ ਹੈ। ਗਿਆਨ ਸਿੰਘ ਸੰਧੂ ਜੀ ਸਾਡੇ ਨਾਲ ਜੁੜੇ ਹੋਏ ਨੇ, ਚੇਅਰਮੈਨ ਨੇ ਇਸ ਆਰਗੇਨਾਈਜੇਸ਼ਨ ਦੇ। ਉਹਨਾਂ ਨਾਲ ਇਸ ਮੁਤਲਕ ਗੱਲਬਾਤ ਸਾਂਝੀ ਕਰਾਂਗੇ। ਜਿਹੜੇ ਕਾਲਰਸ ਪਲੀਜ਼ ਇਸ ਸੰਬੰਧੀ ਕੋਈ ਵੀ ਤੁਹਾਡਾ ਕੋਈ ਸਵਾਲ ਹੈ ਤੁਸੀਂ ਵੀ ਜ਼ਰੂਰ ਕਾਲ ਕਰੋ, ਫੋਨ ਲਾਈਨ ਓਪਨ ਹੈ। ਆਪਾਂ ਗੱਲਬਾਤ ਤੁਹਾਡੀ ਵੀ ਸੁਣਾਂਗੇ, ਸਵਾਲ ਤੁਹਾਡੇ ਸੁਣਾਂਗੇ। ਡਿਪਲੋਮੇ ਬਾਰੇ ਤੁਸੀਂ ਕੋਈ ਜਾਣਨਾ ਚਾਹੁੰਦੇ ਹੋ, ਇਸ ਸਟੱਡੀ ਬਾਰੇ ਤੁਹਾਨੂੰ ਕੋਈ ਜਾਣਕਾਰੀ ਚਾਹੀਦੀ ਹੈ ਤਾਂ ਕਾਲ ਕਰਿਓ। ਤੇ ਜਿਹੜੇ ਫੇਸਬੁੱਕ ਦੇ ਉੱਤੇ ਸਾਡੇ ਦਰਸ਼ਕ ਜੁੜਨਾ ਚਾਹੁੰਦੇ ਨੇ ਉਹ ਫੇਸਬੁੱਕ ਦੇ ਉੱਤੇ ਸਾਨੂੰ ਕੋਈ ਵੀ ਮੈਸੇਜ ਆਪਣਾ ਲਿਖ ਸਕਦੇ ਨੇ, ਕੋਈ ਵੀ ਤੁਸੀਂ ਆਪਣਾ ਸਵਾਲ ਲਿਖ ਸਕਦੇ ਹੋ। ਗਿਆਨ ਸਿੰਘ ਸੰਧੂ ਜੀ ਬਹੁਤ ਬਹੁਤ ਸਵਾਗਤ ਹੈ ਜੀ ਤੁਹਾਡਾ ਦ ਮਾਰਨਿੰਗ ਸ਼ੋਅ ਦੇ ਵਿੱਚ। ਧੰਨਵਾਦ ਸ਼ੇਰ ਜੀ, ਬਹੁਤ ਬਹੁਤ ਮਿਹਰਬਾਨੀ ਮੈਨੂੰ ਸੱਦਾ ਦੇਣ ਦੀ, ਖੁਸ਼ੀ ਹੋਈ ਤੁਹਾਡੇ ਨਾਲ ਮਿਲ ਕੇ। ਜੀ ਗਿਆਨ ਸਿੰਘ ਸੰਧੂ ਜੀ, ਤੁਹਾਨੂੰ ਬੁਲਾਉਣਾ ਇਸ ਲਈ ਬਹੁਤ ਅਹਿਮ ਸੀ ਕਿਉਂਕਿ ਜਿਹੜਾ ਉਪਰਾਲਾ ਤੁਸੀਂ ਕਰਨ ਜਾ ਰਹੇ ਹੋ, ਜਿਹੜਾ ਤੁਸੀਂ ਲਾਂਚ ਕਰ ਦਿੱਤਾ ਪ੍ਰੋਗਰਾਮ, ਇਹ ਪ੍ਰੋਗਰਾਮਾਂ ਨੂੰ ਲੈ ਕੇ ਇੰਨੀ ਜ਼ਿਆਦਾ ਸਾਰੇ ਇੰਤਜ਼ਾਰ ਕਰ ਰਹੇ ਸੀ ਵੀ ਕੁਛ ਇੱਦਾਂ ਦੇ ਪ੍ਰੋਗਰਾਮਸ ਬਣਾਉਣੇ ਬਹੁਤ ਜ਼ਰੂਰੀ ਨੇ ਜਿਹਦੇ ਨਾਲ ਜਿਹੜੀ ਜਨਰੇਸ਼ਨ ਹੈ ਸਾਡੀ ਉਹਨਾਂ ਨੂੰ ਕਿਤੇ ਨਾ ਕਿਤੇ ਜੋੜਿਆ ਜਾਏ। ਇਹਨਾਂ ਪ੍ਰੋਗਰਾਮਾਂ ਬਾਰੇ ਦੱਸੋ ਜਿਹੜੇ ਲਾਂਚ ਕੀਤੇ ਗਏ ਆ, ਇਹ ਕਿਉਂ ਲਾਂਚ ਕੀਤੇ ਗਏ ਨੇ, ਕੀ ਖਾਸ ਕੁਛ ਇਹਨਾਂ ਦੇ ਵਿੱਚ ਹੋਏਗਾ? ਗੁਰੂ ਨਾਨਕ ਇੰਸਟੀਚਿਊਟ ਆਫ ਗਲੋਬਲ ਸਟੱਡੀਜ਼ ਸ਼ਹਿਰੀ ਜੀ ਬਹੁਤ ਦੇਰ ਤੋਂ ਸਾਡੇ ਮਨਾਂ ਵਿੱਚ ਇੱਕ ਖਾਹਿਸ਼ ਸੀ ਕਿ ਅਸੀਂ ਇਹਨਾਂ ਦੇਸ਼ਾਂ ਵਿੱਚ ਬਹੁਤ ਆਏ ਹਾਂ, ਕਾਫੀ ਪੈਸੇ ਵੀ ਕਮਾ ਲਏ, ਪਰ ਚੈਰੀਟੇਬਲ ਕੰਮ ਅਸੀਂ ਕਰਦੇ ਵੀ ਹਾਂ, ਪਰ ਇੰਡੀਵਿਜੂਅਲ ਲੈਵਲ ਤੇ ਕਰਦੇ ਹਾਂ, ਕਲੈਕਟਿਵ ਲੈਵਲ ਦੇ ਉੱਤੇ ਗੁਰਦੁਆਰੇ ਕਰਦੇ ਨੇ, ਹੋਰ ਮੰਦਰ ਕਰਦੇ ਨੇ, ਹੋਰ ਸਭਾਵਾਂ ਕਰਦੀਆਂ ਨੇ, ਪਰ ਐਜੂਕੇਸ਼ਨਲ ਸਾਈਡ ਦੇ ਤੋਂ ਅਸੀਂ ਹਮੇਸ਼ਾ ਹੀ ਥੋੜਾ ਪਿਛਾਂ ਰਹੇ ਹਾਂ। ਅਸੀਂ ਪ੍ਰਾਈਵੇਟ ਸਕੂਲਸ ਨੇ ਉਹ ਫਾਰ ਪ੍ਰੋਫਿਟ ਸਕੂਲ ਖੋਲੇ ਹੋਏ ਨੇ, ਜਾਂ ਪ੍ਰਾਈਵੇਟ ਕਾਲਜਸ ਵੀ ਨੇ ਬਹੁਤ ਸਾਰੇ ਖੋਲੇ ਹੋਏ ਫਾਰ ਪ੍ਰੋਫਿਟਸ ਨੇ। ਸੋ ਸਾਡੇ ਕੁਝ ਸੱਜਣਾਂ ਨੇ ਰਲ ਕੇ ਅਸੀਂ ਇਹ ਵਿਚਾਰ ਕਰਨਾ ਸ਼ੁਰੂ ਕੀਤਾ ਕਿ ਉਹ ਨਾ ਇੱਕ ਨਾਨ ਪ੍ਰੋਫਿਟ ਪੋਸਟ ਸੈਕੰਡਰੀ ਐਜੂਕੇਸ਼ਨ ਵਾਸਤੇ ਯੂਨੀਵਰਸਿਟੀ ਲੈਵਲ ਤੇ ਬਣਾਈਏ, ਕਿਉਂਕਿ ਸਾਡਾ ਮੇਨ ਨਿਸ਼ਾਨਾ ਗੁਰੂ ਨਾਨਕ ਸਾਹਿਬ ਦੇ ਨਾਂ ਤੇ ਯੂਨੀਵਰਸਿਟੀ ਐਸਟੈਬਲਿਸ਼ ਕਰਨਾ ਜੀ, ਬਿਲਕੁਲ, ਜਿਹਦਾ ਸਮਾਂ ਸਾਨੂੰ 10 ਸਾਲ ਦਾ ਲੱਗ ਸਕਦਾ ਤੇ ਪਰ ਉਹਦੇ 3 ਪੜਾਅ ਹੋਇਆ ਕਰਦੇ ਨੇ। ਉਹ ਪਹਿਲਾ ਪੜਾਅ ਆ ਜਿਹੜਾ 2 ਸਾਲ ਦਾ ਡਿਪਲੋਮਾ ਸਾਨੂੰ ਦੇਣ ਦੀ ਸਰਕਾਰ ਕੋਲੋਂ ਇਜਾਜ਼ਤ ਲੈਣੀ। ਸੋ ਪ੍ਰਾਈਵੇਟ ਇੰਸਟੀਚਿਊਟ ਜਿਹੜੀ ਬ੍ਰਾਂਚ ਆ ਐਡਵਾਂਸਡ ਐਜੂਕੇਸ਼ਨ ਦੀ BC ਦੇ ਵਿੱਚ, ਉਹਨਾਂ ਨੇ ਸਾਡੇ ਇਹ ਅਪਰੂਵਲ ਆਲਰੇਡੀ ਦੇ ਚੁੱਕੇ ਨੇ। ਕਾਫੀ ਲੰਬਾ ਚੌੜਾ ਪ੍ਰੋਸੈਸ ਹੈ, ਆਪਾਂ ਫਿਰ ਵਿਚਾਰ ਉੱਤੇ ਵੀ ਕਰ ਸਕਦੇ ਹਾਂ। ਸੋ ਜਿਹੜੇ ਕੋਰਸ ਸਾਡੇ ਅਪਰੂਵ ਕਰਾਏ ਨੇ, ਸਾਡੀ ਮੇਨ ਪਹਿਲਾ ਮੁੱਦਾ ਸੀ ਕਿ ਅਸੀਂ ਆਪਣੀ ਭਾਸ਼ਾ ਤੇ ਸਾਡਾ ਪਿਛੋਕੜ ਬਾਰੇ, ਇਤਿਹਾਸ ਤੇ ਧਰਮ ਬਾਰੇ ਜਾਣਕਾਰੀ ਪਹਿਲਾਂ ਦੀ ਹੈ, ਕਿਉਂਕਿ ਗੁਰੂ ਨਾਨਕ ਸਾਹਿਬ ਦੇ ਨਾਂ ਤੇ ਅਸੀਂ ਇਹ ਇੰਸਟੀਚਿਊਟ ਸ਼ੁਰੂ ਕੀਤੀ ਹੈ ਤੇ ਉਹ ਦੇਣਾ ਜ਼ਰੂਰੀ ਹੈ। ਸੋ ਸਾਡੇ ਜਿਹੜੇ ਡਿਪਲੋਮਾ ਕੋਰਸਿਸ ਪਹਿਲੀ ਅਪਰੂਵਲ ਲਈ ਹੈ ਅਸੀਂ ਸਰਕਾਰ ਦੇ ਕੋਲੋਂ, ਉਹ ਹੈ ਆਪਣੇ 3 ਡਿਪਲੋਮਾ, 2 ਡਿਪਲੋਮਾ ਤੇ 1 ਸਰਟੀਫਿਕੇਟ ਕੋਰਸਿਸ ਦੀ। ਕੁਝ ਹੋਰ ਜਿਹੜੇ ਨੇ ਪ੍ਰੋਗਰਾਮ ਆਲਰੇਡੀ ਸਰਕਾਰ ਦੇ ਕੋਲ ਗਏ ਹੋਏ ਨੇ ਅਪਰੂਵਲ ਵਾਸਤੇ, ਉਹ ਐਕੈਡੈਮਿਕ ਲੈਵਲ ਤੇ ਆ ਜਾਣਗੇ। ਇਹ ਪਹਿਲਾ ਪੜਾਅ ਸਾਡਾ। ਦੂਸਰਾ ਪੜਾਅ ਸਾਡਾ ਹੋਏਗਾ ਅੰਡਰ ਗ੍ਰੈਜੂਏਟ ਡਿਗਰੀਜ਼ ਦੇਣ ਦਾ, BA BSc ਜਾਂ BCom ਵਗੈਰਾ ਦੀ ਡਿਗਰੀਆਂ ਗ੍ਰਾਂਟ ਕਰਨ ਦਾ। ਉਹਦੇ ਵਾਸਤੇ ਸਾਨੂੰ 4 ਤੋਂ 5 ਸਾਲ ਵੀ ਲੱਗ ਸਕਦੇ ਨੇ, ਕਿਉਂਕਿ ਸਰਕਾਰ ਤੁਹਾਨੂੰ ਜਦ ਡਿਪਲੋਮਾ ਦੇਣ ਦੀ ਪਰਮਿਸ਼ਨ ਦਿੰਦੀ ਹੈ, ਫਿਰ ਉਹ ਰਿਵਿਊ ਕਰਦੀ ਤੁਹਾਡਾ ਹਰ ਸਾਲ ਆਡਿਟ ਹੁੰਦਾ ਉਹਦਾ, ਕਿੱਥੇ ਤੱਕ ਤੁਸੀਂ ਪਹੁੰਚੇ ਆ, ਕਿਸ ਕਲੈਬ ਦੇ ਤੁਹਾਡੇ ਕੋਲ ਫੈਕਲਟੀ ਲੱਗੀ ਹੋਈ ਆ,
ਉਹ ਤੋਂ ਬਾਅਦ ਫਿਰ ਸਾਨੂੰ 3-4 ਸਾਲ ਹੋਰ ਲੱਗ ਸਕਦੇ ਨੇ ਯੂਨੀਵਰਸਿਟੀ ਦਾ ਅਪਰੂਵਲ ਲੈਣ ਵਾਸਤੇ। ਸੋ ਅਸਦਾ ਇਹ ਮੇਨ ਕੀਤਾ ਹੈ। ਸੋ ਇਹ ਮੇਰਾ ਕਲੈਕਟਿਵ ਵਰਕ ਹੈ ਜੀ ਕਮਿਊਨਿਟੀ ਦਾ। ਸਾਡੇ ਕੋਲ ਤਕਰੀਬਨ 75 ਅਸੀਂ ਦੀ ਟੀਮ ਹੈ, ਜਿਹਦੇ ਵਿੱਚੋਂ 40 ਦੇ ਨੇੜੇ ਪ੍ਰੋਫੈਸਰ ਨੇ ਵੱਖਰੀਆਂ ਯੂਨੀਵਰਸਿਟੀਆਂ ਤੋਂ, ਕੈਨੇਡਾ, ਅਮਰੀਕਾ, UK ਤੇ ਪੰਜਾਬ ਤੋਂ ਸਾਡੇ ਨਾਲ ਵਰਕ ਕਰਦੇ। ਕੁਝ ਪ੍ਰੋਫੈਸ਼ਨਲ ਲੋਕੀ ਨੇ ਵੱਖਰੇ ਪਿਛੋਕੜ ਦੇ ਜਿਹੜੇ ਸਾਡੇ ਨਾਲ ਵਰਕ ਕਰਦੇ ਨੇ। ਸੋ ਆਈ ਥਿੰਕ ਲਾਰਜ ਟੀਮ ਹੈ ਜੀ। ਇੱਕ ਚੀਜ਼ ਜਿਹੜੀ ਖਾਸੀਅਤ ਹੈ ਜਿਹੜੀ ਸ਼ੈਰੀ ਜੀ ਤੁਸੀਂ ਇਸ ਚੀਜ਼ ਨੂੰ ਅਪਰੀਸ਼ੀਏਟ ਕਰੋਗੇ, ਉਹ ਇਹ ਹੈ ਕਿ ਅਸੀਂ ਹਰ ਵਰਗ ਤੇ ਹਰ ਪਿਛੋਕੜ ਤੇ ਹਰ ਏਜ ਨੂੰ ਨਾਲ ਰੱਖਦੇ ਹਾਂ। ਮੇਰਾ ਬਿਜ਼ਨਸ ਸਟਾਈਲ ਬਹੁਤ ਵੱਖਰਾ ਹੈ ਆਮ ਨਾਲੋਂ। ਮੈਂ ਕਦੇ ਵੀ ਕਿਸੇ ਚੀਜ਼ ਨੂੰ ਮੈਂ ਹੈਂਗ ਔਨ ਨਹੀਂ ਕਰਦਾ, ਤਿਆਰ ਕਰਨ ਦੇ ਵਿੱਚ ਸਹਾਈ ਬਣਦਾ ਤੇ ਇਹਨੂੰ ਹੈਂਡ ਓਵਰ ਕਰ ਦਿੰਦਾ। ਜਿਹਦੀ ਇੱਕ ਉਦਾਹਰਨ ਬਹੁਤ ਵੱਡੀ ਸਾਡੇ ਕੈਨੇਡਾ ਦੇ ਵਿੱਚ ਕਿ ਇੰਟਰਨੈਸ਼ਨਲੀ ਚੱਲਦੀ ਹੈ, ਵਰਲਡ ਸਿੱਖ ਆਰਗੇਨਾਈਜੇਸ਼ਨ। ਉਹ ਠੀਕ ਹੈ, ਇਹਨਾਂ ਨੇ ਮੈਨੂੰ ਮੋਢੀ ਸੇਵਾ ਬਖਸ਼ੀ। ਉਸ ਤੋਂ ਬਾਅਦ ਅੱਜ ਜਿਹੜਾ ਰਨ ਕਰਨ ਵਾਲਾ ਉਸ ਨੂੰ ਸਾਡਾ ਲਾਅ ਆ, ਉਹ ਕੈਨੇਡੀਅਨ ਜੰਪ ਵਾਲਿਆ। ਅੱਛਾ ਜੀ। ਹਾਂਜੀ 80% ਕੈਨੇਡਾ ਦੇ ਬੋਰਨ ਜਿਹੜੇ ਨੇ ਬੱਚੇ ਉਹ ਰਨ ਕਰਦੇ ਨੇ ਉਹਨੂੰ। ਜੀ ਬਿਲਕੁਲ। ਅੱਛਾ, ਤੁਸੀਂ ਉਸ ਲੈਵਲ ਤੇ ਦੇਖ ਸਕਦੇ ਹੋ। ਸੋ ਮੇਰਾ ਉਹੀ ਸਟਾਈਲ ਇਹਦੇ ਤੇ ਮੈਂ ਲਿਆਉਣਾ ਚਾਹੁੰਦਾ ਸੀ ਕਿ ਹੁਣ ਮੇਰੇ ਨਾਲ ਜਿਹੜਾ ਯੰਗੈਸਟ ਮੈਂ ਕਹਿ ਸਕਦਾ, ਮੈਂ ਉਹਨੂੰ ਓਲਡੈਸਟ ਕਈ ਵਾਰੀ ਕਹਿਣਾ, 20 ਇਅਰਸ ਓਲਡ ਯੰਗ ਲੇਡੀ ਹੈ ਜਿਹੜੀ 2nd ਈਅਰ ਯੂਨੀਵਰਸਿਟੀ ਦੀ ਸਟੂਡੈਂਟ ਹੈ, ਜਿਹੜੇ ਸਾਡੇ ਨਾਲ ਵਰਕ ਕਰਦੇ ਨੇ। ਸੋ ਇਸ ਲੈਵਲ ਤੋਂ ਉਹਦੇ ਵਿੱਚ ਉਸ ਏਜ ਤੋਂ ਲੈ ਕੇ ਈਵਨ ਸਾਰੇ ਪ੍ਰੋਫੈਸਰਸ ਵੀ। ਦੂਸਰਾ ਅਸੀਂ ਜ਼ਿਆਦਾ ਖਿਆਲ ਈਵਨ ਜੈਂਡਰ ਬੈਲੈਂਸ ਦਾ ਵੀ ਰੱਖਦੇ ਹਾਂ। ਸਾਡਾ ਬੋਰਡ ਜੈਂਡਰ ਬੈਲੈਂਸਡ ਹੈ ਤੇ ਸਾਡੇ ਫੈਕਲਟੀ ਜੈਂਡਰ ਬੈਲੈਂਸਡ ਨੇ ਤੇ ਸਾਡੇ ਕੋਰਸ ਡਿਵੈਲਪਮੈਂਟਸ ਵੀ ਉਸ ਲੈਵਲ ਤੇ ਹੋਣਗੇ ਜੀ। ਗਿਆਨ ਜੀ, ਸੰਸਥਾ ਦੇ ਬੈਕਗ੍ਰਾਉਂਡ ਬਾਰੇ ਥੋੜਾ ਜਾਨਣਾ ਚਾਹਾਂਗੇ ਔਰ ਸਪੈਸ਼ਲੀ ਕਿਵੇਂ ਸਾਰਾ ਇਹ ਕੰਮ ਨੇਪਰੇ ਚੜਿਆ, ਇਹ ਸਾਰੇ ਸੰਸਥਾ ਨੂੰ ਬਣਾਉਣ ਦੇ ਲਈ ਸਪੈਸ਼ਲੀ ਜ਼ਮੀਨ ਜਿਹੜੀ ਆ ਉਹ ਕਿਵੇਂ ਤਿਆਰ ਕੀਤੀ ਗਈ ਸੀ? ਹਾਂਜੀ, ਦੇਖੋ ਇਹਦੇ ਕਿਸੇ ਚੀਜ਼ ਨੂੰ ਵੀ ਤਿਆਰ ਕਰਨ ਵਾਸਤੇ ਤੁਹਾਨੂੰ ਸਾਥੀ ਲੱਭਣੇ ਪੈਂਦੇ। ਬਿਲਕੁਲ। ਜਦ ਮੈਂ ਤਕਰੀਬਨ 2 ਸਾਲ ਪਹਿਲਾਂ ਸਾਥੀਆਂ ਨੂੰ ਲੱਭਣ ਦੀ ਕੋਸ਼ਿਸ਼ ਕੀਤੀ ਤੇ ਫਾਰ ਪ੍ਰੋਫਿਟ ਵਾਸਤੇ ਕੁਝ ਸੱਜਣ ਸਾਡੇ ਨਾਲ ਆਉਣਾ ਚਾਹੁੰਦੇ ਸੀ ਕਿ ਆਪਾਂ ਪ੍ਰੋਫਿਟੇਬਲ ਯੂਨੀਵਰਸਿਟੀ ਦੇ ਤੌਰ ਤੇ ਬਣਾਈਏ। ਮੈਂ ਉਸ ਨਾਲ ਹਮ ਹੀ ਨਹੀਂ ਸੀ। ਸੋ ਕੱਲੇ ਨਾਲ ਵਿਚਾਰਾਂ ਕਰਨ ਤੋਂ ਬਾਅਦ ਇਸ ਵੇਲੇ ਅਸੀਂ 5 ਪਰਿਵਾਰ ਸਾਂ ਜਿਨ੍ਹਾਂ ਨੇ ਇਕੱਠੇ ਹੋ ਕੇ ਇਹ ਫਿਰ ਫੈਸਲਾ ਕੀਤਾ ਵੀ ਅਸੀਂ ਨਾਨ ਪ੍ਰੋਫਿਟ ਚਲਾਉਣਾ ਚਾਹੁੰਦੇ ਨੇ, ਜਿਹਦੇ ਵਿੱਚ ਮੇਰੇ ਨਾਲ ਜੁੜੇ ਹੋਏ ਨੇ ਆਪਣੇ ਸਰਦਾਰ ਜਸਵਿੰਦਰ ਸਿੰਘ ਜੀ ਪਰਮਾਰ, AMC ਇੰਸ਼ੋਰੈਂਸ ਵਾਲੇ। ਸੋ ਆਪ ਸਾਰੇ ਤੁਸੀਂ ਜਾਣਦੇ ਹੀ ਹੋ ਨਾ। ਜੀ ਬਿਲਕੁਲ। ਸਾਡੇ ਨਾਲ ਇੱਕ ਪਰਿਵਾਰ ਟੋਰਾਂਟੋ ਤੋਂ ਜੁੜਿਆ ਹੋਇਆ ਹੈਗਾ, ਉਹ ਬੇਟੀ ਗੁਰਜੀਤ ਕੌਰ ਬੈਂਸ ਹੈ, ਉਹਦਾ ਪਰਿਵਾਰ ਆ। ਉਹ ਵਕੀਲ ਵੀ ਹੈ ਕਿੱਤੇ ਵਜੋਂ ਤੇ ਟੀਚਰ ਵੀ ਨੇ, ਸੋ ਉਹ ਪੜ੍ਹਾਉਂਦੇ ਨੇ। ਉਹ ਪਰਿਵਾਰ ਸਾਡੇ ਨਾਲ ਜੁੜਿਆ ਹੋਇਆ। ਤੇ ਕਮਲਜੀਤ ਕੌਰ ਸਿੱਧੂ ਪਰਿਵਾਰ ਇੱਥੇ ਲੋਕਲ ਪਰਿਵਾਰ ਤੁਸੀਂ ਸਾਰੇ ਜਾਣਦੇ ਹੋ, ਉਹ ਪਰਿਵਾਰ ਸਾਡੇ ਨਾਲ ਇਹਦੇ ਵਿੱਚ ਜੁੜਿਆ ਹੋਇਆ। ਤੇ ਹਰਪ੍ਰੀਤ ਸਿੰਘ ਜੀ ਦਰਦੀ ਪਰਿਵਾਰ ਨੂੰ ਤੁਸੀਂ ਸਾਰੇ ਜਾਣਦੇ ਹੋ। ਹਾਂਜੀ, ਸੋ ਉਹ ਪਰਿਵਾਰ ਨੇ। ਸੋ 5ਵਾਂ ਸਾਡਾ ਆਪਣਾ ਪਰਿਵਾਰ। ਅਸੀਂ 5 ਪਰਿਵਾਰਾਂ ਨੇ ਰਲ ਕੇ ਫਿਰ ਫੈਸਲਾ ਕੀਤਾ ਸੀ ਵੀ ਅਸੀਂ ਇਹਨੂੰ ਫੰਡ ਕਰੀਏ। ਇਨੀਸ਼ੀਅਲ ਕਿਸੇ ਚੀਜ਼ ਨੂੰ ਚਲਾਉਣ ਵਾਸਤੇ ਤੁਹਾਨੂੰ ਸੀਡ ਫੰਡਿੰਗ ਦੀ ਲੋੜ ਹੁੰਦੀ ਹੈ। ਸੋ ਅਸੀਂ 5 ਪਰਿਵਾਰਾਂ ਨੇ ਰਲ ਕੇ ਉਹਦੇ ਤੇ ਫੰਡਿੰਗ ਦਾ ਟੋਟਲ ਅਸੀਂ ਕਮਿਟਮੈਂਟ ਕੀਤੀ ਹੋਈ ਹੈ। ਅਸੀਂ ਕਿਸੇ ਕੋਲੋਂ ਨਹੀਂ ਕਹਿੰਦੇ ਵੀ ਸਾਨੂੰ ਡੋਨੇਸ਼ਨ ਦਿਓ ਤੇ ਅਸੀਂ ਇਹਨੂੰ ਚਲਾਉਣਾ ਚਾਹੁੰਦੇ ਹਾਂ। ਆਮ ਪੰਜਾਬੀਆਂ ਦੀ ਜਾਂ ਸਿੱਖਾਂ ਦੀਆਂ ਸੁਸਾਇਟੀਆਂ ਚੱਲਦੀਆਂ ਨੇ ਤਾਂ ਅਸੀਂ ਮੈਂਬਰਸ਼ਿਪ ਫੀ ਰੱਖ ਲਈ, ਪੈਸੇ ਮੰਗਣ ਤੁਰ ਪਏ। ਮੈਂ ਇਹ ਨਹੀਂ ਕਹਿੰਦਾ ਕੋਈ ਮਾੜੀ ਗੱਲ ਹੈ, ਚੰਗੀ ਗੱਲ ਹੈ, ਸ਼ੁਰੂ ਕਰਨਾ ਪਾਤਸ਼ਾਹ ਨੇ ਸਾਨੂੰ ਬਹੁਤ ਕੁਛ ਦਿੱਤਾ ਹੋਇਆ ਜੀ। ਇਸ ਦੇਸ਼ ਦੇ ਅੰਦਰ ਤੁਸੀਂ ਆਏ ਹੋ, ਆ ਕੇ ਤੁਸੀਂ ਸਭ ਕੁਛ ਕਮਾਇਆ ਹੈਗਾ, ਤਾਂ ਸਾਡਾ ਫਰਜ਼ ਵੀ ਬਣਦਾ। ਸੋ ਅਸੀਂ ਇਹਨੂੰ ਕਿਸੇ ਦੇ ਕੋਲ ਇਸ ਵੇਲੇ ਕੋਈ ਰਿਕੁਐਸਟ ਨਹੀਂ ਕਰ ਰਿਹਾ। ਈਵਨ ਕੋਈ ਆਫਰ ਵੀ ਕਰਦਾ, ਉਹਨੂੰ ਕਹਿੰਦੇ ਨਹੀਂ, ਇਹਨੂੰ ਚੱਲਦਾ ਦੇਖੋ, ਚੱਲਦਾ ਵੇਖ ਕੇ ਕਿਸੇ ਰਿਸਰਚ ਪ੍ਰੋਜੈਕਟ ਨੂੰ ਸਪੋਰਟ ਕਰਨਾ ਚਾਹੁੰਦੇ ਕਰੋ। ਕਿਉਂਕਿ ਅਸੀਂ ਰਿਸਰਚ, ਸਾਡਾ 2 ਪਹਿਲੂ ਨੇ ਜੀ ਇਹਦੇ। ਇੱਕ ਐਜੂਕੇਸ਼ਨਲ ਜਿਹੜਾ ਯੂਨੀਵਰਸਿਟੀ ਲੈਵਲ ਦੀ ਹੋਏਗੀ, ਦੂਸਰਾ ਰਿਸਰਚ। ਅਸੀਂ ਰਿਸਰਚ ਦਾ ਇੱਕ ਬਹੁਤ ਵੱਡਾ ਹਿੱਸਾ, ਜਿਹਦੇ ਰਿਸਰਚ ਦੇ ਮੈਂ ਡਿਟੇਲਸ ਵਿੱਚ ਬਾਅਦ 'ਚ ਵੀ ਤੁਹਾਡੇ ਨਾਲ ਗੱਲ ਕਰਾਂਗੇ। 3 ਪ੍ਰੋਜੈਕਟ ਆਲਰੇਡੀ ਅਪਰੂਵ ਕਰ ਚੁੱਕੇ ਹਾਂ ਰਿਸਰਚ ਦੇ, ਜਿਹਦੇ ਤੇ ਅਸੀਂ $2.5 ਲੱਖ ਦੀ ਕਮਿਟਮੈਂਟ ਦੇ ਚੁੱਕੇ ਹਾਂ। ਸੋ ਅਸੀਂ ਇਹ 5 ਪਰਿਵਾਰਾਂ ਦੀ ਇਸ ਵੇਲੇ ਨਾਲ, ਪਰ ਅਸੀਂ ਸਾਡੇ ਬਾਕੀ ਸਾਥੀ ਐਕੈਡੈਮਿਕ ਬੋਰਡ ਹੈ ਸਾਡੇ ਕੋਲ ਵੱਖਰੀਆਂ ਯੂਨੀਵਰਸਿਟੀ ਤੋਂ। ਕੁਝ ਸਾਡੇ ਕੌਨਫੀਡੈਂਸ਼ੀਅਲ ਐਡਵਾਈਜ਼ਰ ਨੇ ਜਿਹੜੇ ਐਵੈਲੂਏਟ ਕਰਦੇ ਨੇ। ਉਹ ਕਦੇ ਵੀ ਅਸੀਂ ਉਹਨਾਂ ਦੇ ਨਾਂ ਹੀ ਨਹੀਂ ਦੱਸਦੇ, ਨਾ ਉਹ ਆਪ ਦੱਸਣਾ ਚਾਹੁੰਦੇ ਨੇ। ਸੋ ਉਹ ਪ੍ਰੋਫੈਸਰ ਨੇ ਵੱਖਰੀਆਂ ਯੂਨੀਵਰਸਿਟੀਆਂ ਦੇ, ਜਿਹੜੇ ਸਾਡੇ ਕੋਲ ਪ੍ਰੋਜੈਕਟ ਆਉਂਦੇ ਆ, ਉਹਨਾਂ ਪ੍ਰੋਜੈਕਟਸ ਨੂੰ ਐਵੈਲੂਏਟ ਕਰਦੇ ਵੀ ਵਾਕਿਆ ਸਾਡੇ ਲਈ ਇਹ ਸਾਡੇ ਮੇਨ ਵਿਜ਼ਨ ਦੇ ਉੱਤੇ ਮੈਚ ਕਰਦਾ ਜਾਂ ਨਹੀਂ ਕਰਦਾ, ਉਹਦੇ ਹਿਸਾਬ ਨਾਲ ਫਿਰ ਫੈਸਲੇ ਕੀਤੇ ਜਾਂਦੇ ਨੇ। ਬਿਲਕੁਲ। ਇੱਕ ਚੀਜ਼ ਹੋਰ ਹੁੰਦੀ ਹੈ ਗਿਆਨ ਜੀ, ਜਦੋਂ ਕੋਈ ਇੱਦਾਂ ਦੇ ਡਿਪਲੋਮੇ ਜਾਂ ਸ਼ੁਰੂ ਕਰਨੇ ਹੁੰਦੇ ਨੇ, ਤੁਸੀਂ ਕਾਫੀ ਲੰਬੇ ਸਮੇਂ ਤੋਂ ਇਸ ਦੇ ਲਈ ਲੱਗੇ ਹੋਏ ਸੀ। ਹੁਣ ਜੱਦੋ ਜਹਿਦ ਉਦੋਂ ਸੋਏ ਤਾਂ ਇਹ ਸੀ ਵੀ ਟੀਮ ਤੁਹਾਡੇ ਨਾਲ ਸੀ, ਸਾਰਾ ਕੁਝ ਸੀਗਾ, ਸਮਾਂ ਲੱਗਿਆ ਪਰ ਹੋ ਗਿਆ। ਫਿਰ ਵੀ ਉਸ ਤੋਂ ਇਲਾਵਾ ਜੱਦੋ ਜਹਿਦ ਕਿੰਨੀ ਕਰਨੀ ਪਈ, ਕਿੱਥੋਂ ਤੱਕ ਤੁਹਾਨੂੰ ਪਹੁੰਚ ਕਰਨੀ ਪਈ? ਕੀ ਤੁਸੀਂ ਪੋਲੀਟੀਸ਼ੀਅਨਸ ਦੀ ਵੀ ਇਹਦੇ ਵਿੱਚ ਕਿਸੇ ਤਰੀਕੇ ਨਾਲ ਹੈਲਪ ਮੰਗੀ, ਜਾਂ ਉਹਨਾਂ ਨੇ ਕਿਹਾ ਵੀ ਭਰੋਸਾ ਦਿੱਤਾ ਕਿਸੇ ਕਿਸਮ ਦਾ? ਕੀ ਪੜਾਅ ਤੁਹਾਨੂੰ ਜਿਹੜੇ ਨੇ ਉਹ ਪਾਰ ਕਰਨੇ ਪਏ ਇਹਨਾਂ ਪ੍ਰੋਗਰਾਮਾਂ ਨੂੰ ਲਿਆ? ਇੱਕ ਐਕੈਡੈਮਿਕ ਅਦਾਰਾ, ਇਹਨੂੰ ਐਕੈਡੈਮਿਕ ਤਰੀਕੇ ਨਾਲ ਹੀ ਸੁਲਝਾਇਆ ਜਾ ਸਕਦਾ ਤੇ ਪ੍ਰਾਪਤੀਆਂ ਕੀਤੀਆਂ ਜਾ ਸਕਦੀਆਂ। ਅਸੀਂ ਕਿਸੇ ਵੀ ਕੋਈ ਸਿਆਸੀ ਪੱਖ ਤੋਂ ਕਿਸੇ ਦੀ ਕੋਈ ਮਦਦ ਨਹੀਂ ਮੰਗੀ, ਨਾ ਕਿਸੇ ਨੂੰ ਪਤਾ ਹੀ ਸੀ। ਮੈਂ
ਇਹ ਵੀ ਤੁਹਾਨੂੰ ਦੱਸ ਦਿੰਦਾ, ਮੇਰਾ ਖਿਆਲ ਨਹੀਂ ਵੀ ਸਾਡੇ ਪੋਲੀਟੀਸ਼ੀਅਨਸ ਨੂੰ ਪਤਾ ਸੀ ਵੀ ਅਸੀਂ ਇਸ ਪ੍ਰੋਜੈਕਟ ਦੇ ਉੱਤੇ ਵਰਕ ਕਰ ਰਹੇ ਹਾਂ। ਹੁਣ ਮੈਂ ਇਨਵੀਟੇਸ਼ਨ ਦੇ ਟਾਈਮ ਤੋਂ ਦੱਸਣਾ ਸ਼ੁਰੂ ਕੀਤਾ ਸੀਗਾ, ਇਨਵਾਈਟ ਕਰਨ ਵਾਸਤੇ ਵੀ ਜੇ ਕਿਸੇ ਨੇ ਅਟੈਂਡ ਕਰਨਾ ਆਪਣੇ ਓਪਨਿੰਗ ਦੇ ਉੱਤੇ ਅਟੈਂਡ ਕਰ ਸਕਦੇ ਨੇ, ਠੀਕ ਹੈ। ਕਿਉਂਕਿ ਸਾਡਾ ਮਕਸਦ ਸਿਆਸੀ ਨਹੀਂ, ਸਾਡਾ ਮਕਸਦ, ਕਿਉਂਕਿ ਸਰਕਾਰ ਨੇ ਇੱਕ ਬ੍ਰਾਂਚ ਬਣਾਈ ਹੋਈ ਆ ਪ੍ਰਾਈਵੇਟ ਟ੍ਰੇਨਿੰਗ ਇੰਸਟੀਟਿਊਸ਼ਨ ਬ੍ਰਾਂਚ ਜਿਹੜੀ ਹੈਗੀ ਆ, ਉਹ ਸੀਨੀਅਰ ਆਪਣੀ ਐਕੈਡੈਮਿਕ ਮਿਨਿਸਟਰੀ ਦੇ ਥੱਲੇ ਆਉਂਦੀ ਆ, ਉਹਦੇ ਥਰੂ ਤੁਹਾਨੂੰ ਜਾਣਾ ਪੈਂਦਾ। ਤੁਸੀਂ ਜਿਹੜੇ ਕੋਰਸ ਡਿਵੈਲਪਮੈਂਟ ਕਰਦੇ ਹੋ ਉਹ ਇੱਥੇ ਦੇ ਮਿਆਰ ਦੇ ਯੂਨੀਵਰਸਿਟੀ ਦੇ ਲੈਵਲ ਦੇ ਹੋਣੇ ਚਾਹੀਦੇ ਆ, ਉਹਦੇ ਵਾਸਤੇ ਕਾਫੀ ਸਮਾਂ ਲੱਗਦਾ। ਸੋ ਪ੍ਰੋਫੈਸਰਾਂ ਨੂੰ ਜੋੜਨਾ, ਪ੍ਰੋਫੈਸਰਾਂ ਦੇ ਕੋਲੋਂ ਕੋਰਸ ਤਿਆਰ ਕਰਵਾਉਣੇ। ਫੋਰ ਐਗਜ਼ਾਮਪਲ ਇੰਟਰੋਡਕਸ਼ਨ ਟੂ ਸਿੱਖੀ ਇੱਕ ਕੋਰਸ ਜਿਹੜਾ ਤਿਆਰ ਕੀਤਾ ਉਹ ਜਿਹਦੇ ਵਿੱਚ ਹਿਸਟਰੀ ਵੀ ਆਉਂਦੀ ਹੈ, ਉਹ ਪੰਜਾਬ ਤੋਂ ਪ੍ਰੋਫੈਸਰ ਹੈ ਬੇਟੀ ਉਹ। ਅੱਛਾ, ਉਹ ਡਾਕਟਰ ਪਰਮਜੀਤ ਕੌਰ ਨੇ ਪਿਛਲੇ 25 ਸਾਲ ਤੋਂ ਪੜ੍ਹਾ ਰਹੇ ਨੇ। ਸੋ ਅਸੀਂ ਕਿਹਾ ਵੀ ਤੁਸੀਂ ਇਹ ਕੋਰਸ ਆਪ ਤਿਆਰ ਕਰੋ, ਕਿਉਂਕਿ ਤੁਹਾਡਾ ਇਹ ਐਕਸਪਰਟੀਜ਼ ਹੈ ਇਸ ਸਬਜੈਕਟ ਦੇ ਉੱਤੇ। ਉਹਨਾਂ ਨੇ ਇਹ ਕੋਰਸ ਤਿਆਰ ਕੀਤਾ ਹੋਇਆ। ਜਿਹੜੇ ਪੰਜਾਬੀ ਦੇ ਟ੍ਰੇਨਿੰਗ, ਫੋਰ ਐਗਜ਼ਾਮਪਲ ਸਾਡੇ ਕੋਲ ਇੱਥੇ ਹੀ ਸਰੀ ਨਿਵਾਸੀ ਨੇ ਡਾਕਟਰ ਇੰਦਰਜੀਤ ਸਿੰਘ ਮਾਨ, ਉਹ ਪਹਿਲਾਂ ਜਵਾਹਰ ਲਾਲ ਨਹਿਰੂ ਯੂਨੀਵਰਸਿਟੀ 'ਚ ਪੜ੍ਹਾਇਆ ਕਰਦੇ ਸੀ, ਪਿਛਲੇ 6 ਸਾਲ ਤੋਂ ਕੈਨੇਡਾ ਵਿੱਚ ਮੂਵ ਹੋਏ ਨੇ ਤੇ ਵੱਖਰੇ ਵੱਖਰੇ ਯੂਨੀਵਰਸਿਟੀ ਦੇ ਨਾਲ ਵੱਖਰੇ ਰਿਸਰਚ ਪ੍ਰੋਜੈਕਟਸ ਕਰ ਰਹੇ ਨੇ। ਸੋ ਅਸੀਂ ਉਹਨਾਂ ਨੇ ਪੰਜਾਬੀ ਦੇ ਜਿਹੜੇ ਕੋਰਸਿਸ ਸੀ ਤਿਆਰ ਕੀਤੇ ਨੇ। ਤੇ ਸਾਡੇ ਕੋਲ ਸਿੱਖ ਐਥੋਸ ਤੇ ਸੋਸ਼ਲ ਜਸਟਿਸ ਦਾ ਕੋਰਸ ਤਿਆਰ ਕੀਤਾ ਜੇ ਡਾਕਟਰ ਰੀਟਾ ਕੌਰ ਨੇ ਯੂਨੀਵਰਸਿਟੀ ਆਫ ਵਿਕਟੋਰੀਆ ਦੇ ਵਿੱਚ ਪੜ੍ਹਾਉਂਦੇ, ਉਹਨਾਂ ਨੇ ਉਹ ਕੋਰਸ ਤਿਆਰ ਕੀਤਾ ਜਿਹੜਾ ਬਿਲਕੁਲ ਨਵਾਂ ਕੋਰਸ ਹੈ, ਕਿਸੇ ਹੋਰ ਨੇ ਕਿਸੇ ਕੋਈ ਯੂਨੀਵਰਸਿਟੀ ਨੇ ਪੜ੍ਹਾਉਂਦੀ ਉਹ ਕੋਰਸ, ਸਿੱਖ ਐਥੋਸ ਤੇ ਸੋਸ਼ਲ ਜਸਟਿਸ ਦਾ ਕੋਰਸ। ਤੇ ਸਾਡੇ ਕੋਲ ਯੂਨੀਵਰਸਿਟੀ ਆਫ ਕੈਲਗਰੀ ਦੇ ਵਿੱਚੋਂ ਕੋਰਸ ਤਿਆਰ ਕਰਨ ਵਾਲੇ ਨੇ ਤੇ ਡਾਕਟਰ ਗਰੇਵਾਲ ਜੀ, ਹਰਜੀਤ ਸਿੰਘ ਜੀ। ਸੋ ਡਾਕਟਰ ਹਰਜੀਤ ਸਿੰਘ ਗਰੇਵਾਲ ਨੇ ਉਹ ਕੋਰਸ ਹੀ ਕੀਤਾ ਜਿਹੜੇ ਸਿੱਖੀ ਤੇ ਰਿਲੀਜੀਅਸ ਸਟੱਡੀਜ਼ ਦੇ ਬਾਰੇ ਆ, ਪਰ ਕੰਪੈਰੀਟਿਵ ਐਨਾਲਿਸਿਸ ਹੈਗੇ ਨੇ ਉਹਦੇ ਵਿੱਚ ਬਾਕੀ ਧਰਮਾਂ ਦੇ ਸਾਰਿਆਂ ਦੇ। ਸੋ ਇਸ ਲੈਵਲ ਦੇ ਉੱਤੇ ਜਦ ਅਸੀਂ ਕੋਰਸਿਸ ਨੂੰ ਦੇਖਦੇ ਹਾਂ, ਮਿਊਜ਼ਿਕ ਦੇ ਕੋਰਸਿਸ ਨੇ, ਡਾਕਟਰ ਗੁਰਨਾਮ ਸਿੰਘ ਨੂੰ ਸਾਰੇ ਜਾਣਦੇ ਨੇ ਦੁਨੀਆ ਭਰ ਦੇ ਵਿੱਚ, ਉਹਨਾਂ ਦੇ ਨਾਲ ਹੋਰ ਪ੍ਰੋਫੈਸਰ ਕੰਮ ਕਰਦੇ ਨੇ। ਸੋ ਇਸ ਲੈਵਲ ਤੇ ਕਿਉਂਕਿ ਅਸੀਂ ਪਹਿਲਾਂ ਆਇਡੈਂਟੀਫਾਈ ਕੀਤਾ ਕਿਹੜਾ ਪ੍ਰੋਫੈਸਰ ਕਿਸ ਲੈਵਲ ਦੇ ਉੱਤੇ ਐਕਸਪਰਟੀਜ਼ ਰੱਖਦਾ, ਉਸ ਸਬਜੈਕਟ ਨੂੰ ਫਿਰ ਅਸੀਂ ਉਹਨੂੰ ਆਊਟਲਾਈਨ ਦਿੱਤੀ ਵੀ ਆਹ ਸਾਡੀ ਸਰਕਾਰ ਦੀ ਰਿਕੁਆਇਰਮੈਂਟ ਆ, ਉਹ ਬ੍ਰਾਂਚ ਮੰਗਦੀ ਆ, ਉਹਨੂੰ ਤੁਸੀਂ ਆਪਣਾ ਪੂਰਾ ਕਰੋ। ਉਹ ਫਿਰ ਤੁਸੀਂ ਅਪਲਾਈ ਕਰਦੇ ਹੋ ਉਹਨਾਂ ਦੇ ਕੋਲ ਐਵੈਲੂਏਟਰਸ ਰੱਖੇ ਹੋਏ ਨੇ ਸਰਕਾਰ ਦੇ ਕੋਲ, ਤੁਹਾਡੇ ਕੋਰਸਿਸ ਨੂੰ ਐਵੈਲੂਏਟ ਕਰਦੇ ਆ ਕਿ ਉਸ ਮਿਆਰ ਤੇ ਹਨ ਜਿਹੜੀ ਯੂਨੀਵਰਸਿਟੀਆਂ ਵਿੱਚ ਪੜ੍ਹਾਏ ਜਾਂਦੇ ਆ। ਫਿਰ ਉਹ ਕਰਨ ਤੋਂ ਬਾਅਦ ਤੁਹਾਨੂੰ ਆਪ ਟ੍ਰੇਨਿੰਗ ਵੀ ਦਿੰਦੇ ਨੇ। ਸਾਨੂੰ ਫੋਰ ਐਗਜ਼ਾਮਪਲ ਸਾਨੂੰ 2 ਜਣਿਆਂ ਨੂੰ ਉਹਨਾਂ ਨੂੰ ਹੁੰਦਾ ਵੀ ਹਰ ਇੰਸਟੀਚਿਊਟ ਦੇ ਵਿੱਚ 2 ਨੂੰ ਟ੍ਰੇਨਿੰਗ ਦਿੱਤੀ ਜਾਵੇ, ਇਹ ਇੰਸਟੀਚਿਊਟ ਪ੍ਰਾਈਵੇਟ ਆ, ਕੀ ਤੁਹਾਡੀਆਂ ਜ਼ਿੰਮੇਵਾਰੀਆਂ ਕਾਨੂੰਨੀ ਤੌਰ ਤੇ ਬਣਦੀਆਂ ਨੇ ਔਰ ਉਹਨੂੰ ਉਹ ਕਿਸ ਤਰ੍ਹਾਂ ਤੁਸੀਂ ਚਲਾਉਣਾ। ਫਿਰ ਅਸੀਂ 2 ਜਣਿਆਂ ਨੇ, ਡਾਕਟਰ ਸਿੱਧੂ ਹੈ ਤੇ ਮੈਂ ਨੇ, ਫਿਰ ਉਹ ਟ੍ਰੇਨਿੰਗ ਵੀ ਸਰਕਾਰ ਦੇ ਕੋਲੋਂ ਲਈ, ਉਹਨਾਂ ਉਸ ਬ੍ਰਾਂਚ ਦੇ ਕੋਲੋਂ ਵੀ ਆਪਣੀ ਇੰਸਟੀਚਿਊਟ ਨੂੰ ਕਿਸ ਲੈਵਲ ਤੇ ਚਲਾਉਣਾ। ਉੱਥੇ ਹੀ ਐਂਡ ਨਹੀਂ ਹੁੰਦਾ, ਇੱਕ ਉਹਨਾਂ ਦੀ ਪਾਲਿਸੀ ਰਿਕੁਆਇਰਮੈਂਟਸ ਬਹੁਤ ਨੇ ਸ਼ੈਰੀ ਜੀ। ਜਦ ਤੁਸੀਂ ਸਾਡੀ ਵੈਬਸਾਈਟ ਤੇ ਜਾਓਗੇ, ਜਿੱਥੇ gurunanak.ca ਦੇ ਉੱਤੇ ਜਾਓਗੇ ਨਾ, ਸਟੂਡੈਂਟਸ ਪਾਲਿਸੀ ਦੇ ਥੱਲੇ ਜਾਓ, ਬਾਟਮ ਐਕਚੁਅਲੀ ਦੇ ਸੈਕਸ਼ਨ ਦੇ ਵਿੱਚ ਦਿੱਤਾ ਹੋਇਆ, ਉੱਥੇ ਅਸੀਂ 21 ਪਾਲਿਸੀਜ਼ ਪਾਈਆਂ ਹੋਈਆਂ ਨੇ। ਹਰ ਪਾਲਿਸੀ ਦੇ ਵਿੱਚ ਵੀ ਪ੍ਰੀ ਰੈਕੁਇਜ਼ਿਟ ਕੀ ਆ, ਇਹ ਕੋਰਸ ਕਿੱਦਾਂ ਚੱਲਣੇ ਆ, ਜਾਂ ਸਟੂਡੈਂਟਸ ਨੂੰ ਸਾਡੇ ਨਾਲ ਜੁਆਇਨ ਕਰਨ ਤੋਂ ਪਹਿਲਾਂ ਕੀ ਕੁਝ ਧਿਆਨ 'ਚ ਰੱਖਣ ਦੀ ਲੋੜ ਹੈ। ਸਾਡੀ ਇੰਸਟੀਚਿਊਟ ਨੂੰ ਇਹ ਵੀ ਚੈੱਕ ਕਰੋ ਵੀ ਕੀ ਇਹ ਵਾਕਿਆ ਰਜਿਸਟਰਡ ਇੰਸਟੀਚਿਊਟ ਹੈ ਜਾਂ ਨਹੀਂ ਅਪਰੂਵਡ ਹੈਗੀ, ਕਿਉਂਕਿ ਅੱਜ ਇੰਟਰਨੈਸ਼ਨਲ ਸਟੂਡੈਂਟਸ ਨੂੰ ਖਾਸ ਕਰਕੇ ਬਹੁਤ ਮੁਸ਼ਕਲਾਂ ਆ ਰਹੀਆਂ, ਤੁਸੀਂ ਸਾਰੇ ਜਾਣਦੇ ਹੋ, ਵੱਖਰੇ ਵੱਖਰੇ ਲੈਵਲ ਦੇ ਉੱਤੇ ਕਿੰਨੀਆਂ। ਅਸੀਂ ਪਹਿਲਾਂ ਕਾਸ਼ਨ ਕਰਦੇ ਹਾਂ ਵੀ ਆਹ ਚੀਜ਼ਾਂ ਤੁਹਾਨੂੰ ਚੈੱਕ ਕਰਨ ਦੀ ਲੋੜ ਆ। ਫਿਰ ਸਰਕਾਰ ਦੀ ਰਿਕੁਆਇਰਮੈਂਟਸ ਹੁੰਦੀ ਆ ਵੀ ਤੁਸੀਂ ਫੀ ਜਿਹੜਾ ਸਟਰਕਚਰ ਆ ਉਹਨੂੰ ਵੀ ਉੱਤੇ ਆਪਣੀ ਵੈਬਸਾਈਟ ਦੇ ਉੱਤੇ ਪਾਵੋ। ਅੱਛਾ, ਜੇ ਕਿਸੇ ਨੂੰ ਕੋਈ ਮੁਸ਼ਕਲ ਆਉਂਦੀ ਆ, ਰਿਫੰਡ 100% ਕਦ ਮਿਲ ਜਾਂਦਾ, ਉਹਦਾ ਪਰਸੈਂਟੇਜ ਕਦ ਮਿਲਦਾ, ਕਿੰਨੀਆਂ ਕਲਾਸਾਂ ਤੁਸੀਂ ਅਟੈਂਡ ਕਰ ਲਈਆਂ, ਇਹ ਚੀਜ਼ਾਂ ਸਾਰੀਆਂ ਪਾਲਿਸੀਜ਼ ਅਸੀਂ ਵੈਬਸਾਈਟ ਦੇ ਉੱਤੇ ਪਾਈਆਂ ਨੇ। ਫਿਰ ਐਡਮਿਨਿਸਟ੍ਰੇਟਿਵ ਪਾਲਿਸੀਜ਼ ਵੀ ਨੇ, ਅਸੀਂ ਕੇਸ ਲੈਵਲ ਤੇ ਬਹੁਤ ਹੀ ਇੱਕ ਓਪਨ ਜਿਹਾ ਸਿਸਟਮ ਰੱਖਿਆ ਹੋਇਆ, ਉਹ ਜਿਹਦੇ ਹਿਸਾਬ ਨਾਲ ਅਸੀਂ ਚਲਾਉਣੇ। ਉਹਦੇ ਵਾਸਤੇ ਸਾਨੂੰ ਤਿਆਰ ਕਰਦਿਆਂ ਨੂੰ ਤਕਰੀਬਨ ਜੀ 7 ਤੋਂ 8 ਮਹੀਨੇ ਫਿਰ ਤੁਹਾਨੂੰ ਬਿਜ਼ਨਸ ਪਲਾਨ ਦੇਣੀ ਪੈਂਦੀ ਆ ਸਰਕਾਰ ਨੂੰ। ਵੀ ਇਹ ਨਹੀਂ ਇੱਥੇ ਵੀ ਤੁਸੀਂ ਸਿਰਫ ਤਿਆਰ ਕਰਕੇ ਕੋਰਸ ਦੇ ਦਿੱਤਾ ਕੱਲਾ ਨਾ, ਜਿੱਦਾਂ ਤੁਸੀਂ ਆਪਣਾ ਚੈਨਲ ਪੰਜਾਬੀ ਚਲਾਉਂਦੇ ਹੋ, ਤੁਹਾਨੂੰ ਬਿਜ਼ਨਸ ਪਲਾਨ ਅੱਜ ਤੋਂ ਸਾਡੀ ਆਪਣੀ ਬਿਜ਼ਨਸ ਬੋਰਡ ਦੀ 10 ਸਾਲ ਦੀ ਪਲੈਨਿੰਗ ਸੀ ਤੇ ਸਰਕਾਰ ਨੂੰ ਅਸੀਂ ਦੱਸਿਆ ਜੀ ਵੀ ਅਸੀਂ 10 ਸਾਲਾਂ ਤੇ ਕਿੱਥੇ ਪਹੁੰਚਣਾ, ਤੇ ਤੁਹਾਨੂੰ 3 ਸਾਲ ਦਾ ਜਿਹੜਾ ਖਰਚੇ ਤੇ ਤੁਹਾਡੇ ਇਨਕਮ ਕਿੱਥੋਂ ਪੈਸੇ ਕੌਣ ਪਾਏਗਾ ਉਹਦਾ ਤੁਹਾਨੂੰ ਵੇਰਵਾ ਦੇਣਾ ਪੈਂਦਾ, ਕੱਲੀ ਸੋਰਸ ਦੇਣੀ ਪੈਂਦੀ ਆ ਵੀ ਕਿਹੜੇ ਸੋਰਸ, ਕਿਉਂਕਿ ਅਸੀਂ 5 ਹੀ ਪਰਿਵਾਰ ਇਸ ਵਾਸਤੇ ਕਮਿਟਡ ਸੀਗੇ। ਤਾਂ ਅਸੀਂ ਸਾਨੂੰ ਕਿਹਾ ਵੀ ਫੰਡਿੰਗ ਦਾ ਤੁਹਾਨੂੰ ਸ਼ੋਰਟ ਜੀ ਨਹੀਂ ਆਉਣ ਦਿਆਂਗੇ ਇਸ ਇੰਸਟੀਚਿਊਟ ਨੂੰ, ਉਹ ਅਸੀਂ ਜ਼ਰੂਰ ਗੁਰੂ ਪਾਤਸ਼ਾਹ ਆਪਣੇ ਵਾਸਤੇ ਫੰਡਿੰਗ ਕਰਵਾ ਲੇਗਾ, ਹੋਵੇਗੀ, ਲਾਜ਼ਮੀ ਹੋਵੇਗੀ। ਸੋ ਉਹ ਚੀਜ਼ਾਂ ਜਿਹੜੀਆਂ ਫਿਰ ਉਹ ਮੰਥ ਬਾਏ ਮੰਥ ਤੁਹਾਨੂੰ ਉਹਦਾ ਖਰਚਾ ਦੇਣਾ ਪੈਂਦਾ, ਮੰਥ ਬਾਏ ਮੰਥ ਤੁਹਾਨੂੰ ਦੇਣਾ ਪੈਂਦਾ ਵੀ ਕਿਸ ਲੈਵਲ ਤੇ ਚੱਲੇਗੀ, ਕਿਉਂਕਿ ਫਿਰ ਤੁਹਾਡੇ ਇੰਸ਼ੋਰਡ ਹੁੰਦੇ ਨੇ ਕਿ ਉਹ ਤੁਹਾਨੂੰ ਚਾਰਜ ਕਰਦੇ ਨੇ ਲਾਈਕ ਐਨੀਥਿੰਗ ਐਲਸ। ਕੋਈ ਵੀ ਇੰਸਟੀਚਿਊਟ ਹੈ ਉਹ ਤੁਹਾਡੀ ਪ੍ਰੋਪਰਲੀ ਇੰਸ਼ੋਰਡ ਹੋਣੀ ਚਾਹੀਦੀ ਹੈ। ਸੋ ਲੰਬਾ ਪ੍ਰੋਸੈਸ ਹੈ, 6-7 ਮਹੀਨੇ ਸਾਨੂੰ ਇਹ ਤੇ ਵਰਕ ਕਰਦਿਆਂ ਨੂੰ ਲੱਗ ਗਏ ਸੀ, ਪਾਲਿਸੀਜ਼ ਲਿਖਦੇ ਨੂੰ। ਇਹ ਰਾਤ ਦਿਨ ਦਾ ਕੰਮ ਰਿਹਾ ਜੀ, 24/7 ਵਾਲਾ ਮੈਂ ਕਹਿ ਸਕਦਾ, ਜੇ ਤੇ ਅਸੀਂ ਵਰਕ ਕੀਤਾ।
ਫਿਰ ਚੀਜ਼ ਤੇ ਉਹ ਤੋਂ ਜੇ ਤੋਂ ਬਾਅਦ ਸਾਨੂੰ ਅਪਰੂਵਲ ਮਿਲੀ ਨੂੰ ਹੁਣ ਤਾਂ ਤਕਰੀਬਨ 2 ਮਹੀਨੇ ਹੋ ਗਏ ਸਾਨੂੰ ਅਪਰੂਵਲ ਮਿਲੀ ਨੂੰ, ਪਰ ਅਸੀਂ ਇਹਨੂੰ ਹੋਲਡ ਬੈਕ ਹੀ ਕਰ ਰਹੇ ਸੀ ਪਬਲਿਕਲੀ ਲਾਂਚ ਕਰਨ ਤੋਂ, ਕਿਉਂਕਿ ਸਾਡੇ ਨਾਲ ਐਡਵਾਈਜ਼ਰੀ ਗਰੁੱਪ ਜਿਹੜਾ ਹੈ ਹਰ ਲੈਵਲ ਦੇ ਪ੍ਰੋਫੈਸ਼ਨਲਸ ਲੋਕ ਹੀ ਆਪਣੇ ਨਾਲ ਵਰਕ ਕਰਦੇ ਆ ਜੀ। ਬਿਲਕੁਲ ਸਭ ਤੋਂ ਅਹਿਮ ਗੱਲ ਗਿਆਨ ਸਿੰਘ ਜੀ, ਜਿਵੇਂ ਇਹ ਡਿਪਲੋਮਾ ਜਿਹੜੇ ਬਣਾਏ ਗਏ ਨੇ, ਤਿੰਨ ਡਿਪਲੋਮਾ ਸ਼ੁਰੂ ਕਰਨ ਜਾ ਰਹੇ ਹੋ, ਇਹ 3 ਡਿਪਲੋਮਾ ਬਾਰੇ ਸਾਨੂੰ ਦੱਸੋ ਕਿਹੜੇ ਕਿਹੜੇ ਨੇ ਤੇ ਕਿਵੇਂ ਕੰਮ ਕਰਨਗੇ, ਤੇ ਇਹਨਾਂ ਵਿੱਚ ਜਿਹੜੀ ਐਡਮਿਸ਼ਨ ਹੋਣੀ ਹੈ ਸਪੈਸ਼ਲੀ ਉਹਦੇ 'ਚ ਕੋਈ ਕਿਹੜੀਆਂ ਚੀਜ਼ਾਂ ਦਾ ਖਿਆਲ ਰੱਖਣਾ ਪਏਗਾ, ਲਾਈਕ ਕਿੱਦਾਂ ਦੇ ਲੋਕ ਹੋਣਗੇ ਜਿਹੜੇ ਐਡਮਿਸ਼ਨ ਲੈ ਸਕਦੇ, ਕਿ ਕੋਈ ਸਟੱਡੀ ਹੋਏਗੀ ਵੀ ਜਿਨ੍ਹਾਂ ਨੇ ਆਹ ਚੀਜ਼ ਕੀਤੀ ਹੈ, ਇੱਥੋਂ ਤੱਕ ਪੜ੍ਹੇ ਨੇ, ਉਹ ਇਸ ਦਾ ਹਿੱਸਾ ਬਣ ਸਕਦੇ ਨੇ, ਐਂਡ ਕੋਈ ਏਜ ਲਿਮਿਟ ਵੀ ਹੋਏਗੀ, ਸੋ ਇਹਦੇ ਬਾਰੇ ਵੀ ਥੋੜਾ ਜਿਹਾ ਪਲੀਜ਼ ਵਿਸਥਾਰ ਦੇ ਨਾਲ ਦੱਸੋ। ਪਹਿਲਾ ਡਿਪਲੋਮਾ ਹੈ ਜੀ ਸਿੱਖ ਸਟੱਡੀਜ਼ ਦਾ, ਹਾਂਜੀ, ਜਿਹੜਾ ਕਿ ਇੱਕ ਵਿਲੱਖਣਤਾ ਦਾ ਡਿਪਲੋਮਾ, ਕੋਈ ਯੂਨੀਵਰਸਿਟੀ ਵਿਦੇਸ਼ਾਂ ਦੇ ਵਿੱਚ ਨਹੀਂ ਜੇ ਪੜ੍ਹਾਉਂਦੀ, ਪੰਜਾਬ 'ਚ ਪੜ੍ਹਾਏ ਜਾਂਦੇ ਨੇ, ਪਰ ਅਸੀਂ ਉਹਦੇ ਨਾਲ ਥੋੜਾ ਜਿਹਾ ਹੋਰ ਕੰਟੈਂਟ, ਜਿਹੜੀ ਕੈਨੇਡੀਅਨ ਕੰਟੈਂਟਸ, ਉਹਦੇ ਵਿੱਚ ਪਹਿਲਾ ਕੋਰਸ ਹੋਏਗਾ, ਉਹ 7 ਕੋਰਸਿਸ ਦਾ ਡਿਪਲੋਮਾ ਹੈ। 7 ਦੇ ਵਿੱਚੋਂ 5 ਕੋਰਸ ਸਟੂਡੈਂਟ ਨੂੰ ਕੰਪਲੀਟ ਕਰਨੇ ਪੈਣਗੇ ਡਿਪਲੋਮਾ ਲੈਣ ਵਾਸਤੇ। ਜੇ ਕੋਈ ਇੱਕ ਕੋਰਸ ਕਰਦਾ ਉਹ ਡਿਪਲੋਮਾ ਨਹੀਂ ਲੈ ਸਕਦਾ, 4 ਕਰਦਾ ਨਹੀਂ ਲੈ ਸਕਦਾ, 5 ਪੂਰੇ ਕਰਨੇ ਪੈਣਗੇ। 5 ਕਿਉਂਕਿ ਯੂਨੀਵਰਸਿਟੀ ਦਾ ਲੈਵਲ ਜਿਹੜਾ ਹੈਗਾ ਉਹ ਉਸ ਲੈਵਲ ਤੇ 4 ਤੋਂ 5 ਕੋਰਸ ਦਾ ਰੱਖਿਆ ਹੋਇਆ, ਅਸੀਂ 5 ਦਾ ਕੀਤਾ। ਕਈ ਯੂਨੀਵਰਸਿਟੀਆਂ ਛੋਟੇ ਡਿਪਲੋਮੇ ਦੇ ਦਿੰਦੀਆਂ ਨੇ, ਉਹ 4 ਤੇ ਵੀ ਦੇ ਦਿੰਦੀਆਂ ਨੇ, ਸੋ ਅਸੀਂ 5 ਤੇ ਰੱਖਿਆ। ਸੋ ਪਹਿਲਾ ਕੋਰਸ ਹੈ ਇੰਟਰੋਡਕਸ਼ਨ ਟੂ ਸਿੱਖੀ, ਜਿਹਦੇ ਵਿੱਚ ਸਿੱਖ ਇਤਿਹਾਸ ਤੇ ਸਿੱਖੀ ਦੇ ਧਰਮ ਬਾਰੇ, ਪਿਛੋਕੜ ਬਾਰੇ ਦੱਸਿਆ ਜਾਏਗਾ। ਦੂਸਰੇ 4 ਕੋਰਸਿਸ ਨੇ, ਉਹਦੇ ਵਿੱਚ ਪੰਜਾਬੀ ਦੇ ਆਉਂਦੇ ਜੀ, ਜਿਹੜੇ ਪੰਜਾਬੀ ਦੇ ਇੰਟਰੋਡਕਸ਼ਨ ਟੂ ਪੰਜਾਬੀ, ਉਹ ਜਿਹੜਾ ਕੋਰਸ ਆਪਣਾ ਸਿੱਖੀ ਵਾਲਾ ਹੈਗਾ, ਉਹ ਕੋਈ ਵੀ ਕੋਰਸ ਜੁਆਇਨ ਕਰ ਸਕਦਾ, ਪਰ ਉਹਨਾਂ ਦਾ ਟੈਸਟ ਹੋਏਗਾ, ਕਿਉਂਕਿ ਉਹ ਭਾਸ਼ਾ ਜਿਹੜੀ ਅਸੀਂ ਅੰਗਰੇਜ਼ੀ ਤੇ ਪੰਜਾਬੀ ਉੱਥੇ ਯੂਜ਼ ਕਰਦੇ ਹਾਂ ਜਿੱਥੇ ਪੰਜਾਬੀ ਦੀ ਲੋੜ ਪੈਂਦੀ ਹੈ। ਬਿਲਕੁਲ, ਹਾਂਜੀ, ਕਿਉਂਕਿ ਗ੍ਰੇਡ 12 ਅਸੀਂ ਸੋਚਦੇ ਹਾਂ ਪ੍ਰੀ ਰੈਕੁਇਜ਼ਿਟ ਹੋਵੇਗੀ ਉਹਦੀ ਮਿਨੀਮਮ ਜੁਆਇਨ ਕਰਨ ਵਾਸਤੇ, ਉਸ ਲਈ। ਪਰ ਜੇ ਕੋਈ ਉੱਦਾਂ ਵੀ ਆਉਣਾ ਚਾਹੁੰਦਾ ਹੈ ਇੰਟਰੋਡਕਸ਼ਨ ਦੇ ਵਿੱਚ, ਆ ਸਕਦਾ, ਸਾਨੂੰ ਇਤਰਾਜ਼ ਨਹੀਂ, ਐਜ਼ ਲੌਂਗ ਐਜ਼ ਉਹ ਕੰਪੀਟੈਂਸੀ ਆਪਣੀ ਜ਼ਾਹਰ ਕਰ ਦੇਵੇ। ਓਕੇ ਜੀ, ਹਾਂਜੀ। ਪੰਜਾਬੀ ਦੇ ਜਿਹੜੇ 4 ਕੋਰਸਿਸ ਨੇ, ਇੰਟਰੋਡਕਸ਼ਨ ਟੂ ਪੰਜਾਬੀ ਜਿਹੜਾ ਬੇਸਿਕ ਹੈਗਾ, ਉਹਦੇ ਵਿੱਚ ਕੋਈ ਵੀ ਉਹ ਕੋਰਸ ਲੈ ਸਕਦਾ, ਪਰ ਜਿਹੜਾ ਨੈਕਸਟ ਕੋਰਸ ਆ ਜਾਂਦਾ ਸਾਡਾ, ਜਿਹੜਾ ਉਹ ਹੈਗਾ ਆਪਣੇ ਬੱਚੀਆਂ ਕੈਨੇਡਾ ਦੇ ਵਿੱਚ ਜਿਹੜੇ ਜੰਮ ਵਾਲਿਆ ਇੱਥੋਂ ਦੇ, ਉਹ ਬੋਲ ਲੈਂਦੇ ਨੇ ਪਰ ਲਿਖਣਾ ਪੜ੍ਹਨਾ ਨਹੀਂ ਜਾਣਦੇ। ਸੋ ਅਸੀਂ ਪੰਜਾਬੀ ਰੀਡਿੰਗ ਐਂਡ ਰਾਈਟਿੰਗ ਦਾ ਇੱਕ ਨਵਾਂ ਹੀ ਪ੍ਰੋਗਰਾਮ ਤਿਆਰ ਕੀਤਾ ਹੋਇਆ ਸਾਡੇ ਪ੍ਰੋਫੈਸਰਾਂ ਨੇ, ਉਹ ਉਹਨਾਂ ਬੱਚਿਆਂ ਵਾਸਤੇ ਆ। ਸੋ ਲਾਜ਼ਮੀ ਗੱਲ ਹੈ ਕਿ ਉਹਨਾਂ ਦਾ ਭਾਸ਼ਾ ਦੀ ਅੰਗਰੇਜ਼ੀ ਭਾਸ਼ਾ ਆਉਂਦੀ ਹੋਵੇਗੀ, ਸੋ ਅਸੀਂ ਉੱਤੇ ਵੀ ਟੈਸਟ ਕਰਦੇ ਹਾਂ ਉਹਨਾਂ ਨੂੰ ਵੀ ਤੁਹਾਡੀ ਐਬਿਲਿਟੀ ਹੈ ਉਸ ਚੀਜ਼ ਦੀ ਅੰਡਰਸਟੈਂਡ ਕਰਨ ਦੀ, ਕਿਉਂਕਿ ਤੁਹਾਨੂੰ ਡਿਪਲੋਮਾ ਜਿਹੜਾ ਹੈਗਾ ਉਹ 2 ਸਾਲ ਦਾ ਡਿਪਲੋਮਾ ਮਿਡ ਹਾਫਵੇ ਤੁਹਾਡੀ ਡਿਗਰੀਜ਼ ਦਾ ਡਿਪਲੋਮੇ ਨੇ, ਹਾਫਵੇ ਮਿਲਣ ਵਾਲੇ। ਸੋ ਉਹਦੇ ਤੇ ਜਿਹੜੀ ਉਹ ਕੋਰਸ ਤੇ ਵੀ ਇਹ ਰਿਕੁਆਇਰਮੈਂਟ ਹੋਵੇਗੀ ਉਹਨਾਂ ਦੀ। ਤੀਸਰਾ ਹੈਗਾ ਜੀ ਸਾਡੀ ਜਿਹੜਾ ਪੰਜਾਬੀ ਦਾ ਜਿਹੜਾ ਹੈਗਾ ਮਿਡਲ ਪੰਜਾਬੀ ਲੈਵਲ ਦਾ ਜਿਹੜਾ ਹੈਗਾ, ਉਹਦੇ ਤੇ ਫਿਰ ਤੁਹਾਡਾ ਪਹਿਲਾ ਕੋਰਸ ਕੰਪਲੀਟ ਹੋਵੇ, ਉਹਨਾਂ ਦੋਨਾਂ ਚੋਂ ਇੱਕ ਹੋਣਾ ਲਾਜ਼ਮੀ ਹੈ ਉੱਥੇ ਪਹੁੰਚਣ ਵਾਸਤੇ। ਤੇ ਜਿਹੜਾ ਐਡਵਾਂਸਡ ਪੰਜਾਬੀ ਦਾ ਪ੍ਰੋਗਰਾਮ ਹੈ, ਉਹਦੇ ਵਿੱਚ ਪਹਿਲੇ 3 ਦੇ ਵਿੱਚੋਂ 2 ਹੋਣੇ ਲਾਜ਼ਮੀ ਹੈ ਜੀ। ਤੁਸੀਂ ਜੋ ਕੰਪਲੀਟ ਕਰੋਗੇ ਤਦੇ ਤੁਸੀਂ ਐਡਵਾਂਸ ਲੈ ਸਕੋਗੇ। ਜਿਹੜਾ ਪੰਜਾਬੀ ਦਾ ਕੋਰਸ ਐਡਵਾਂਸਡ ਕਰੇਗਾ ਸਾਡਾ, ਉਹ ਇੱਕ ਅਖਬਾਰ ਪੰਜਾਬੀ ਦੀ ਲੈ ਕੇ ਤੇ ਇਹ ਈਜ਼ੀਲੀ ਪੜ੍ਹ ਸਕੇਗਾ, ਈਜ਼ੀਲੀ ਟਰਾਂਸਲੇਟ ਕਰ ਸਕੇਗਾ ਅੰਗਰੇਜ਼ੀ ਦੇ ਵਿੱਚ, ਔਰ ਬੈਕ ਐਂਡ ਫੋਰਥ ਅੰਗਰੇਜ਼ੀ ਤੋਂ ਪੰਜਾਬੀ ਦੇ ਵਿੱਚ ਟਰਾਂਸਲੇਸ਼ਨ ਕਰਨ ਦੀ ਕਾਬਲੀਅਤ ਰੱਖੇਗਾ। ਸੋ ਉਹਦੇ ਵਿੱਚ ਪ੍ਰੋਪਰ ਗ੍ਰਾਮਰ ਦਾ ਧਿਆਨ ਰੱਖਿਆ ਜਾਂਦਾ, ਸਭ ਕੁਝ ਕੀਤਾ ਜਾਂਦਾ। ਅੱਜ ਮੈਂ ਉਹਦਾ ਜਿਹੜਾ ਅਗਲਾ ਕੋਰਸ ਹੈ ਜੀ, ਉਹ ਹੈਗਾ ਆਪਣੇ ਸਿੱਖ ਰਿਲੀਜਨ ਤੇ ਕ੍ਰਿਟੀਕਲਿਟੀਜ਼ ਆਫ ਰਿਲੀਜਨਸ ਐਕਚੁਅਲੀ ਕੰਪੈਰੇਟਿਵ ਐਨਾਲਿਸਿਸ ਨੇ, ਜਿਹੜੇ ਪ੍ਰੋਫੈਸਰ ਗਰੇਵਾਲ ਯੂਨੀਵਰਸਿਟੀ ਆਫ ਕੈਲਗਰੀ ਦੇ ਵਿੱਚ ਪੜ੍ਹਾਉਂਦੇ ਨੇ, ਉਹ ਉਹਨਾਂ ਨੇ ਤਿਆਰ ਕੀਤਾ ਹੋਇਆ, ਉਹ ਪੜ੍ਹਾਉਣਗੇ। ਉਹਦੇ ਵਿੱਚ ਵੀ ਅਸੀਂ ਕੰਪੈਰੇਟਿਵ ਐਨਾਲਿਸਿਸ ਧਰਮਾਂ ਦੇ ਹੋਣਗੇ। ਫਿਰ ਇੱਕ ਜਿਹੜਾ ਕੋਰਸ ਬਿਲਕੁਲ ਹੀ ਨਵਾਂ ਤਿਆਰ ਕੀਤਾ ਸੀ, ਡਾਕਟਰ ਰੀਟਾ ਕੌਰ ਨੇ ਤਿਆਰ ਕੀਤਾ ਹੈਗਾ, ਉਹ ਯੂਨੀਵਰਸਿਟੀ ਆਫ ਵਿਕਟੋਰੀਆ 'ਚ ਪੜ੍ਹਾਉਂਦੇ ਨੇ ਪਿਛਲੇ ਤਕਰੀਬਨ 12 ਸਾਲ ਤੋਂ ਪ੍ਰੋਫੈਸਰ ਨੇ ਉੱਥੇ। ਸੋ ਉਹਨਾਂ ਨੇ ਤਿਆਰ ਕੀਤਾ ਸੀ ਉਹ ਸਿੱਖ ਐਥੋਸ ਦਾ, ਸਿੱਖ ਐਥੋਸ ਤੇ ਸੋਸ਼ਲ ਜਸਟਿਸ ਦਾ, ਕਿਉਂਕਿ ਅਸੀਂ ਕਈ ਵਾਰੀ ਸਿੱਖੀ ਨੂੰ ਇੱਕ ਪੱਖ ਤੋਂ ਹੀ ਦੇਖਦੇ ਹਾਂ। ਬਿਲਕੁਲ, ਜਿਹੜਾ ਇਹਨੂੰ ਜਦ ਤੁਸੀਂ ਗਹਿਰਾਈ ਦੇ ਪਿਛੋਕੜ ਵਿੱਚ ਜਾਓਗੇ ਨਾ, ਤੇ ਸਾਡਾ ਸੋਸ਼ਲ ਜਸਟਿਸ ਗੁਰੂ ਨਾਨਕ ਸਾਹਿਬ ਦੀ ਫਿਲਾਸਫੀ ਨੂੰ ਲੈ ਕੇ ਦਿਓਗੇ, ਇੱਕ ਬਹੁਤ ਹੀ ਵਿਲੱਖਣਤਾ। ਹੈਰਾਨੀ ਦੀ ਗੱਲ ਇਹ ਸੀ ਜਦ ਅਸੀਂ ਯੂਨੀਵਰਸਿਟੀ ਵਿਕਟੋਰੀਆ ਦੇ ਨਾਲ ਮੀਟ ਕਰ ਰਹੇ ਸੀ ਡਿਸਕਸ਼ਨ ਵਾਸਤੇ, ਕਿਉਂਕਿ ਅਸੀਂ ਚਾਹੁੰਦੇ ਇਹ ਕੋਰਸ ਸਾਡੇ ਰੈਕਗਨਾਈਜ਼ ਵੱਖਰੀਆਂ ਯੂਨੀਵਰਸਿਟੀਆਂ ਦੇ ਵਿੱਚ ਹੋਣ। ਉਹਨਾਂ ਨੇ ਸਵਾਲ ਜਦ ਕੀਤਾ ਸੀ ਵੀ ਕਿਹੜੇ ਕੋਰਸ, ਤੇ ਉਹ ਰੀਟਾ ਕੌਰ ਉਸ ਮੀਟਿੰਗ ਦੇ ਵਿੱਚ ਹੀ ਸ਼ਾਮਲ ਸਨ। ਉਹ ਕਹਿੰਦੀ ਵੀ ਇੱਕ ਕੋਰਸ ਮੈਂ ਆਪੋਂ ਉਹਨਾਂ ਦਾ ਸਵਾਲ ਸੀ ਵੀ ਤੁਹਾਡੇ ਪ੍ਰੋਫੈਸਰ ਜਿਹੜੇ ਆ ਉਹ ਸਾਡੇ ਪ੍ਰੋਫੈਸਰਾਂ ਦੇ ਬਰਾਬਰ ਦੇ ਹੈਗੇ ਆ। ਉਹ ਕਹਿੰਦੇ ਮੈਂ ਹੈਗੀ ਆ ਕਿ ਮੈਂ ਤੁਹਾਡੇ ਟੀਚ ਕਰਦੀ ਆ, ਜੇ ਮੈਂ ਟੀਚ ਕਰਦੀ, ਮੈਂ ਕੋਰਸ ਤਿਆਰ ਕੀਤਾ GNI ਲਈ, ਅਸੀਂ ਸ਼ਾਰਟ ਫਾਰਮ ਗੁਰੂ ਨਾਨਕ ਇੰਸਟੀਚਿਊਟ ਨੂੰ GNI ਵਰਤਦੇ ਆ, ਤੇ GNI ਲਈ ਜੇ ਮੈਂ ਕੋਰਸ ਤਿਆਰ ਕੀਤਾ, ਮੈਂ GNI ਲਈ ਹੀ ਟੀਚ ਕਰਨਾ, ਉਹ ਤੁਹਾਡੇ ਲਈ ਟੀਚ ਨਹੀਂ ਕਰਨਾ ਮੈਂ ਉਹ ਕੋਰਸ। ਸੋ ਇਸ ਕਰਕੇ ਉਹ ਡਿਪਲੋਮਾ ਜੀ ਇਸ ਪੱਖ ਤੋਂ ਹੋਏਗਾ। ਫਿਰ ਜਿਹੜੇ ਪੰਜਾਬੀ ਸਰਟੀਫਿਕੇਟ ਰੱਖਿਆ ਜੀ ਅਸੀਂ, ਇੱਥੇ ਰਿਕੁਆਇਰਮੈਂਟ ਹੈ ਆਪਣੇ ਦੇਸ਼ ਦੇ ਅੰਦਰ ਕਿਸੇ ਸਰਟੀਫਿਕੇਟ ਨੂੰ ਲੈਣ ਵਾਸਤੇ, ਉਹਦੇ ਘੱਟ ਤੋਂ ਘੱਟ 3 ਕੋਰਸਿਸ ਕੀਤੇ
ਕੀਤੇ ਜਾਣ। ਹਾਂਜੀ, ਠੀਕ ਹੈ ਜੀ, ਇੱਕ ਕੋਰਸ ਦੇ ਨਾਲ ਗੱਲ ਨਹੀਂ ਬਣਦੀ। ਅਸੀਂ ਉੱਦਾਂ ਤਾਂ ਕਹਿ ਦੇਵਾਂ ਕਿ ਉਹਨਾਂ ਨੇ ਇੱਕ ਕੋਰਸ ਕੰਪਲੀਟ ਕੀਤਾ ਹੈ ਜੇ ਕੋਈ ਇੱਕ ਕੋਰਸ ਲੈਂਦਾ ਜੇ, ਪਰ ਅਸੀਂ ਅਫੀਸ਼ੀਅਲ ਸਰਟੀਫਿਕੇਟ ਨਹੀਂ ਉਹਨਾਂ ਨੂੰ ਦੇ ਸਕਾਂਗੇ। ਸੋ ਉਹਦੇ ਵਿੱਚ 4 ਕੋਰਸਿਸ ਨੇ ਪੰਜਾਬੀ ਵਾਲੇ, ਜਿਹੜੇ ਆਪਣੇ ਸਿੱਖੀ ਡਿਪਲੋਮਾ ਵਿੱਚ ਵੀ ਆਉਂਦੇ ਨੇ, ਪਰ ਉਹ ਵੱਖਰੇ ਵੀ ਅਸੀਂ ਰੱਖੇ ਹੋਏ ਨੇ। ਵੀ ਇਕੱਲਾ ਸਰਟੀਫਿਕੇਟ ਦਾ ਪ੍ਰੋਗਰਾਮ ਕਰਨਾ ਕੋਈ ਚਾਹੁੰਦਾ, 4 ਦੇ ਵਿੱਚੋਂ 3 ਕੰਪਲੀਟ ਕਰਨੇ ਪੈਣਗੇ ਉਹਨਾਂ ਨੂੰ ਲੈਣ ਵਾਸਤੇ। ਸੋ ਜਿਹੜਾ ਤੀਸਰਾ ਡਿਪਲੋਮਾ ਸਾਡਾ ਹੈ ਗੁਰਮਤਿ ਸੰਗੀਤ ਦਾ, ਅਸੀਂ ਨਾ ਉਹਨੂੰ ਗੁਰਮਤਿ ਮਿਊਜ਼ਿਕ ਦਿੱਤਾ ਜੇ, ਇਹਨਾਂ ਦੇਸ਼ਾਂ 'ਚ ਹੋਣ ਕਰਕੇ ਉਹ ਡਾਕਟਰ ਗੁਰਨਾਮ ਸਿੰਘ ਜੀ ਨੇ ਤਿਆਰ ਕਰਵਾਏ ਨੇ ਸਾਰੇ। ਉਹਨਾਂ ਦੇ ਵਿੱਚ 6 ਕੋਰਸਿਸ ਨੇ। 6 ਦੇ ਵਿੱਚ ਤੁਹਾਨੂੰ ਇੰਸਟਰੂਮੈਂਟਸ ਆਪਣੇ ਸਾਰੇ ਤਬਲਾ ਤੇ ਬਾਜਾ ਜਾਂ ਈਵਨ ਦੂਸਰੇ ਵਜਾਣੇ ਸਾਜ਼ ਆਉਣੇ ਚਾਹੀਦੇ ਨੇ। ਸੋ ਉਹਨਾਂ ਦੇ ਆਧਾਰ ਦੇ ਉੱਤੇ ਉਹ ਕਾਫੀ ਲੰਬਾ ਚੌੜਾ ਜੀ ਪ੍ਰੋਗਰਾਮ ਸੀ। ਇਕੱਲੇ ਉਹਦੀ ਰਿਕੁਆਇਰਮੈਂਟ ਵੀ ਆ, ਪਹਿਲੇ ਦੇ ਵਿੱਚ ਇੰਟਰੋਡਕਸ਼ਨ ਦੇ ਵਿੱਚ ਤਾਂ ਕੋਈ ਵੀ ਲੈ ਸਕੇਗਾ, ਪਰ ਫਿਰ ਵੀ ਉਹਦਾ ਟੈਸਟ ਪੰਜਾਬੀ ਦਾ ਹੋਏਗਾ ਲਾਜ਼ਮੀ। ਇੱਦਾਂ ਜੇ ਪੰਜਾਬੀ ਦੇ ਵਿੱਚ ਕਾਬਲ ਹੈਗਾ, ਪੜ੍ਹ ਸਕਦਾ ਤੇ ਕੀਰਤਨ ਕਰਨ ਦੀ ਸਮਰੱਥਾ ਰੱਖਦਾ ਤੇ ਤਦ ਹੀ ਉਹਨੂੰ ਲਿਆ ਜਾਵੇਗਾ, ਨਹੀਂ ਤੇ ਨਹੀਂ ਲਿਆ ਜਾਵੇਗਾ। ਕਿਉਂਕਿ ਅਸੀਂ ਇਹ ਨਹੀਂ, ਉੱਪਰਲੀ ਏਜ ਦਾ ਕੋਈ ਨਹੀਂ ਹੈਗਾ, ਅਸੀਂ ਬੱਚੇ ਛੋਟੇ ਨਹੀਂ ਲਵਾਂਗੇ। ਅੱਛਾ ਜੀ, ਹਾਂ, ਕਿਉਂਕਿ ਛੋਟੇ ਬੱਚਿਆਂ ਵਾਸਤੇ ਨਹੀਂ ਹੈਗਾ, ਇਹ ਯੂਨੀਵਰਸਿਟੀ ਲੈਵਲ ਦੇ ਪ੍ਰੋਗਰਾਮ ਨੇ ਤੇ ਯੂਨੀਵਰਸਿਟੀ ਲੈਵਲ ਦੇ ਉੱਤੇ ਸਾਡੀ ਰਿਕੁਆਇਰਮੈਂਟ ਮਿਨੀਮਮ ਹੋਵੇਗੀ ਤੁਸੀਂ ਗ੍ਰੇਡ 12 ਕੀਤੀ ਹੋਈ ਹੋਵੇ। ਹਾਂ, ਉਹ ਤੋਂ ਬਾਅਦ ਲਾਓਗੇ ਤਾਂ ਤੁਹਾਡੇ ਵਾਸਤੇ ਸਹਾਈ ਹੋਣਗੇ, ਕਿਉਂਕਿ ਇਹਨਾਂ ਕੋਰਸਿਸ ਨੂੰ ਅਸੀਂ ਵੱਖਰੀਆਂ ਯੂਨੀਵਰਸਿਟੀਆਂ ਦੇ ਕੋਲੋਂ ਕ੍ਰੈਡਿਟਸ ਲੈ ਕੇ ਦੇਣਾ ਚਾਹੁੰਦੇ ਹਾਂ। ਤੁਸੀਂ ਜਦ ਕ੍ਰੈਡਿਟਸ ਲਈ ਅਪਲਾਈ ਕਰਦਾ ਕੋਈ ਬੱਚਾ, ਵੀ ਮੈਂ ਗ੍ਰੇਡ 12 ਕਰਕੇ 2 ਸਾਲ ਦਾ ਡਿਪਲੋਮਾ ਮੈਂ GNI ਦੇ ਕੋਲੋਂ ਕੀਤਾ, ਉਹਨੂੰ 2 ਸਾਲ ਦੀ ਐਡਵਾਂਸ ਰੈਕਗਨੀਸ਼ਨ ਮਿਲਣੀ ਚਾਹੀਦੀ ਹੈ। ਆਪਣੀਆਂ ਯੂਨੀਵਰਸਿਟੀਆਂ ਕੈਨੇਡਾ ਦੇ ਵਿੱਚ ਜਾਂ ਨਾਰਥ ਅਮਰੀਕਾ ਜਿੱਥੇ ਵੀ ਜਾਓ, ਸਾਡੇ ਕੋਲ 3 ਕ੍ਰੈਡਿਟਸ ਦੇ ਇੱਕ ਕੋਰਸ 3 ਕ੍ਰੈਡਿਟਸ ਦਿੰਦਾ। ਹੁਣ ਪਤਾ ਕੀ ਹੋ ਰਿਹਾ ਇਸ ਵੇਲੇ ਆਪਣੀ ਇਸ ਦੇਸ਼ ਦੇ ਅੰਦਰ ਹੀ, ਪੰਜਾਬੀ ਪੜ੍ਹਾਈ ਜਾਂਦੀ ਆ UBC ਦੇ ਵਿੱਚ, ਪੰਜਾਬੀ ਪੜ੍ਹਾਈ ਜਾਂਦੀ ਆ, ਇੱਕ ਕੋਰਸ ਕਰਾਇਆ ਜਾਂਦਾ ਸਾਈਮਨ ਫਰੇਜ਼ਰ ਯੂਨੀਵਰਸਿਟੀ ਦੇ ਵਿੱਚ, ਤੇ ਪੰਜਾਬੀ ਦਾ ਕੋਰਸ KPU ਦੇ ਵਿੱਚ ਵੀ ਕਰਾਇਆ ਜਾਂਦਾ ਤੇ ਆਪਣੇ ਫਰੇਜ਼ਰ ਵੈਲੀ ਯੂਨੀਵਰਸਿਟੀ ਵਿੱਚ ਵੀ ਕਰਾਏ ਜਾਂਦੇ ਨੇ। ਠੀਕ ਆ, ਵੱਖਰੇ ਲੈਵਲ ਤੇ ਪੜ੍ਹਾਉਂਦੇ ਨੇ, ਮੁਬਾਰਕਾਂ ਉਹਨਾਂ ਨੂੰ ਜੀ ਸਦਕੇ ਪੜ੍ਹਾਉਣ। ਪਰ ਜਿਹੜਾ ਸਾਡੇ ਕੋਰਸਿਸ ਹੈ ਮੱਚ ਬੈਟਰ ਤੇ ਐਡਵਾਂਸਡ ਹੋਣਗੇ। ਸੈਕੰਡ ਈਅਰ ਦੇ ਕੋਰਸ UBC ਪੜ੍ਹਾਉਂਦੀ ਆ, ਪਰ ਕ੍ਰੈਡਿਟ ਸਿਰਫ ਫਸਟ ਈਅਰ ਦਾ ਦਿੰਦੀ। ਉਹਨੂੰ ਤਿੰਨੇ ਹੀ ਕ੍ਰੈਡਿਟ ਦਿੰਦੇ ਨੇ ਉਹਨਾਂ ਨੂੰ। ਸੇਮ ਸਾਈਮਨ ਫਰੇਜ਼ਰ ਯੂਨੀਵਰਸਿਟੀ ਕਰਦੀ ਆ। ਅਸੀਂ ਹੁਣ ਜਦ ਸਾਈਮਨ ਫਰੇਜ਼ਰ ਯੂਨੀਵਰਸਿਟੀ ਨੂੰ ਮੀਟ ਕਰਦੇ, ਪੁੱਛਦੇ ਹਾਂ ਵੀ 3 ਕ੍ਰੈਡਿਟ ਕਿਉਂ ਦਿੱਤੇ ਜਾਂਦੇ, ਬਾਕੀ ਧਰਮਾਂ ਨੂੰ ਬੋਲੀਆਂ ਨੂੰ 6 ਕ੍ਰੈਡਿਟ ਦੇ ਦਿੰਦੇ ਜੇ ਅਗਲਾ 2 ਕੋਰਸਿਸ ਕਰਦਾ। ਸਾਡੀ ਪੰਜਾਬੀ ਨੂੰ ਕਿਉਂਕਿ ਮੈਂ ਸਮਝਦਾ ਕਿ ਉਹਦਾ ਲੈਵਲ ਉਸ ਲੈਵਲ ਤੇ ਲਿਜਾ ਨਹੀਂ ਸਕੇ। ਠੀਕ ਹੈ ਜੀ। ਸੋ ਅਸੀਂ ਉਹ ਜਿਹੜੇ ਕੋਰਸ ਅਸੀਂ 3 ਜੇ ਕਰਵਾਵਾਂਗੇ ਤਾਂ ਅਸੀਂ ਚਾਹੁੰਦੇ ਵੀ 9 ਕ੍ਰੈਡਿਟ ਮਿਲਣ ਜੀ ਤਿੰਨਾਂ ਦੇ, ਨਾ ਕਿ 3 ਜਾਂ 6। ਜੇ 3 ਕੋਰਸ ਸਾਡੇ ਕੀਤੇ ਆ ਤੇ 9 ਕ੍ਰੈਡਿਟ ਮਿਲਣੇ ਚਾਹੀਦੇ ਨੇ ਜੀ। ਬਿਲਕੁਲ। ਆਪਾਂ ਇੱਕ ਕਾਲਰ ਦੀ ਕਾਲ ਵੀ ਅਟੈਂਡ ਕਰਦੇ ਹਾਂ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਹਾਂਜੀ, ਮੈਂ ਤੁਹਾਡਾ ਪ੍ਰੋਗਰਾਮ ਦੇਖ ਰਹੀ ਹਾਂ ਜੀ। ਅੰਕਲ ਜੀ ਉਹਨਾਂ ਨੂੰ ਮੇਰੀ ਬੇਨਤੀ ਆ ਵੀ ਉਹ ਜਿਹੜਾ ਬਹੁਤ ਸੋਹਣਾ ਪ੍ਰੋਗਰਾਮ ਦੇ ਰਹੇ ਆ, ਉਹ ਇੰਨਾ ਤੁਹਾਨੂੰ ਪੁੱਛ ਸਕਦੇ ਆ ਵੀ ਜਿਹੜੀ ਤੁਸੀਂ ਪੰਜਾਂ ਪਿਆਰਿਆਂ ਦੀ ਫੋਟੋ ਸਿਰ ਭਰ ਦਿੰਦੇ ਆ, ਗੋਰਾ ਕੀਮਤ ਵਾਲੇ ਉਹ ਕੋਈ ਦਿੰਦੇ ਆ। ਸਵਾਲ ਕਲੈਰੀਫਾਈ ਕਰਿਓ ਜੀ ਇੱਕ ਵਾਰੀ ਕਿ ਪੰਜਾਂ ਪਿਆਰਿਆਂ ਦੀ ਓਕੇ, ਨਹੀਂ ਐਕਚੁਅਲੀ ਦੇ ਵਿੱਚ ਓਕੇ, ਇਸ ਫੋਟੋ ਨੂੰ ਲੈ ਕੇ ਪਹਿਲਾਂ ਵੀ ਬਹੁਤ ਵਾਰੀ ਗੱਲ ਹੋ ਚੁੱਕੀ ਹੈ। ਐਕਚੁਅਲੀ ਦੇ ਵਿੱਚ ਐਨੀਮੇਟਿਡ ਦੇ ਵਿੱਚ ਜਿੱਦਾਂ ਗ੍ਰਾਫਿਕਸ ਹੁੰਦੇ ਆ, ਉਹਨਾਂ 'ਚ ਕੋਈ ਫੋਟੋ ਲੱਗ ਰਹੀ ਹੈ। ਇਹਨਾਂ ਦਾ ਸਵਾਲ ਇਸ ਸ਼ੋਅ ਦੇ ਰਿਗਾਰਡਿੰਗ ਨਹੀਂ ਸੀਗਾ, ਇਹਨਾਂ ਦਾ ਟੌਪਿਕ ਐਕਚੁਅਲੀ ਕੁਝ ਹੋਰ ਸੀਗਾ। ਐਨੀਵੇ, ਜਦੋਂ ਵਿਦਿਆਰਥੀਆਂ ਦੀ ਸਟੂਡੈਂਟਸ ਦੀ ਗੱਲ ਆਉਂਦੀ ਹੈ ਗਿਆਨ ਜੀ, ਜਦੋਂ ਤੁਸੀਂ ਇਹ 3 ਜਿਹੜੇ ਚੁਣੇ ਗਏ ਪ੍ਰੋਗਰਾਮ ਨੇ, ਇਹਨਾਂ 3 ਪ੍ਰੋਗਰਾਮਾਂ ਦੇ ਵਿੱਚ ਖਾਸ ਤੌਰ ਦੇ ਉੱਤੇ ਇਹਨਾਂ ਨੂੰ ਹੀ ਕਿਉਂ ਤੁਸੀਂ ਮਤਲਬ ਅਹਿਮ ਰੱਖਿਆ? ਇਹੀ ਚੁਣਨ ਦੀ ਜਿਹੜੀ ਹੈ ਕਿ ਤੁਹਾਨੂੰ ਇਹਨਾਂ ਦੀ ਡਿਮਾਂਡ ਮਹਿਸੂਸ ਹੋ ਰਹੀ ਸੀ, ਤੁਹਾਨੂੰ ਲੱਗ ਰਿਹਾ ਸੀ ਵੀ ਇਹਨਾਂ ਦੀ ਇਸ ਵੇਲੇ ਬਹੁਤ ਲੋੜ ਹੈ, ਇਹ 3 ਹੀ ਕਿਉਂ ਚੁਣੇ ਗਏ? ਸਪੈਸੀਫਿਕ ਹੋਰ ਵੀ ਬਹੁਤ ਸਾਰੀਆਂ ਚੀਜ਼ਾਂ ਨੇ ਜਿਹੜੀਆਂ ਕਿ ਚੁਣੀਆਂ ਜਾ ਸਕਦੀਆਂ ਸੀ। ਇਹ 2 ਪਹਿਲੂ ਹੈ ਜੀ। ਪਹਿਲੀ ਗੱਲ ਤਾਂ ਕਿਉਂਕਿ ਇੰਸਟੀਚਿਊਟ ਦਾ ਨਾਮ ਗੁਰੂ ਨਾਨਕ ਇੰਸਟੀਚਿਊਟ ਹੈ ਜੀ, ਤੇ ਅਸੀਂ ਉਸ ਚੀਜ਼ ਨੂੰ ਪਹਿਲ ਕਦਮੀ ਦੇਣਾ ਚਾਹੁੰਦੇ ਸਾਂ। ਕੋਰਸ ਸਾਡੇ ਕੋਲ ਹੋਰ ਵੀ ਤਿਆਰ ਨੇ, ਪਰ ਅਸੀਂ ਸ਼ੁਰੂਆਤ ਹੀ ਇੱਥੋਂ ਕਰਨਾ ਚਾਹੁੰਦੇ ਸੀ। ਪਹਿਲੀ ਹੈ। ਦੂਸਰੀ, ਅਸੀਂ ਜਦ ਟੈਸਟ ਕਰ ਰਹੇ ਸੀ ਮਾਰਕੀਟ ਨੂੰ, ਹਾਫ ਐਨ ਆਵਰ ਦੇ ਵਿੱਚ ਸਾਡੇ ਕੋਲ 30 ਸਟੂਡੈਂਟ ਜੁਆਇਨ ਕਰ ਗਏ। ਅੱਛਾ ਜੀ। ਦੋਨਾਂ ਦੀ ਕਾਲਾਂ ਆਉਣੀਆਂ ਸ਼ੁਰੂ ਹੋ ਗਈਆਂ ਮਾਰਕੀਟ ਟੈਸਟਿੰਗ ਦੇ ਟਾਈਮ ਦੇ ਉੱਤੇ, ਤੇ ਪੰਜਾਬੀ ਵਾਲੇ ਕੋਰਸਿਸ ਕਦ ਕਰਨੇ ਨੇ। ਹੁਣ ਵੀ ਪਰਸੋਂ ਵਜੇ ਆਪਾਂ ਲਾਂਚ ਕੀਤਾ ਜੀ। 2 ਦਿਨ ਦੇ ਅੰਦਰ ਸਾਨੂੰ ਮੇਰਾ ਖਿਆਲ ਹੈ ਵੀ ਮੈਂ ਹੁਣ ਗਿਣਤੀ ਦਾ ਨਹੀਂ ਕਰ ਸਕਦਾ, ਮੇਰਾ ਸਟਾਫ ਕਰ ਸਕੇਗਾ, ਤੇ ਸਾਨੂੰ ਮੋਟੇ ਤੌਰ ਦੇ ਉੱਤੇ ਡਿਟੇਲਸ ਰਿਕੁਐਸਟ ਆਉਣੀਆਂ ਸ਼ੁਰੂ ਹੋ ਗਈਆਂ ਵੈਬਸਾਈਟ ਤੇ ਜਾ ਕੇ ਅਪਲਾਈ ਕਰਨ ਵਾਸਤੇ। ਸੋ ਮੈਂ ਸਮਝਦਾ ਡਿਮਾਂਡ ਬਹੁਤ ਹੈਗੀ ਆ। ਦੂਸਰੀ ਡਿਮਾਂਡ ਇੱਕ ਜਿਹੜੀ ਸਾਨੂੰ ਆਮ ਯੂਨੀਵਰਸਿਟੀਆਂ ਕੋਲੋਂ ਵੀ ਪਤਾ ਚੱਲ ਰਿਹਾ ਸੀ, ਕਿਉਂਕਿ ਅਸੀਂ ਫੋਰ ਐਗਜ਼ਾਮਪਲ ਆਪਣੇ ਗ੍ਰੇਡ 11 ਤੇ 12 ਵਿੱਚ ਵੀ ਪੰਜਾਬੀ ਪੜ੍ਹਾਈ ਜਾਂਦੀ ਹੈ, 8ਵੀਂ ਤੋਂ ਲੈ ਕੇ ਪੜ੍ਹਾਈ ਜਾਂਦੀ ਹੈ। ਐਲੀਮੈਂਟਰਾਂ 'ਚ ਵੀ ਥੋੜੀ ਘੱਟ ਆ, ਕਿਉਂਕਿ ਆਪਣੇ ਸਕੂਲ ਬਹੁਤ ਨੇ ਪੰਜਾਬੀ ਦੇ, ਤੇ ਇਸ ਕਰਕੇ ਐਲੀਮੈਂਟਰਾਂ ਦੇ ਵਿੱਚ ਡਿਮਾਂਡ ਘੱਟ ਆ। ਪਰ ਜਿਹੜੇ ਜਿੱਥੇ ਗ੍ਰੇਡ 8ਵੀਂ ਤੋਂ ਬਾਅਦ ਪਬਲਿਕ ਸਕੂਲਾਂ ਦੇ ਵਿੱਚ, ਸਰੀ ਸਕੂਲ ਡਿਸਟ੍ਰਿਕਟ ਦੇ ਵਿੱਚ ਸਾਡੇ ਕੋਲ 74,000 ਸਟੂਡੈਂਟ ਆ ਜੀ, ਜਿਹਦੇ ਵਿੱਚੋਂ ਤਕਰੀਬਨ 10,000 ਦੇ ਨਾਲ ਜਿਹੜੇ ਟੀਚਰਸ ਹੋਣੇ ਨੇ ਕੰਮ ਕਰਦੇ ਜੀ। ਇੱਕ ਹੋਰ ਕਾਲਰ ਦੀ ਕਾਲ ਵੀ ਨਾਲ ਲੈਣੇ ਆ ਗਿਆਨ ਜੀ ਆਪਾਂ। ਸਤਿ ਸ਼੍ਰੀ ਅਕਾਲ ਜੀ।
हेलो जी। हाँ जी सत श्री अकाल। हाँ जी सर टीवी की आवाज़ घटा दो जी। हाँ जी जी हाँ जी की सवाल है जी? सवाल तो कोई नहीं, मैं सिर्फ संधू साहब नाल कुछ विचार हाँ जी जी साझा करना। जी जी बिल्कुल जरूर जी गुरमुखो जरूर जी करो। जी हाँ जी जी हाँ जी जरूर करो जी। सो सो मैं उन्होंने ਨਾਲ ਡਾਇਰੈਕਟ ਗੱਲ ਕਰ ਸਕਦਾ? हाँ जी हाँ जी, जी हाँ। बिल्कुल थोड़ी आवाज़ उन्होंने तक पहुँच रही है जी, बोलो। मैं सुन रहा जी ਤੁਹਾਡੀ ਗੱਲ। ਜੀ ਸੰਧੂ ਸਾਹਿਬ ਸਤਿ ਸ੍ਰੀ ਅਕਾਲ, ਮੈਂ ਹਰਭਜਨ ਸਿੰਘ ਚੇਰਾ ਬੋਲਦਾ ਕੈਲਗਰੀ ਤੋਂ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਪ੍ਰੋਗਰਾਮ ਮੈਂ ਸੁਣ ਰਿਹਾ, ਇਹ ਬਹੁਤ ਹੀ ਇੱਕ ਇਹ ਗੱਲ ਜਿਹੜੀ ਆ ਜਿੰਨੀ ਇੰਪੋਰਟੈਂਟ ਹੈਗੀ ਆ, ਮੇਰਾ ਖਿਆਲ ਆ ਹਰੇਕ ਸਿੱਖ ਜਨਰੇਸ਼ਨ ਦੇ ਵਿੱਚ ਜਿੰਨੇ ਵੀ ਬੰਦੇ ਹੈਗੇ ਆ ਉਹਨਾਂ ਨੂੰ ਇਹ ਚੰਗੀ ਤਰ੍ਹਾਂ ਸਮਝਣੀ ਚਾਹੀਦੀ ਆ ਕਿ ਇਸ ਦੀ ਕਿੰਨੀ ਕੁ ਲੋੜ ਸੀ। ਸੋ ਇਹ ਇਸ ਲੋੜ ਨੂੰ ਤੁਸੀਂ ਪੂਰਾ ਕਰਕੇ ਮੇਰਾ ਖਿਆਲ ਆ ਕਿ ਕੈਨੇਡਾ ਵਿੱਚ ਇੱਕ ਇਤਿਹਾਸ ਕਾਇਮ ਕੀਤਾ। ਇਸ ਦੀ ਮੈਂ ਤੁਹਾਨੂੰ ਬਹੁਤ ਬਹੁਤ ਮੁਬਾਰਕ ਦਿੰਦਾ। ਪਰਮਾਤਮਾ ਤੁਹਾਨੂੰ ਇਸ ਤੋਂ ਵੀ ਵੱਧ ਉਤਸ਼ਾਹ ਬਖਸ਼ੇ, ਕਿਉਂਕਿ ਤੁਸੀਂ ਸਾਰੀ ਜ਼ਿੰਦਗੀ ਆਪਣੀ ਇਸ ਕਮਿਊਨਿਟੀ ਦੇ ਵਿੱਚ ਲਾਤੀ ਹੈਗੀ ਆ। ਪਹਿਲਾਂ WS ਵਿੱਚ, ਫਿਰ ਇਹ ਜਿਹੜਾ ਕਦਮ ਚੁੱਕਿਆ ਇਹ ਬਹੁਤ ਹੀ ਸ਼ਲਾਘਾਯੋਗ ਆ। ਪਰਮਾਤਮਾ ਤੁਹਾਨੂੰ ਇਸ ਦੀ ਇਸ ਦੇ ਵਿੱਚ ਬਹੁਤ ਸਫਲਤਾ ਬਖਸ਼ਿਸ਼ ਕਰੇ। ਸੋ ਮੈਂ ਤਾਂ ਇਹੀ ਅਰਦਾਸ ਕਰ ਸਕਦਾ। ਮੇਰੇ ਤੁਹਾਡੇ ਨਾਲ ਜਿਹੜੇ ਤਾਲੁਕਾਤ ਹੈਗੇ ਆ ਸ਼ੁਰੂ ਤੋਂ ਹੀ ਇਹੀ ਆ ਕਿ ਤੁਸੀਂ ਬੜੀ ਸ਼ੁੱਧ ਨੀਤੀ ਨਾਲ ਤੁਸੀਂ ਸਾਰੇ ਕੰਮ ਕੀਤੇ ਹੈਗੇ ਆ, ਔਰ ਇਹਦੇ ਵਿੱਚ ਵੀ ਤੁਸੀਂ ਇਹ ਕੰਮ ਜਿਹੜਾ ਹੈਗਾ ਹੈ ਪਰਮਾਤਮਾ ਤੁਹਾਨੂੰ ਇਸੇ ਹੀ ਨੀਤੀ ਨਾਲ ਇਸੇ ਵਿਚਾਰਾਂ ਨਾਲ ਤੁਹਾਨੂੰ ਸਿਖਰ ਚੜਾਵੇ। ਧੰਨਵਾਦ ਜੀ। ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮਿਹਰਬਾਨੀ ਜੀ। ਥੈਂਕ ਯੂ ਸੋ ਮਚ ਜੀ, ਥੈਂਕ ਯੂ ਜੀ। ਕੀ ਕਹਿਣਾ ਚਾਹੋਗੇ ਇਹਨਾਂ ਦੀ ਗੱਲ ਤੇ? ਦੇਖੋ ਚੇਰਾ ਸਾਹਿਬ ਮੇਰਾ ਖਿਆਲ ਸਾਡੀ ਉਮਰ ਦੇ ਹੀ ਨੇ ਜੀ। ਤੇ ਜੇ ਬਜ਼ੁਰਗ ਇਸ ਲੈਵਲ ਤੇ ਸੋਚਦੇ ਆ ਗਿਆ ਬਈ ਕਿ ਕੋਈ ਲੋੜ ਤੁਸੀਂ ਅਹਿਸਾਸ ਕਰ ਸਕਦੇ ਹੋ ਕਿ ਇਕੱਲੇ ਨੌਜਵਾਨਾਂ ਵਿੱਚ ਲੋੜ ਨਹੀਂ, ਈਵਨ ਸਾਡੀ ਆਪਣੀ ਜਨਰੇਸ਼ਨ ਦੇ ਇਸ ਚੀਜ਼ ਨੂੰ ਬਹੁਤ ਦੇਰਾਂ ਤੋਂ ਮਹਿਸੂਸ ਕਰਦੀ ਆ ਰਹੀ ਸੀ। ਆਪਾਂ ਨੂੰ 125 ਸਾਲ ਕੈਨੇਡਾ ਚ ਵਸਦਿਆਂ ਨੂੰ ਹੋ ਗਏ। ਮੈਂ ਅੱਜ ਵੀ ਜਦ ਪੁਰਾਣਾ 1897 ਦਾ ਇਤਿਹਾਸ ਕੈਪਟਨ ਕੇਸਰ ਸਿੰਘ ਦਾ ਪੜ੍ਹਦਾ ਤਾਂ ਸੋਚਦਾ ਮਨ ਵਿੱਚ ਆਉਂਦਾ ਜੇ ਜਿਹਨੂੰ ਇਸ ਇੰਸਟੀਚਿਊਟ ਨੂੰ ਸ਼ੁਰੂਆਤ ਕਰਨ ਵਾਸਤੇ ਵੀ ਇੱਕ ਹੋਰ ਸਾਡੇ ਵਾਸਤੇ ਬਹੁਤ ਵੱਡਾ ਇੰਪੁਟਸ ਸੀਗਾ। ਉਹ ਇਹ ਸੀ ਕਿ ਆਪਾਂ ਪ੍ਰੋਫੈਸਰ ਤੇਜਾ ਸਿੰਘ ਦਾ ਜਾਂ ਪ੍ਰਿੰਸੀਪਲ ਤੇਜਾ ਸਿੰਘ ਦਾ ਜਾਂ ਸੰਤ ਤੇਜਾ ਸਿੰਘ ਦਾ ਨਾਮ ਚੰਗੀ ਤਰ੍ਹਾਂ ਜਾਣਦੇ ਹੋ। ਇੱਕ ਹਾਰਵਰਡ ਦੇ ਵਿੱਚ ਜਾ ਕੇ ਐਜੂਕੇਸ਼ਨ ਲਈ ਉਹਨਾਂ ਨੇ ਪਿੱਛੋਂ ਸੰਤ ਅਤਰ ਸਿੰਘ ਉਹਨਾਂ ਨੇ ਉਹਨਾਂ ਨੂੰ ਘੱਲਿਆ ਸੀਗਾ ਵੀ ਤੁਸੀਂ ਬਾਹਰ ਵਿਦੇਸ਼ਾਂ ਵਿੱਚ ਜਾ ਕੇ ਐਜੂਕੇਸ਼ਨ ਲਵੋ, ਉੱਥੇ ਪੜ੍ਹ ਕੇ ਉਹਨਾਂ ਦੀ ਭਾਸ਼ਾ ਦੇ ਵਿੱਚ ਹੀ ਸਿਖਾਉਣਾ ਸ਼ੁਰੂ ਕਰੋ। ਅੱਛਾ, ਉਹਨਾਂ ਨੂੰ ਫਿਰ ਕੈਨੇਡਾ ਦੇ ਵਿੱਚ ਸਿੱਖਾਂ ਨੇ ਮਹਿਸੂਸ ਕੀਤਾ ਉਸ ਵੇਲੇ ਆਪਣੀਆਂ ਮੁਸ਼ਕਲਾਂ ਆ ਰਹੀਆਂ ਸੀ ਜਾਂ ਸਾਨੂੰ ਆਪਣੇ ਹੁੰਡੁਰਾਸ ਜਾਂ ਅੱਜ ਕੱਲ੍ਹ ਜਿਹਦਾ ਨਾਮ ਬਲੀਜ਼ ਆ ਉੱਥੇ ਘੱਲਣ ਵਾਸਤੇ ਡੈਲੀਗੇਸ਼ਨ ਤਿਆਰ ਕਰਤਾ ਸਰਕਾਰ ਨੇ ਵੀ ਤੁਹਾਡੇ ਵਾਸਤੇ ਉਹ ਦੇਸ਼ ਬੜਾ ਵਧੀਆ ਰਹੇਗਾ। ਮੈਂ ਆਪ ਦੇਖਿਆ ਜੀ ਸ਼ਹਿਰ 'ਚ ਜਾ ਕੇ ਤੁਸੀਂ ਵਿਸ਼ਵਾਸ ਨਹੀਂ ਕਰਨਾ। ਥੇ ਮੈਂ ਧੰਨਵਾਦ ਕੀਤਾ ਲੱਖ ਲੱਖ ਵਾਰੀ ਪਾਤਸ਼ਾਹ ਵੀ ਸਾਡੇ ਬਜ਼ੁਰਗਾਂ ਨੇ ਫੈਸਲਾ ਨਹੀਂ ਕਰ ਲਿਆ ਕੈਨੇਡਾ ਛੱਡ ਕੇ ਜਾ ਕੇ ਕਿਤੇ ਬਲੀਜ਼ ਬਸਣ ਦਾ, ਨਹੀਂ ਮੱਛਰਾਂ ਨੇ ਸਾਨੂੰ ਮਾਰ ਲੈਣਾ ਸੀ ਉੱਥੇ। ਕਿਉਂਕਿ ਗਰੀਬ ਇੱਕ ਟਾਪੂ ਹੈ ਉਹਦੇ ਵਿੱਚ ਵਸਾਉਣਾ ਚਾਹੁੰਦੇ ਸਨ। ਉੱਥੇ ਉਹਨਾਂ ਨੇ ਬੜੀ ਭਾਰੀ ਮਦਦ ਕੀਤੀ ਹੈ ਪ੍ਰੋਫੈਸਰ ਤੇਜਾ ਸਿੰਘ ਨੇ ਉਸ ਟਾਈਮ ਦੇ ਉੱਤੇ। ਉਹਦਾ ਇਹ ਖਾਹਿਸ਼ ਸੀ ਯੂਨੀਵਰਸਿਟੀ ਸ਼ੁਰੂ ਕਰਨ ਦੀ ਉਦੋਂ। ਜੀ ਆਪਾਂ ਇੱਕ ਹੋਰ ਕਾਲਰ ਦੀ ਕਾਲ ਵੀ ਅਟੈਂਡ ਕਰੀਏ, ਫਿਰ ਆਪਾਂ ਗੱਲ ਵੀ ਅੱਗੇ ਕੰਟੀਨਿਊ ਰੱਖਦੇ ਹਾਂ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਹਾਂਜੀ ਜੀ ਲਾਈਵ ਪ੍ਰੋਗਰਾਮ ਚੱਲ ਰਿਹਾ, ਉਹ ਚ ਗੱਲ ਕਰਨੀ ਚਾਹੁੰਦਾ ਗਿਆਨ ਸਿੰਘ ਜੀ ਉਹਨਾਂ ਨਾਲ। ਬਿਲਕੁਲ ਜੀ, ਤੁਸੀਂ ਕਰ ਸਕਦੇ ਹੋ ਜੀ। ਗਿਆਨ ਜੀ ਸੁਣ ਰਹੇ ਤੁਹਾਡੀ ਗੱਲ। ਥੈਂਕ ਯੂ ਜੀ। ਧੰਨਵਾਦ ਜੀ। ਹਾਂਜੀ ਹਾਂਜੀ ਵੀਰ ਜੀ ਤੁਸੀਂ ਗੱਲ ਕਰ ਸਕਦੇ ਹੋ ਜੀ। ਤੁਹਾਡੇ ਤੱਕ ਆਵਾਜ਼ ਪਹੁੰਚ ਰਹੀ ਹੈ ਜੀ? ਹਾਂਜੀ ਹਾਂਜੀ ਤੁਸੀਂ ਬੋਲ ਸਕਦੇ ਹੋ ਜੀ। ਕਰੋ ਆਪਣੀ ਗੱਲ, ਕੀ ਗੱਲ ਕਰਨਾ ਚਾਹੁੰਦੇ ਹੋ, ਸੁਣ ਰਹੇ ਤੁਹਾਡੀ ਗੱਲ। ਥੈਂਕ ਯੂ ਜੀ। ਹਾਂਜੀ ਹਾਂਜੀ ਗਿਆਨ ਸਿੰਘ ਜੀ, ਭਾਈ ਖਾਲਸਾ ਭਾਈ ਫਤਿਹ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਫਤਿਹ ਜੀ। हाँ, बलविंदर सिंह गिल फोन करदा है, पोर्टल वाले विलियम लिख रहे हैं पहला। हाँ जी बहुत बहुत मेहरबानी बलविंदर सिंह जी। हाँ जी, सब तो पहला तो ये बहुत बहुत ਵਧਾਈਆਂ ਤੁਹਾਨੂੰ ਇਸ ਸ਼ੁਭ ਕਾਰਜ ਦੀਆਂ ਤੇ ਪ੍ਰਮਾਤਮਾ ਸਾਰਿਆਂ ਨੂੰ ਤੁਹਾਨੂੰ ਸਭ ਨੂੰ ਰਲ ਮਿਲ ਕੇ ਇਸ ਚ ਕਾਮਯਾਬੀ ਬਖਸ਼ੇ। ਬਹੁਤ ਬਹੁਤ ਧੰਨਵਾਦ ਜੀ। ਵਾਹਿ ਖਾਲਸਾ ਵਾਹਿ ਫਤਿਹ ਜੀ। ਵਾਹਿ ਖਾਲਸਾ ਵਾਹਿ ਫਤਿਹ ਜੀ। ਮੈਨੂੰ ਲੱਗਦਾ ਵਿਲੀਅਮ ਸਿੰਘ ਦੀਆਂ ਯਾਦਾਂ ਕਰਾਉਂਦੇ ਹੋ ਤੁਸੀਂ ਬਾਰ-ਬਾਰ। ਜੀ ਰਾਈਟ, ਤੁਹਾਨੂੰ ਪਤਾ ਲੱਗ ਗਿਆ ਹੁਣ ਪੋਰਟਲ ਵਾਲੀ ਤੋਂ। ਹਾਂ ਜੀ ਮੈਂ ਬਿਲਕੁਲ ਪਛਾਣ ਲਈ ਆਵਾਜ਼ ਜੀ, ਪਛਾਣ ਲਈ। ਤੁਹਾਡੀ ਚਿਹਰਾ ਸਾਹਮਣੇ ਆ ਗਿਆ ਜੀ ਤੁਹਾਡਾ। ਥੈਂਕ ਯੂ ਜੀ, ਧੰਨਵਾਦ ਜੀ। ਫਿਰ ਮਿਲਾਂਗੇ। ਥੈਂਕ ਯੂ। ਕੋਈ ਸਾਡੇ ਲਈ ਸੇਵਾ ਹਾਜ਼ਰ ਹੈ। ਜ਼ਰੂਰ ਜੀ, ਧੰਨਵਾਦ ਜੀ। ਥੈਂਕ ਯੂ ਜੀ।
ਕਮਿਊਨਿਟੀ ਤੱਕ ਕੋਈ ਗੱਲ ਪਹੁੰਚਦੀ ਹੈ ਤਾਂ ਇਹ ਬਹੁਤ ਖੂਬਸੂਰਤੀ ਦੀ ਗੱਲ ਹੈ ਕਿ ਸਾਡੀ ਕਮਿਊਨਿਟੀ ਉਹਦੇ ਵਿੱਚ ਵੱਧ ਚੜ ਕੇ ਹਿੱਸਾ ਤਾਂ ਲੈਂਦੀ ਹੈ, ਨਾਲ ਦੀ ਨਾਲ ਐਪਰੀਸ਼ੀਏਟ ਕਰਨਾ। ਔਰ ਇਹ ਬਹੁਤ ਜ਼ਰੂਰੀ ਚੀਜ਼ ਹੁੰਦੀ ਕਿ ਜਦੋਂ ਇੰਨੇ ਵੱਡੇ ਵਿਸ਼ਿਆਂ ਦੇ ਉੱਤੇ ਕੋਈ ਗੱਲ ਹੋ ਰਹੀ ਹੈ, ਕਿਸੇ ਵੀ ਪਲੇਟਫਾਰਮ ਤੇ ਹੋ ਰਹੀ ਹੈ, ਤਾਂ ਸਾਡੇ ਜਿਹੜੀ ਕਮਿਊਨਿਟੀ ਆ ਉਹ ਨਾਲ ਜੁੜੇ, ਐਪਰੀਸ਼ੀਏਟ ਕਰੇ ਉਸ ਚੀਜ਼ ਨੂੰ, ਤਾਂ ਕਿ ਸਾਨੂੰ ਵੀ ਇਹ ਪਤਾ ਲੱਗੇ ਵੀ ਉਹਨਾਂ ਤੱਕ ਇਹ ਗੱਲ ਪਹੁੰਚ ਰਹੀ ਹੈ, ਉਹਨਾਂ ਨੂੰ ਇਸ ਚੀਜ਼ ਬਾਰੇ ਪਤਾ ਹੈ। ਜੀ ਇਹਨਾਂ ਉਤਸ਼ਾਹ ਦੇਖ ਕੇ ਨਾ ਜੀ ਕਮਿਊਨਿਟੀ ਦਾ ਤੇ ਇਨਸਾਨ ਉਦਾਂ ਹੀ ਗਦ ਹੋ ਜਾਂਦਾ। ਸੱਚੀ ਗੱਲ ਹੈ ਜੀ, ਮਨ ਕਿਉਂਕਿ ਤੁਹਾਡਾ ਮਨ ਕਹਿਣ ਲੱਗ ਪੈਂਦਾ ਤੁਸੀਂ ਹੋਰ ਵੱਧ ਚੜ ਕੇ ਸੇਵਾ ਕਰੋ। ਓਕੇ, ਔਰ ਤੁਹਾਡੀ ਸੇਵਾ ਪਹੁੰਚ ਰਹੀ ਹੈ ਸਾਰੇ ਸੇਵਾ ਦੇ ਵੱਖਰੇ ਪਹਿਲੂ ਨੇ ਜੀ। ਕਈ ਵਾਰੀ ਹਰ ਇਨਸਾਨ ਹਰ ਲੈਵਲ ਤੇ ਸੇਵਾ ਨਹੀਂ ਕਰ ਸਕਦਾ। ਮੇਰੇ ਨਾਲ ਜਿੰਨੇ ਪ੍ਰੋਫੈਸਰ ਜੁੜੇ ਹੋਏ ਨੇ ਨਾ, ਮੈਂ ਉਹਨਾਂ ਨੂੰ ਇੱਕ ਚੀਜ਼ ਹਮੇਸ਼ਾ ਕਹਿ ਦਿਆ ਕਰਨਾ ਵੀ ਤੁਸੀਂ ਸਬਜੈਕਟ ਦੇ ਮਾਹਰ ਹੋ। ਜੇ ਕੋਈ ਕਾਰੋਬਾਰ ਚਲਾਉਣਾ ਮੇਰੇ ਕੋਲ ਆ, ਮੈਂ ਤੁਹਾਨੂੰ ਦੱਸ ਦੇਣਾ ਕਿੱਦਾਂ ਚਲਾਉਣਾ ਜੀ, ਕਿਉਂਕਿ ਮੇਰੀ ਬੈਕਗ੍ਰਾਉਂਡ ਬਿਜ਼ਨਸ ਦੀ ਆ। ਕਿਸੇ ਸੰਸਥਾ ਨੂੰ ਚਲਾਉਣਾ, ਮੈਂ ਪਾਤਸ਼ਾਹ ਦੀ ਕਿਰਪਾ ਮੇਰੇ ਤੇ, ਮੈਂ ਉਹ ਜਾਣਦਾ ਕਿਉਂਕਿ ਮੈਂ ਪ੍ਰੋਫੈਸ਼ਨ ਹੈ, ਮੈਂ ਉਹ ਕੰਸਲਟ ਕਰਦਾ ਕਿ ਮੇਰੀ ਕੰਸਲਟੇਸ਼ਨ ਦੀ ਬਿਜ਼ਨਸ ਹੀ ਇਸ ਸਾਈਡ ਦੇ ਉੱਤੇ। ਮੈਨੂੰ ਕੰਪਨੀਆਂ ਕਾਲ ਕਰਦੀਆਂ ਨੇ ਵੀ ਆ ਕੇ ਸਾਡੀਆਂ ਕਮੀਆਂ ਦੱਸੋ, ਇਹਨਾਂ ਕਮੀਆਂ ਨੂੰ ਕਿੱਦਾਂ ਦੂਰ ਕਰ ਸਕਦੇ। ਮੈਂ ਕਿਹਾ ਜੀ ਇਸ ਸੰਸਥਾ ਨੂੰ ਚਲਾਉਣ ਵਾਸਤੇ ਸਾਰੇ ਅਦਾਰੇ ਸਾਰਿਆਂ ਨੂੰ ਤੁਹਾਨੂੰ ਇਕੱਠੇ ਕਰਨਾ, ਇਹ ਮੇਰੀ ਡਿਊਟੀ ਬਹੁਤ ਆ। ਇੰਨੀ ਮੇਰੇ ਤੱਕ ਰਹਿਣ ਦਿਓ। ਸਬਜੈਕਟ ਦੇ ਮਾਹਰ ਤੁਸੀਂ ਹੋ, ਤੁਸੀਂ ਤਿਆਰ ਕਰੋ। ਹਾਂ ਠੀਕ ਹੈ, ਮੈਂ ਤੁਹਾਨੂੰ ਆਪਾਂ ਰਲ ਕੇ ਨਿਸ਼ਾਨਾ ਤਿਆਰ ਕਰ ਸਕਦੇ ਹਾਂ। ਸੋ ਬਹੁਤ ਖੁਸ਼ੀ ਹੁੰਦੀ ਹੈ ਜੀ ਜਦ ਤੁਸੀਂ ਹਰ ਇੱਕ ਨੂੰ ਦੇਖਦੇ ਹੋ, ਇਹਦੇ ਵਿੱਚ ਹਿੱਸਾ ਲੈਂਦੇ। ਨੌਜਵਾਨ ਬੱਚਿਆਂ ਤੋਂ ਲੈ ਕੇ ਅੱਜ ਸਾਰਾ ਹੀ ਮੈਨੂੰ ਲੱਗਦਾ ਸਿੱਖ ਜਗਤ, ਈਵਨ ਪੰਜਾਬ ਦੇ ਉੱਤੋਂ ਵੀ ਜਾਂ ਵੱਖਰੇ ਦੇਸ਼ਾਂ ਤੋਂ, ਤੁਸੀਂ ਵਿਸ਼ਵਾਸ ਕਰੋ ਈਵਨ ਪਾਕਿਸਤਾਨ ਤੋਂ ਪੰਜਾਬੀ ਨਾਲ ਜੁੜੇ ਹੋਏ ਨੇ। ਸਾਡਾ ਇੱਕ ਫੰਕਸ਼ਨ ਆ ਰਿਹਾ ਜੂਨ 18 ਨੂੰ, ਰਿਸਰਚ ਦਾ ਸਮਿਟ। 11 ਪ੍ਰੋਫੈਸਰਾਂ ਨੇ ਆਲਰੇਡੀ ਸਾਈਨ ਕੀਤਾ ਹੋਇਆ ਪਾਕਿਸਤਾਨ ਦੇ ਤੋਂ ਜੁਆਇਨ ਕਰਨ ਵਾਸਤੇ। ਖਿੱਚ ਪਾ ਰਿਹਾ ਸਾਰਿਆਂ ਨੂੰ ਜਿੱਥੇ ਕਿਉਂਕਿ ਪਾਪਾ ਪੰਜਾਬੀ ਬੋਲਣ ਵਾਲੇ ਪਾਕਿਸਤਾਨ ਦੀ ਧਰਤੀ ਦੇ ਉੱਤੇ 75 ਤੋਂ 80 ਮਿਲੀਅਨ ਲੋਕੀ ਵਸਦੇ ਆ। ਆਪਾਂ ਪੰਜਾਬ ਜਾਂ ਹੋਰ ਨਾ 28 ਮਿਲੀਅਨ ਆ, ਪਰ ਉਹ 75 ਮਿਲੀਅਨ ਨੇ। ਸੋ ਉਹਨਾਂ ਵਾਸਤੇ ਬਹੁਤ ਖਿੱਚ ਆ ਪੰਜਾਬੀ ਦੀ ਉਹਨਾਂ ਦੇ ਦਿਲਾਂ ਵਿੱਚ। ਸੋ ਤੁਸੀਂ ਦੱਸਿਆ ਕਿ ਤੁਸੀਂ 5 ਪਰਿਵਾਰਾਂ ਨੇ ਮਿਲ ਕੇ ਜਿਹੜਾ ਇਹਦੀ ਸ਼ੁਰੂਆਤ ਜਿਹੜੀ ਕੀਤੀ, ਇਹਦੇ ਵਿੱਚ ਵੱਧ ਚੜ ਕੇ ਜਿਹੜਾ ਰੋਲ ਨਿਭਾਇਆ। 5 ਪਿਆਰਿਆਂ ਦੀ ਤਰ੍ਹਾਂ ਤੁਸੀਂ 5 ਪਰਿਵਾਰ ਨਾਲ ਜੁੜੇ। ਮੈਨੂੰ ਲੱਗ ਰਿਹਾ ਜਿੰਨੀ ਹੁਣ ਤੱਕ ਲੋਕ ਹੈ ਕਾਲਸ ਕਰ ਰਹੇ ਨੇ, ਵਧਾਈ ਦੇ ਰਹੇ ਨੇ, ਐਪਰੀਸ਼ੀਏਟ ਕਰ ਰਹੇ ਨੇ। ਗਿਆਨ ਜੀ, ਮੈਨੂੰ ਲੱਗਦਾ ਕਿ ਇਹ ਜਿਹੜਾ ਕਾਫਿਲਾ 5 ਜਣੇ ਤੋਂ ਸ਼ੁਰੂ ਹੋਇਆ, ਇਹ 5000 5 ਲੱਖ ਤੱਕ ਕਾਫਿਲਾ ਜਾਣਾ ਜਾਏਗਾ ਜੀ। ਕਿਉਂ ਨਹੀਂ ਜਾਏਗਾ? ਲਾਜ਼ਮੀ ਗੱਲ ਹੈ, ਕਿਉਂਕਿ ਇਹਦੇ ਵਿੱਚ ਵਾਧਾ ਹੋਣਾ ਕਿਸੇ ਜਿਸ ਕਾਫਲੇ ਨੂੰ ਤੁਸੀਂ ਸ਼ੁਰੂਆਤ ਕਰ ਲੈਂਦੇ ਹੋ। ਕਿਉਂਕਿ ਹਮੇਸ਼ਾ ਇੱਕ ਚੀਜ਼ ਨੂੰ ਅਸੀਂ ਖਿਆਲ ਵਿੱਚ ਰੱਖਿਆ, ਜਿੱਦਾਂ ਤੁਹਾਨੂੰ ਮੈਂ ਪਹਿਲਾਂ ਵੀ ਦੱਸਿਆ ਹੈਗਾ, ਆਮ ਤੌਰ ਤੇ ਸੰਸਥਾਵਾਂ ਕੋਈ ਵੀ ਇੰਸਟੀਚਿਊਟ ਨੂੰ ਸ਼ੁਰੂ ਕਰਨਾ ਹੋਵੇ, ਉਹਦੇ ਵਿੱਚ ਹਮੇਸ਼ਾ ਜ਼ਰੂਰਤਾਂ ਹੁੰਦੀਆਂ ਨੇ। ਜਿਹੜੀ ਸੀਡ ਫੰਡਿੰਗ ਹੈ ਜੀ, ਉਹਦੀ ਹੋਣੀ ਲਾਜ਼ਮੀ ਆ। ਮੈਨੂੰ ਅੱਜ ਵੀ ਯਾਦ ਹੈ, ਈਵਨ ਵਰਲਡ ਸਿੱਖ ਆਰਗੇਨਾਈਜੇਸ਼ਨ ਦੇ ਵਿੱਚ ਸੀਡ ਫੰਡਿੰਗ ਦੇ ਵਿੱਚ ਅਸੀਂ ਸਿਰਫ 11 ਹੀ ਸੱਜਣ ਸਾਂ ਓਰੀਜਨਲੀ, ਜਦ ਉਹਦੀ ਸੀਡ ਫੰਡਿੰਗ ਕੀਤੀ ਆ। ਪਰ ਜਦ ਤੁਸੀਂ ਚੱਲ ਪਿਆ ਕੰਮ, ਅੱਜ ਸੀ ਹਜ਼ਾਰਾਂ ਕੀ ਲੱਖਾਂ ਕੀ ਦੁਨੀਆ ਭਰ ਜੁੜ ਸਕਦੀ ਹੈ। ਇਸ ਇੰਸਟੀਚਿਊਟ ਨੂੰ ਇਹ ਦੁਨੀਆ ਭਰ ਦੇ ਵਿੱਚ ਕਾਇਮ ਹੋਏਗੀ, ਮੇਰਾ ਪੂਰਾ ਮਨ ਵਿਸ਼ਵਾਸ ਕਰਦਾ ਗੁਰੂ ਸਾਹਿਬ ਦੀ ਫਿਲਾਸਫੀ ਦੇ ਉੱਤੇ, ਕਿਉਂਕਿ ਇਹ ਗੁਰੂ ਨਾਨਕ ਸਾਹਿਬ ਦੇ ਨਾਂ ਤੇ ਆ। ਜੇ ਸਾਡਾ ਕੋਈ ਪਰਸਨਲ ਮਫਾਦ ਹੋਊਗਾ ਇਹਦੇ ਵਿੱਚ, ਫਿਰ ਨਹੀਂ ਇਹਨੇ ਕਾਮਯਾਬ ਹੋਣਾ। ਬਿਲਕੁਲ ਹਾਂਜੀ, ਕਿਉਂਕਿ ਇਹ ਸਾਰੇ ਪੰਜਾਬੀਆਂ ਦੀ, ਸਾਰੇ ਸਿੱਖਾਂ ਦੀ, ਸਾਰਿਆਂ ਦੀ ਰਲ ਕੇ ਇੱਕ ਇਹ ਇੰਸਟੀਚਿਊਟ ਹੈ ਜਿੱਥੋਂ ਇਹ ਚੱਲੇਗੀ ਕਾਮਯਾਬ ਹੋਵੇਗੀ। ਕੰਪੈਰੀਟਿਵਲੀ ਤੁਸੀਂ ਦੇਖੋਗੇ, ਮੈਂ ਦੇਖਾਂ ਨਾ ਦੇਖਾਂ, ਕੱਲ ਨੂੰ ਵੱਖਰੀ ਗੱਲ ਆ। ਠੀਕ ਹੈ ਜੀ, ਕਿਉਂਕਿ ਜਿਸ ਏਜ ਦੇ ਉੱਤੇ ਅਸੀਂ ਪਹੁੰਚ ਚੁੱਕੇ ਹਾਂ, ਕੱਲ ਨੂੰ ਅੱਖਾਂ ਮੀਟ ਜਾਏ ਕੋਈ ਫਰਕ ਨਹੀਂ ਪੈਂਦਾ, ਪਰ ਐਟਲੀਸਟ ਸਾਡਾ ਮਨ ਸ਼ਾਂਤ ਆ। ਇਹ ਜ਼ਰੂਰ ਕਹਿੰਦਾ ਹੈਗਾ ਵੀ ਆਹ ਇੰਸਟੀਚਿਊਟ ਗੁਰੂ ਨਾਨਕ ਸਾਹਿਬ ਦੇ ਨਾਂ ਦੀ, ਜੋ ਪ੍ਰੋਫੈਸਰ ਤੇਜਾ ਸਿੰਘ ਨੇ ਅੱਜ ਤੋਂ 100 ਸਾਲ ਪਹਿਲਾਂ ਸੁਪਨਾ ਲਿਆ ਸੀ ਸ਼ੁਰੂ ਕਰਨ ਦਾ, ਇਹ ਵਧੇ ਫੁੱਲੇਗੀ ਜੀ, ਲਾਜ਼ਮੀ ਗੱਲ ਹੈ। ਮੇਰੇ ਮਨ ਦੀ ਖਾਹਿਸ਼ ਆ, ਅਸੀਂ ਕੰਪੀਟ ਕਰਨਾ ਚਾਹੁੰਦੇ ਹਾਂ ਹਾਰਵਰਡ ਤੇ ਸਟੈਨਫੋਰਡ ਤੇ MIT ਦੇ ਨਾਲ, ਔਰ ਕਰਾਂਗੇ। ਕਿਉਂਕਿ ਜਦ ਤੁਸੀਂ ਕਰੀਮ ਆਫ ਦ ਕ੍ਰੌਪ ਤੁਹਾਡੀ ਫੈਕਲਟੀ ਦੇ ਵਿੱਚ ਪਿਕਅਪ ਕਰੋਗੇ ਨਾ, ਉਹ ਹਿੱਸਾ ਬਣਗੇ। ਪਲੱਸ ਤੁਸੀਂ ਇਹਨੂੰ ਓਪਨ ਕਰਨਾ ਜੇ ਬਾਕੀ ਸਾਰੀਆਂ ਕਮਿਊਨਿਟੀਆਂ ਦੇ ਜੁਆਇਨ ਕਰਨ ਵਾਸਤੇ। ਅਸੀਂ ਰਿਸਰਚ ਪ੍ਰੋਜੈਕਟ ਇਹ ਨਹੀਂ ਕਹਿੰਦੇ ਵੀ ਅਸੀਂ ਸਿਰਫ ਸਿੱਖਾਂ ਨੂੰ ਦੇਣੇ, ਨਹੀਂ। ਅਸੀਂ ਚਾਹੁੰਦੇ ਹਾਂ ਵੀ ਜਿਸ ਸਬਜੈਕਟ ਤੇ ਤੁਸੀਂ ਮਾਹਰ ਹੋ, ਸਾਨੂੰ ਪ੍ਰਪੋਜ਼ਲ ਦਿਓ। ਸਾਡੇ ਹੁਣ ਵੀ ਤੁਸੀਂ ਵੈਬਸਾਈਟ ਜਿਹੜੀ ਹੈਗੀ ਆ ਆਪਣੇ ਗੁਰੂ ਨਾਨਕ institute.ca ਤੇ ਜਾ ਕੇ ਰਿਸਰਚ ਤੇ ਕਲਿੱਕ ਕਰੋ, ਉਹਦੇ ਥੱਲੇ ਫਾਰਮ ਹੈਗਾ ਵੀ ਤੁਸੀਂ ਕਿਹੜੇ ਸਬਜੈਕਟ ਦੇ ਉੱਤੇ ਰਿਸਰਚ ਕਰਨਾ ਚਾਹੁੰਦੇ ਹੋ, ਸਾਨੂੰ ਪ੍ਰਪੋਜ਼ਲ ਦਿਓ, ਤੁਹਾਡੀ ਪ੍ਰਪੋਜ਼ਲ ਕੰਸੀਡਰ ਕੀਤੀ ਜਾਏਗੀ। ਜੀ ਸਤਿ ਸ਼੍ਰੀ ਅਕਾਲ ਜੀ। ਹਾਂਜੀ ਸ਼ੈਰੀ ਜੀ, ਸਤਿ ਸ਼੍ਰੀ ਅਕਾਲ ਜੀ। ਢਿੱਲੋਂ ਜੀ ਸਤਿ ਸ਼੍ਰੀ ਅਕਾਲ ਜੀ। ਮੈਂ ਸੁਣ ਰਹੀ ਸੀ ਗਿਆਨ ਸਿੰਘ ਸੰਧੂ ਜੀ ਨੇ, ਉਹਨਾਂ ਨੇ ਪਿਆਰ ਭਰੀ ਸਤਿ ਸ਼੍ਰੀ ਅਕਾਲ, ਸਤਿਕਾਰ ਸਰ। ਸਤਿ ਸ਼੍ਰੀ ਅਕਾਲ ਜੀ। ਬਹੁਤ ਹੀ ਵਧੀਆ ਇਹਨਾਂ ਨੇ ਸ਼ੁਰੂ ਕੀਤੀ ਹੈਗੀ ਹੈ, ਜਿਹੜੀ ਸੰਸਥਾ ਦੀ ਸ਼ੁਰੂ ਕੀਤੀ ਹੈ। ਸੋ ਇਹੋ ਜਿਹੇ ਜਿਹੜੇ ਗੁਰਮੁਖ ਬੰਦੇ ਨੇ, ਇਹਨਾਂ ਨੂੰ ਸਾਡਾ ਮਤਲਬ ਸਿਰ ਝੁਕਦਾ ਹੈ ਕਿ ਇਹਨਾਂ ਨੇ ਸਾਡੀ ਕੌਮ ਵਾਸਤੇ, ਸਾਡੇ ਇਤਿਹਾਸ ਵਾਸਤੇ ਬਹੁਤ ਕੁਝ ਕਰ ਰਹੇ ਹਨ। ਤੇ ਤੁਹਾਡੇ ਥਰੂ ਸਾਨੂੰ ਇਹਨਾਂ ਗੱਲਾਂ ਦਾ ਪਤਾ ਲੱਗਦਾ, ਅਦਰਵਾਈਜ਼ ਤੇ ਇੰਨਾ ਸਾਨੂੰ ਅਸੀਂ ਅਵੇਅਰ ਨਹੀਂ ਹੈਗੇ। ਸੋ ਇਹਨਾਂ ਨੂੰ ਬਹੁਤ ਦਿਲੋਂ ਵਧਾਈਆਂ ਨੇ, ਕਿਉਂਕਿ ਮੈਂ ਪ੍ਰੋਫੈਸਰ ਤੇਜਾ ਸਿੰਘ ਤੇ ਉਹਨਾਂ ਦਾ ਵੀ ਪੜ੍ਹੀ ਆ, ਮਤਲਬ ਕਿ ਉਹਨਾਂ ਤੇ ਵੀ ਅਸੀਂ ਹਮੇਸ਼ਾ ਮਤਲਬ ਸਿਰ ਝੁਕਦਾ ਉਹਨਾਂ ਦਾ। ਤੇ ਭਾਈ ਗਿਆਨ ਸਿੰਘ ਜੀ ਨੂੰ ਬਹੁਤ ਵਧਾਈਆਂ ਤੇ ਪਿਆਰ ਭਰੀ ਸਤਿ ਸ਼੍ਰੀ ਅਕਾਲ। ਥੈਂਕ ਯੂ ਢਿੱਲੋਂ ਜੀ। ਧੰਨਵਾਦ ਬੇਬੀ ਜੀ, ਧੰਨਵਾਦ ਜੀ, ਬਹੁਤ ਜੀ।
ਜੀ ਗਿਆਨ ਜੀ, ਹੁਣ ਤੱਕ ਆਪਾਂ ਗੱਲ ਕਰ ਰਹੇ ਸੀਗੇ ਕਿ ਜਿੰਨਾ ਲੋਕ ਪਸੰਦ ਕਰ ਰਹੇ ਨੇ, ਜਿੰਨਾ ਐਪਰੀਸ਼ੀਏਟ ਔਰ ਜਿੰਨਾ ਨਾਲ ਸਾਥ ਮਿਲ ਰਿਹਾ, ਬਹੁਤ ਇੰਪੋਰਟੈਂਟ ਚੀਜ਼ ਹੁੰਦੀ ਹੈ। ਇਸ ਦੇ ਨਾਲ ਜਿਹੜੀ ਯੰਗ ਜਨਰੇਸ਼ਨ ਹੈ, ਨੌਜਵਾਨਾਂ ਨੂੰ ਇਹਦਾ ਕੀ ਬੈਨੀਫਿਟ ਹੋਏਗਾ? ਕਿਉਂਕਿ ਨੌਜਵਾਨ ਦੀ ਗੱਲ ਇਸ ਲਈ ਵੀ ਕਰਨੀ ਲਾਜ਼ਮੀ ਬਣਦੀ ਕਿਉਂਕਿ ਅਸੀਂ ਜਦੋਂ ਵਿਦੇਸ਼ਾਂ ਦੇ ਵਿੱਚ, ਹੁਣ ਉਹ ਪੀੜ੍ਹੀ ਹੈ ਜਿਹੜੀ ਇੱਥੇ ਪਲ ਰਹੀ ਹੈ, ਇੱਥੇ ਹੀ ਵੱਧ ਰਹੀ ਹੈ, ਇੱਥੋਂ ਦੀ ਜਿਹੜੀ ਸਟੱਡੀ ਕਰ ਰਹੀ ਹੈ, ਹੁਣ ਇਹਨਾਂ ਪ੍ਰੋਗਰਾਮਾਂ ਦੇ ਵਿੱਚ ਉਹ ਕਿੰਨੀ ਕੁ ਵੱਧ ਚੜ੍ਹ ਕੇ ਹਿੱਸਾ ਲੈਣਗੇ, ਜਾਂ ਤੁਹਾਨੂੰ ਲੱਗਦਾ ਵੀ ਵੱਧ ਤੋਂ ਵੱਧ ਗਿਣਤੀ ਨੌਜਵਾਨਾਂ ਦੀ ਹੋ ਸਕਦੀ ਹੈ? ਇਸ ਸਵਾਲ 'ਤੇ ਆਪਾਂ ਗੱਲ ਕਰਾਂਗੇ। ਇੱਕ ਕਾਲਰ ਦੀ ਹੋਰ ਕਾਲ ਅਟੈਂਡ ਕਰਦੇ ਹਾਂ ਨਾਲ। ਸਤਿ ਸ਼੍ਰੀ ਅਕਾਲ ਜੀ। ਹਾਂਜੀ, ਸਤਿ ਸ਼੍ਰੀ ਅਕਾਲ ਸ਼ਰੀ ਜੀ। ਸਤਿ ਸ਼੍ਰੀ ਅਕਾਲ ਜੀ। ਹਾਂਜੀ, ਸਰਦਾਰ ਗਿਆਨ ਸਿੰਘ ਸੰਧੂ ਹੁਣਾਂ ਨੂੰ ਬਹੁਤ ਬਹੁਤ ਫਤਿਹ ਜੀ, ਨਾਲੇ ਸਾਡੇ ਵੱਲੋਂ ਬਹੁਤ ਬਹੁਤ ਮੁਬਾਰਕਾਂ। ਉਹਨਾਂ ਨੇ ਪੰਜਾਬੀ ਦਾ ਜਿਹੜਾ ਕੋਰਸ ਸ਼ੁਰੂ ਕੀਤੇ ਆ, ਅਸੀਂ ਵੀ ਚਾਹੁੰਦੇ ਹਾਂ ਕਿ ਅਸੀਂ ਵੀ ਬੱਚਿਆਂ ਨੂੰ ਇਹ ਕੋਰਸਾਂ ਵਿੱਚ ਭਰਤੀ ਕਰਾਈਏ। ਮੈਂ ਵੀ ਇੱਕ ਪ੍ਰੋਫੈਸ਼ਨਲ ਟੀਚਰ ਦੇ ਹੋਣ ਦੇ ਨਾਤੇ ਮੈਂ ਇੱਕ ਗੁਰਦੁਆਰਾ ਸਾਹਿਬ ਦੇ ਵਿੱਚ ਪੰਜਾਬੀ ਦੀਆਂ ਕਲਾਸਾਂ ਲਾਉਣੀ ਆ। ਓ ਵੈਰੀ ਗੁੱਡ। ਹਾਂਜੀ, ਤੇ ਅਸੀਂ ਮਤਲਬ ਕਿ ਬਹੁਤ ਜ਼ਿਆਦਾ ਇਸ ਗੱਲ ਦਾ ਸਾਨੂੰ ਚਾਅ ਆ ਕਿ ਅਸੀਂ ਜਦੋਂ ਬੱਚਿਆਂ ਨੂੰ ਪੜ੍ਹਾਉਂਦੇ ਆ, ਉਹ ਸਾਡੀ ਉਸ ਪ੍ਰੋਨਾਂਸੀਏਸ਼ਨ ਨੂੰ ਸਮਝਦੇ ਆ, ਉਹ ਲਿਖਦੇ ਆ, ਉਹ ਪੜ੍ਹਦੇ ਆ, ਤੇ ਸਾਨੂੰ ਬੜਾ ਚਾਅ ਹੁੰਦਾ ਉਸ ਗੱਲ ਦਾ। ਜੀ ਬਿਲਕੁਲ। ਹਾਂਜੀ, ਤੇ ਅਸੀਂ ਚਾਹੁੰਦੇ ਆ ਕਿ ਹੌਲੀ ਹੌਲੀ ਇਹ ਸਾਰੇ ਗੁਰਦੁਆਰਾ ਸਾਹਿਬਾਂ ਦੇ ਵਿੱਚ ਥੋੜਾ ਥੋੜਾ ਪ੍ਰੋਗਰਾਮ ਚੱਲੇ, ਤਾਂ ਕਿ ਬੱਚਿਆਂ ਨੂੰ ਅਸੀਂ ਇਸ ਚੀਜ਼ ਦੇ ਨਾਲ ਜੋੜ ਸਕੀਏ, ਅੱਗੇ ਜਾ ਕੇ ਬੱਚਿਆਂ ਨੂੰ ਇਹਨਾਂ ਵੈਲਿਊ ਦਾ ਪਤਾ ਲੱਗ ਸਕੇ, ਸਾਡੀ ਕਮਿਊਨਿਟੀ ਨੂੰ ਇਹਦੇ ਵਿੱਚ ਕਿੰਨੀਆਂ ਆਸਾਂ ਆ ਤੇ ਇਹ ਆਸਾਂ। ਜੀ ਤੁਹਾਡੀ ਆਵਾਜ਼, ਜੀ ਹਾਂਜੀ ਤੁਸੀਂ ਕੰਟੀਨਿਊ ਕਰ ਸਕਦੇ ਹੋ। ਓਕੇ ਜੀ, ਬਿਲਕੁਲ ਗਿਆਨ ਜੀ, ਮੈਂ ਸਵਾਲ ਜਿਹੜਾ ਇਸ ਤੋਂ ਪਹਿਲਾਂ ਕੀਤਾ ਸੀ ਤੁਹਾਨੂੰ ਕਿ ਯੰਗ ਜਨਰੇਸ਼ਨ ਨੂੰ ਇਹਦਾ ਜਿਹੜਾ ਕੀ ਬੈਨੀਫਿਟ ਹੋਏਗਾ? ਯੰਗਰ ਜਨਰੇਸ਼ਨ ਦਾ ਹੀ ਫਾਇਦਾ ਹੈ ਇਹਦੇ ਵਿੱਚ। ਸਾਡੇ ਵਾਲੀ ਜਨਰੇਸ਼ਨ ਨੂੰ ਤਾਂ ਇੱਕੋ ਹੀ ਫਾਇਦਾ ਹੈ ਕਿ ਉਹਨਾਂ ਦਾ ਮਨ ਖੁਸ਼ ਹੋਏਗਾ ਵੀ ਉਹਨਾਂ ਨੇ ਕੋਈ ਸੇਵਾ ਕੀਤੀ ਹੈਗੀ। ਯੰਗਰ ਜਨਰੇਸ਼ਨ ਅੱਜ ਜਿਹੜਾ ਬੱਚਾ ਯੂਨੀਵਰਸਿਟੀ ਦੇ ਵਿੱਚ ਪੜ੍ਹਨ ਜਾਂਦਾ ਜੇ, ਹੁਣ ਵੀ ਉਹਨੂੰ ਜੇ ਅਸੀਂ ਕ੍ਰੈਡਿਟ ਦਿਵਾ ਸਕਦੇ ਹਾਂ ਸਿੱਖੀ ਦੇ ਕੋਰਸਿਸ ਬਾਰੇ, ਉਹਦਾ ਫਾਇਦਾ ਹੋਏਗਾ ਆਪਣੀ ਅੰਡਰ ਗ੍ਰੈਜੂਏਟ ਡਿਗਰੀਜ਼ ਕੰਪਲੀਟ ਕਰਨ ਵਾਸਤੇ। ਤੇ ਕਿਉਂਕਿ ਜੇ ਅਸੀਂ ਫੋਰ ਐਗਜ਼ਾਮਪਲ ਉਦਾਹਰਨ ਦਿੱਤੀ ਆ ਵੀ ਸਿੱਖੀ ਡਿਪਲੋਮਾ ਦੇ ਵਿੱਚ ਹੀ 5 ਕੋਰਸਿਸ ਨੇ ਤੇ ਪੰਜਾਂ ਦੇ 15 ਕ੍ਰੈਡਿਟ ਮਿਲਣਗੇ। ਤੁਸੀਂ ਅੰਦਾਜ਼ਾ ਲਾਓ ਜੇ 15 ਕ੍ਰੈਡਿਟਸ ਮਿਲਦੇ ਨੇ, ਸਾਡੀ ਆਲਰੇਡੀ ਡਿਸਕਸ਼ਨ ਚੱਲਦੀ ਕੁਝ ਯੂਨੀਵਰਸਿਟੀਆਂ ਦੇ ਨਾਲ, ਹੋ ਸਕਦਾ ਸਾਡੇ ਕੁਝ ਕੋਰਸਿਸ ਕਰਨ ਤੋਂ ਬਾਅਦ 2 ਸਾਲ ਤੋਂ 3rd ਈਅਰ ਵਿੱਚ ਜੁਆਇਨ ਕਰ ਸਕਣਗੇ। ਹੁਣ ਤੁਸੀਂ ਜੇ ਐਡਵਾਂਸ ਕਰ ਜਾਂਦੇ ਆਪਣੀ ਅੰਡਰ ਗ੍ਰੈਜੂਏਟ ਡਿਗਰੀ ਲੈਣ ਵਾਸਤੇ, ਕਿਉਂ ਨੇ ਤੁਸੀਂ ਆਪਣੀ ਮਾਂ ਬੋਲੀ ਦੇ ਵਿੱਚ ਹੀ ਕੁਝ ਕੋਰਸਿਸ ਕਰੋ, ਉਹ ਕੋਰਸਿਸ ਦੀ ਰੈਕਗਨੀਸ਼ਨ ਤੁਹਾਨੂੰ ਦੂਸਰੀ ਯੂਨੀਵਰਸਿਟੀਆਂ ਜਿਹੜੀਆਂ ਕੈਨੇਡਾ ਦੀਆਂ ਰੈਕਗਨਾਈਜ਼ ਕਰਦੀਆਂ ਔਰ ਉਹ ਤੁਹਾਨੂੰ ਤੁਹਾਡੀ ਡਿਗਰੀ ਦੇ ਵਿੱਚ ਸਹਾਈ ਹੋ ਸਕਦੀ ਹੈ। ਇਹ ਬਹੁਤ ਵੱਡਾ ਉਹਦਾ ਫਾਇਦਾ। ਮੈਂ ਹੋਰ ਐਂਗਲ ਲਿਆਵਾਂਗਾ ਬਿਲਕੁਲ ਜੀ, ਤੋਂ ਬਾਅਦ ਲਿਆਵਾਂਗਾ। ਬਰਾੜ ਸਾਹਿਬ ਸਤਿ ਸ਼੍ਰੀ ਅਕਾਲ ਜੀ। ਹਾਂਜੀ ਸ਼ਹਿਰੀ ਜੀ, ਸਤਿ ਸ੍ਰੀ ਅਕਾਲ। ਆਪਣੇ ਸਰਦਾਰ ਗਿਆਨ ਸਿੰਘ ਸੰਧੂ ਨੂੰ ਵੀ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ ਵੀਰ ਜੀ। ਹਾਂਜੀ, ਮੈਂ ਤਾਂ ਕੋਈ ਮੇਰਾ ਇਹ ਜਿਹੇ ਟੌਪਿਕ ਦੇ ਉੱਤੇ ਕੋਈ ਸਵਾਲ ਜਵਾਬ ਤਾਂ ਮੇਰਾ ਕੋਈ ਹੈ ਨਹੀਂ। ਮੈਂ ਤਾਂ ਸਿਰਫ ਤੁਹਾਡਾ ਧੰਨਵਾਦ ਕਰਨਾ ਮੰਗਦਾ, ਕਿਉਂਕਿ ਤੁਹਾਨੂੰ ਮੈਂ ਕਾਫੀ ਵਾਰ ਸੁਣਿਆ ਵੀ ਹੈ ਔਰ ਪਰਸਨਲੀ ਤਾਂ ਖੈਰ ਮੈਂ ਤੁਹਾਨੂੰ ਨਹੀਂ ਮਿਲਿਆ, ਪਰ ਸੁਣਿਆ ਮੈਂ ਤੁਹਾਨੂੰ ਕਾਫੀ ਵਾਰ। ਤੁਸੀਂ ਪਹਿਲਾਂ ਤੋਂ ਕਮਿਊਨਿਟੀ ਦੀ ਕਾਫੀ ਸੇਵਾ ਕਰਦੇ ਆ, ਅਵੇਅਰਨੈਸ ਲਿਆਉਂਦੇ ਆ ਐਜੂਕੇਸ਼ਨ ਦੇ ਲਿਹਾਜ਼ ਦੇ ਨਾਲ। ਸੋ ਇਹ ਵੀ ਤੁਹਾਡਾ ਜਿਹੜਾ ਉਪਰਾਲਾ ਇਹ ਬਹੁਤ ਵਧੀਆ ਹੈ, ਕਿਉਂਕਿ ਜਿਹੜੀ ਆਉਣ ਵਾਲੀ ਜਨਰੇਸ਼ਨ ਹੈ, ਕਿਉਂਕਿ ਜਿਹੜੀ ਮਾਤ ਭਾਸ਼ਾ ਹੁੰਦੀ ਉਹ ਸਾਡੀ ਮਾਂ ਹੁੰਦੀ ਹੈ। ਜੇ ਅਸੀਂ ਆਪਣੀ ਮਾਂ ਨੂੰ ਉੱਚੇ, ਜਿਵੇਂ ਕੋਈ ਅਮੀਰ ਬੰਦਾ ਹੁੰਦਾ ਆਪਣੀ ਮਾਤਾ ਨੂੰ ਬੜੀਆਂ ਫੈਸਿਲਿਟੀਆਂ ਦੇ ਦਿੰਦਾ ਤੇ ਉਹ ਮਾਂ ਖੁਸ਼ ਹੁੰਦੀ ਹੈ। ਸੋ ਜਿਹੜੀ ਮਦਰ ਲੈਂਗੁਏਜ ਹੁੰਦੀ ਹੈ, ਇਸ ਨੂੰ ਬਹੁਤ ਉੱਚਾ ਕਰਨਾ ਉਹ ਹੋਊਗਾ ਤਾਂ ਹੀ ਕਿ ਉਹਦੇ ਰਿਸੋਰਸ ਜਿਹੜੇ ਉਹਨਾਂ ਨੂੰ ਬਦਲਣਾ ਪਊਗਾ। ਸੋ ਤੁਸੀਂ ਜਿਹੜਾ ਇਹ ਉਪਰਾਲਾ ਕੀਤਾ ਜਿਹਦੇ ਵਿੱਚ ਬੁੱਧੀਜੀਵਾਂ ਨੂੰ ਇਨਵਾਲਵ ਕਰਕੇ, ਮੈਂ ਥੋੜੀ ਇਸ ਚੀਜ਼ ਨਾਲ ਐਗਰੀ ਹਾਂ ਕਿ ਸੇਵਾ ਦਾ ਹਰ ਪੱਖ ਜਿਹੜਾ ਅਲੱਗ-ਅਲੱਗ ਹੁੰਦਾ। ਕੋਈ ਬੰਦਾ ਫਾਈਨੈਂਸ਼ੀਅਲੀ ਸੇਵਾ ਕਰ ਸਕਦਾ, ਕੋਈ ਫਿਜ਼ੀਕਲੀ ਕਰ ਸਕਦਾ, ਕੋਈ ਬੰਦਾ ਆਪਣੇ ਪ੍ਰੋਫੈਸ਼ਨਲ ਦੇ ਵਿੱਚ ਰਹਿ ਕੇ ਉਸ ਪ੍ਰੋਫੈਸ਼ਨਲ ਕਰ ਸਕਦਾ, ਚਾਹੇ ਉਹ ਲੈਂਡਸਕੇਪਰ ਵੀ ਕਿਉਂ ਨਾ ਹੋਵੇ। ਸੋ ਉਸੇ ਤਰ੍ਹਾਂ ਜਿਹੜੇ ਪ੍ਰੋਫੈਸਰ ਹੁੰਦੇ ਆ, ਬੁੱਧੀਜੀਵ ਹੁੰਦੇ ਆ, ਉਹ ਆਪਣੇ ਪ੍ਰੋਫੈਸ਼ਨ ਦੇ ਲਿਹਾਜ਼ ਦੇ ਨਾਲ ਇਸ ਸਾਡੀ ਮਦਰ ਲੈਂਗੁਏਜ ਨੂੰ ਅੱਜ ਦੀ ਜਨਰੇਸ਼ਨ ਦੇ ਵਿੱਚ ਜਿਹੜਾ ਰੀਪ੍ਰਜੈਂਟ ਕਰਨ ਦਾ ਤੁਹਾਡਾ ਉਪਰਾਲਾ, ਮੈਂ ਫਿਰ ਇਹਦਾ ਧੰਨਵਾਦ ਕਰਦਾ ਕਿ ਤੁਸੀਂ ਬਹੁਤ ਵਧੀਆ ਕੰਮ ਕਰ ਰਹੇ ਹੋ। ਧੰਨਵਾਦ ਜੀ। ਅਸੀਂ ਪ੍ਰਮਾਤਮਾ ਅੱਗੇ ਬੇਨਤੀ ਕਰਦੇ ਹਾਂ ਕਿ ਤੁਹਾਡੀ ਲੰਮੀ ਆਰਜ਼ੂ ਹੋਵੇ, ਕਿਉਂਕਿ ਸਾਨੂੰ ਕਮਿਊਨਿਟੀ ਨੂੰ ਵੀ ਇਹੋ ਜਿਹੇ ਇਨਸਾਨ ਚਾਹੀਦੇ ਹੁੰਦੇ ਆ ਜਿਹੜੇ ਕਿ ਐਜੂਕੇਸ਼ਨ ਦੇ ਲਿਹਾਜ਼ ਦੇ ਨਾਲ ਸਮਾਜ ਦੇ ਵਿੱਚ ਕ੍ਰਾਂਤੀ ਲਿਆਉਣੀ ਮੰਗਦੇ ਆ। ਸੋ ਇੰਨੇ ਕੁ ਮੇਰੇ ਵਿਚਾਰ ਸੀ। ਥੈਂਕ ਯੂ ਤੁਹਾਡਾ ਸਮਾਂ ਦੇਣ ਦਾ ਜੀ, ਧੰਨਵਾਦ। ਥੈਂਕ ਯੂ ਬਰਾੜ ਸਾਹਿਬ, ਮਿਹਰਬਾਨੀ ਜੀ, ਬਹੁਤ ਬਹੁਤ ਧੰਨਵਾਦ। ਮੈਂ ਬੱਚਿਆਂ ਤੇ ਫਿਰ ਲਿਆ ਰਿਹਾ ਸੀ
ਤੇ ਇੱਕ ਤਾਂ ਇਹ ਕਿ ਆਪਾਂ ਉਹਨਾਂ ਨੂੰ ਕ੍ਰੈਡਿਟਸ ਲੈ ਕੇ ਦਿਆਂਗੇ ਉਹਨਾਂ ਦੀ ਡਿਗਰੀ ਦੇ ਵਿੱਚ ਐਡਵਾਂਸਮੈਂਟ ਹੋ ਗਈ। ਦੂਸਰਾ ਪਹਿਲੂ ਜਿਹੜਾ ਆਪਾਂ ਨੂੰ ਖਿਆਲ ਨੌਜਵਾਨਾਂ ਵਾਸਤੇ ਇਹ ਹੋਏਗਾ, ਅੱਜ ਇਸ ਦੇਸ਼ ਦੇ ਅੰਦਰ ਆਪਣੀ ਆਬਾਦੀ ਪੰਜਾਬੀਆਂ ਦੀ 7.5 ਲੱਖ ਤੋਂ ਵੱਧ ਚੁੱਕੀ ਹੈ ਜੀ, ਠੀਕ ਹੈ ਜੀ। ਤੇ ਹਰ ਕਾਰੋਬਾਰ ਦੇ ਵਿੱਚ, ਚਾਹੇ ਉਹ ਸਰਕਾਰੀ ਨੌਕਰੀਆਂ ਨੇ, ਚਾਹੇ ਪੁਲਿਸ ਵਿੱਚ ਭਰਤੀ ਹੋਣਾ ਜੇ, ਚਾਹੇ ਜੇ ਰੈਵਨਿਊ ਕੈਨੇਡਾ ਦੇ ਵਿੱਚ ਭਰਤੀ ਹੋਣਾ ਹੈ, ਸਰਕਾਰ ਦੀ ਕੋਈ ਵੀ ਡਿਪਾਰਟਮੈਂਟ ਹੈ, ਕੋਈ ਬਾਹਰ ਬਿਜ਼ਨਸ ਹੈ, ਪੰਜਾਬੀ ਦੀ ਰਿਕੁਆਇਰਮੈਂਟਸ ਆ ਰਹੀ ਹੈ ਜੀ, ਠੀਕ। ਉਹ ਇਸ ਕਰਕੇ ਕੋਰਸਿਸ ਇਕੱਲੇ ਸਾਡੇ ਬੱਚਿਆਂ ਵਾਸਤੇ ਨਹੀਂ, ਗੈਰ ਸਿੱਖਾਂ ਵਾਸਤੇ ਵੀ ਓਪਨ ਨੇ, ਕੋਈ ਵੀ ਆ ਕੇ ਇਸ ਕੋਰਸਿਸ ਨੂੰ ਲੈ ਸਕਦਾ। ਪਹਿਲ ਦਿੱਤੀ ਜਾਂਦੀ ਹੈ। ਜੇ ਤੁਸੀਂ ਪੰਜਾਬੀ ਜਾਣਦੇ ਹੋ, ਅੱਜ ਬਿਜ਼ਨਸ ਆ ਮੈਂ ਜਾਣਦਾ ਜਿਹੜੇ ਜਿਹਨੂੰ ਓਨ ਕਰਨ ਵਾਲੇ ਕੈਨੇਡੀਅਨਸ ਨੇ ਔਰ ਨਾਨ ਪੰਜਾਬੀ ਨੇ, ਉਹ ਚਾਹੁੰਦੇ ਨੇ ਜੇ ਪੰਜਾਬੀ ਬੋਲਣ ਵਾਲਾ ਬੱਚਾ ਅਸੀਂ ਹਾਇਰ ਕਰ ਲਈਏ, ਬਿਲਕੁਲ ਬਹੁਤ ਹਾਂ, ਜ਼ਰੂਰੀ ਮੰਨਿਆ ਜਾਂਦਾ, ਜੌਬ ਦੇ ਵਿੱਚ ਤੁਹਾਡੇ ਚਾਂਸਸ ਡਬਲ ਬਣ ਜਾਂਦੇ ਨੇ, ਠੀਕ ਹੈ ਜੀ। ਜੇ ਤੁਸੀਂ ਕੱਲੀ ਇੱਕੋ ਅੰਗਰੇਜ਼ੀ ਦੇ ਵਿੱਚ ਹੀ ਜਾਂ ਫ੍ਰੈਂਚ ਵਿੱਚ ਹੀ ਰਹਿ ਗਏ ਨਾ, ਫਿਰ ਤੁਸੀਂ ਸੀਮਿਤ ਕਰ ਲਿਆ ਆਪਣੇ ਆਪ ਨੂੰ ਕੰਪੀਟ ਕਰਨ ਨੂੰ ਪੂਰੀ 38,000 ਦੇ ਨਾਲ। ਜੇ ਤੁਸੀਂ ਇਹ ਕਰ ਲਿਆ, ਇਹਦੇ ਨਾਲ ਤੁਹਾਡਾ ਜਿਹੜਾ 50% ਚਾਂਸਸ ਵੱਧ ਬਣਦੇ ਨੇ ਤੁਹਾਡੇ ਇੰਪਲੋਇਮੈਂਟ ਦੇ। ਇੱਕ ਹੋਰ ਚੀਜ਼ ਜਿਹੜੀ ਸਾਡੀ ਵਿਲੱਖਣਤਾ ਹੋਵੇਗੀ, ਉਹ ਹੋਵੇਗੀ ਇੰਟਰਨੈਸ਼ਨਲ ਸਟੂਡੈਂਟ ਸਾਡੇ ਆਉਂਦੇ ਨੇ। ਮੈਂ ਇਸ ਗੱਲ ਨਾਲ ਸਹਿਮਤ ਨਹੀਂ ਵੀ ਕੋਈ ਕਿੰਨਾ ਪ੍ਰੋਫਿਟ ਕਮਾਉਂਦਾ ਕਿੰਨਾ ਨਹੀਂ ਕਮਾਉਂਦਾ, ਜੀ ਸੱਚ ਕੇ ਸਭ ਕਮਾਣ। ਸਾਡੀ ਯੂਨੀਵਰਸਿਟੀ ਆਫ ਬ੍ਰਿਟਿਸ਼ ਕੋਲੰਬੀਆ $43,000 ਉਹਨਾਂ ਦੇ ਕੋਲੋਂ ਚਾਰਜ ਕਰਦੀ ਹੈ ਤੇ KPU ਵਰਗੇ ਵੀ $23,000 ਤੋਂ $27,000 ਚਾਰਜ ਕਰਦੇ ਨੇ, ਠੀਕ। ਹੁਣ ਅਸੀਂ ਜਿਹੜੀ ਫੀਸ ਸਟਰਕਚਰ ਵੀ ਰੱਖਿਆ ਹੋਇਆ, ਇੱਕ ਕੋਰਸ ਉਹਦੇ ਵਿੱਚ ਜਾਂ ਬੱਚਾ 2 ਸਾਲ ਦਾ ਡਿਪਲੋਮਾ ਕਰਦਾ ਆ, ਜੋ ਇੰਟਰਮੀਡੀਏਟ ਡਿਗਰੀ ਵਗੈਰਾ ਡਿਪਲੋਮਾ ਲੈਂਦਾ ਰਹੇ, ਫਿਰ ਉਹਨਾਂ ਨੂੰ ਅਪਲਾਈ ਕਰਨਾ ਪੈਂਦਾ ਆ ਵੀ ਮੈਂ PR ਲੈਣ ਵਾਸਤੇ ਕੋਈ ਸੁਪਰਵਾਈਜ਼ਰ ਦੀ ਜੌਬ ਮਿਲੇ, ਉਹ ਸਰਕਾਰ ਨੇ ਕ੍ਰਾਈਟੇਰੀਆ ਰੱਖਿਆ ਹੋਇਆ। ਅੱਛਾ, ਅਸੀਂ ਇੱਕ ਇੰਟਰੋਡਕਸ਼ਨ ਮੈਨੇਜਮੈਂਟ ਦਾ ਕੋਰਸ ਸ਼ੁਰੂ ਕੀਤਾ ਜੇ, ਰੱਖਿਆ ਜੇ, ਉਹਦੀ ਆਲਰੇਡੀ ਅਪਰੂਵਲ ਵਾਸਤੇ ਗਿਆ ਹੋਇਆ ਸਰਕਾਰ ਨੇ। ਜਦ ਅਪਰੂਵਲ ਮਿਲ ਗਈ ਅਸੀਂ ਉਹ ਟੀਚ ਕਰਨਾ ਸ਼ੁਰੂ ਕਰ ਦੇਣਾ ਹੈਗਾ, ਪਰ ਮੈਂ ਪ੍ਰਾਈਵੇਟਲੀ ਉਹ ਕੋਰਸ ਆਪ ਟੀਚ ਕਰਦਾ ਇੰਡਸਟਰੀ ਨੂੰ, ਠੀਕ ਹੈ ਜੀ। ਅਸੀਂ ਉਹਨੂੰ ਇੰਸਟੀਚਿਊਟ ਦੇ ਵਿੱਚ ਟ੍ਰਾਂਸਫਰ ਕਰਨਾ, ਕਿਉਂਕਿ ਮੇਰੇ ਕੋਲ 2 ਪ੍ਰੋਫੈਸਰ ਨੇ ਜਿਹੜਾ ਟੀਚ ਕਰਨਾ ਚਾਹੁੰਦੇ ਨੇ ਉਸ ਕੋਰਸ ਨੂੰ। ਉਹਦੇ ਵਿੱਚ ਕੀ ਹੋਏਗਾ, ਉਹ ਫਰੰਟ ਲਾਈਨ ਮੈਨੇਜਮੈਂਟ ਟਾਈਟਲ ਅਸੀਂ ਉਸ ਕੋਰਸ ਦਾ ਦਿੱਤਾ। ਅਸੀਂ 50 ਘੰਟੇ ਦਾ ਉਹ ਪ੍ਰੋਗਰਾਮ ਹੈ, ਟੀਚ ਕਰਦੇ ਹਾਂ 50 ਆਵਰਸ ਦੇ ਵਿੱਚ। ਇਹ ਬੱਚੇ ਜਿਹੜੇ ਇੱਥੇ 2 ਸਾਲ ਦਾ ਡਿਪਲੋਮਾ ਕਰਕੇ ਉਹ ਸਾਡਾ ਕੋਰਸ ਕਰਨਗੇ, ਉਹਨਾਂ ਨੂੰ ਇਹ ਨਹੀਂ ਵੀ ਕੋਈ ਲਿਖਤੀ ਰੂਪ ਵਿੱਚ ਐਵੇਂ ਸੁਪਰਵਾਈਜ਼ਰ ਬਣਾ ਦਿੱਤਾ, ਉਹ ਵੈਲ ਟ੍ਰੇਨਡ ਹੋਣਗੇ ਔਰ ਸੁਪਰਵਾਈਜ਼ਰੀ ਪੋਜੀਸ਼ਨਾਂ ਦੇ ਕਾਬਲ ਹੋਣਗੇ। ਉੱਥੇ ਲਿਜਾ ਕੇ ਉਹਨਾਂ ਨੂੰ $24 ਦੀ ਜਿਹੜੀ ਰਿਕੁਆਇਰਮੈਂਟ ਆ ਘੰਟੇ ਦੀ ਇਨਕਮ ਕਰਨ ਦੀ, 24 ਨਾਲੋਂ ਵੱਧ ਮਿਲਣਗੇ, ਮੈਂ ਜਾਣਦਾ ਹੈਗਾ। ਸੋ ਇਸ ਕਰਕੇ ਵੀ ਨੌਜਵਾਨ ਪੀੜ੍ਹੀ ਵਾਸਤੇ ਬਹੁਤ ਲਾਭਦਾਇਕ ਹੋਏਗਾ, ਖਾਸ ਕਰਕੇ ਸਾਡੇ ਇੰਟਰਨੈਸ਼ਨਲ ਸਟੂਡੈਂਟਸ ਵਾਸਤੇ ਤਾਂ ਬਿਲਕੁਲ ਹੀ ਬਹੁਤ ਜ਼ਿਆਦਾ ਉਹ ਕੋਰਸ ਜਿਹੜਾ ਜ਼ਿਆਦਾ ਹੋਏਗਾ। ਇੰਡਸਟਰੀ ਮੇਰੇ ਕੋਲ ਆਲਰੇਡੀ ਬਹੁਤ ਸਾਈਨ ਕਰ ਚੁੱਕੀ, ਮੈਂ ਸੱਚੀ ਦੱਸਦਾ, 5 ਕੰਪਨੀਆਂ ਆਲਰੇਡੀ ਮੇਰੇ ਨਾਲ ਸਾਈਨ ਕਰ ਚੁੱਕੀਆਂ ਨੇ ਸਾਡੇ ਨਾਲ ਵੀ ਤੁਸੀਂ ਉਹ ਕੋਰਸ ਸਾਡੇ ਸੁਪਰਵਾਈਜ਼ਰਾਂ ਨੂੰ, ਸਾਡੇ ਮੈਨੇਜਰਾਂ ਨੂੰ ਪੜ੍ਹਾਓ, ਕਿਉਂਕਿ ਉਹਦਾ ਜਿਹੜਾ ਬੈਕਗਰਾਉਂਡ ਹੈ ਬੜੀ ਵਧੀਆ ਡਿਟੇਲਸ ਵਿੱਚ ਕੀਤੀ। ਇਸੇ ਤਰ੍ਹਾਂ ਬਾਕੀ ਕੋਰਸਿਸ ਵੀ ਨੇ। ਹੁਣ ਇੱਕ ਕੋਰਸਿਸ ਮੇਰਾ ਸਵਾਲ ਆਇਆ ਸੀ, ਟੀਚਰਸ ਸਾਹਿਬਾਨ ਪੜ੍ਹਾਉਂਦੇ ਨੇ ਸਾਡੇ ਭੈਣ ਜੀ ਆਪਣੇ ਗੁਰਦੁਆਰਾ ਸਾਹਿਬ ਦੇ ਅੰਦਰ, ਅਸੀਂ ਟੀਚਰਸ ਟ੍ਰੇਨਿੰਗ ਦਾ ਇੱਕ ਕੋਰਸਿਸ ਤਿਆਰ ਕਰ ਰਹੇ ਹਾਂ, ਕਿਉਂਕਿ ਡਾਕਟਰ ਅੰਮ੍ਰਿਤਪਾਲ ਕੌਰ ਜੀ ਪੰਜਾਬੀ ਯੂਨੀਵਰਸਿਟੀ ਦੇ ਤੁਹਾਨੂੰ ਪਤਾ ਵੀ ਐਕੈਡੈਮਿਕ ਡੀਨ ਰਹਿ ਚੁੱਕੇ ਨੇ ਤੇ ਲਿੰਗੁਇਸਟਿਕ ਦੇ ਡੀਨ ਰਹਿ ਚੁੱਕੇ ਨੇ, ਉਹ ਸਾਡੇ ਨਾਲ ਵਰਕ ਕਰਦੇ ਨੇ, ਸਾਡੀ ਫੈਕਲਟੀ ਦੇ ਐਡਵਾਈਜ਼ਰ ਨੇ। ਅਸੀਂ ਉਹ ਕੋਰਸ ਉਹਨਾਂ ਨੂੰ ਤਿਆਰ ਕਰਨ ਵਾਸਤੇ ਆਲਰੇਡੀ ਦਿੱਤਾ ਹੋਇਆ ਤੇ ਕਿਉਂਕਿ ਇਹਦੀ ਡਿਮਾਂਡ ਵੀ ਬਹੁਤ ਆ। ਉਹਦੀ ਡਿਮਾਂਡ ਮੈਂ ਤੁਹਾਨੂੰ ਦੱਸਦਾ, ਤੁਸੀਂ ਹੈਰਾਨ ਹੋਵੋਗੇ। ਮੈਂ ਪਹਿਲਾਂ ਗੱਲ ਕੀਤੀ ਸੀ ਸਕੂਲ ਡਿਸਟ੍ਰਿਕਟ 36 ਆਪਣਾ ਜਿਹੜਾ ਸਰੀ ਵਿੱਚ ਜਿੱਥੇ ਆਪਾਂ ਵਸਦੇ ਆ, ਇੱਥੇ 74,000 ਸਟੂਡੈਂਟ ਆ, 11,000 ਇੰਪਲੋਈਜ਼ ਨੇ, ਸਾਡੇ ਕੋਲ 22 ਪੰਜਾਬੀ ਟੀਚਰ ਆ ਇਸ ਡਿਸਟ੍ਰਿਕਟ ਦੇ ਅੰਦਰ, ਜਿਹੜੇ 11 ਸਕੂਲਾਂ ਦੇ ਵਿੱਚ ਪੜ੍ਹਾਉਂਦੇ ਨੇ। ਅੱਛਾ, ਉਹ ਸਾਰੇ ਬਹੁਤ ਮਿਹਨਤ ਕਰਨ ਵਾਲੇ ਟੀਚਰ ਨੇ, ਪਰ ਕੋਈ ਬੇਸਿਕ ਲੈਵਲ ਤੇ ਉਹਨਾਂ ਨੂੰ ਰਿਸੋਰਸਿਸ ਦੀ ਬਹੁਤ ਕਮੀ ਆਉਂਦੀ ਆ, ਕਿਉਂਕਿ ਸਕੂਲ ਡਿਸਟ੍ਰਿਕਟ ਨੂੰ ਤਾਂ ਪਤਾ ਹੀ ਕੋਈ ਨਹੀਂ ਵੀ ਕਿਹੜੀਆਂ ਰਿਸੋਰਸਿਸ ਦੇਣੀਆਂ ਨੇ। ਅਸੀਂ ਪੰਜਾਬੀ, ਸਾਡਾ ਪਿਛੋਕੜ ਵਾਲੇ ਸਾਰੇ ਬਹੁਤ ਖੁਸ਼ ਹੋਏ ਨੇ, ਪੰਜਾਬੀ ਪੜ੍ਹਾਈ ਜਾਂਦੀ ਹੈ ਜੀ, ਫਿਰ ਵਧੀਆ। ਅਸੀਂ ਬੋਰਡ ਦੇ ਨਾਲ ਰਲ ਕੇ, ਉਹਨਾਂ ਨੇ 5 ਮੈਂਬਰੀ ਕਮੇਟੀ ਟੀਚਰਾਂ ਦੀ ਸਾਡੇ ਨਾਲ ਵਰਕ ਕਰਦੀ ਹੈ ਇਸ ਵੇਲੇ, ਤੇ ਅਸੀਂ ਆਪਣੇ ਵੱਲੋਂ ਡਾਕਟਰ ਅਮਰਤਪਾਲ ਕੌਰ ਨੇ, ਡਾਕਟਰ ਸਿੱਧੂ ਨੇ ਤੇ ਗੁਰਵਿੰਦਰ ਸਿੰਘ ਜਿਹਨੇ ਸਾਡੇ ਕੋਲ ਸਾਈਮਨ ਫਰੇਜ਼ਰ ਯੂਨੀਵਰਸਿਟੀ ਤੋਂ, ਸੋ ਅਸੀਂ 3-4 ਜਾਣੇ ਨਾਲ ਜੋੜੇ ਹੋਏ ਨੇ। ਮੈਂ ਵੀ ਕਿਤੇ ਉਹਨਾਂ ਦੀ ਮੀਟਿੰਗਾਂ ਅਟੈਂਡ ਕਰ ਲੈਣਾ, ਫੁੱਲ ਟਾਈਮ ਫੁੱਲ ਡੇਜ਼ ਦੀਆਂ ਮੀਟਿੰਗਾਂ ਚੱਲਦੀਆਂ ਨੇ ਉਹਨਾਂ ਦੇ ਨਾਲ। ਅਸੀਂ ਉਹ ਕੋਰਸਿਸ ਡਿਵੈਲਪ ਕਰਨ ਵਾਸਤੇ ਤੇ ਨਾਲ ਰਿਸੋਰਸ ਮਟੀਰੀਅਲ ਉਹਨਾਂ ਨੂੰ ਅਸੀਂ ਤਿਆਰ ਕਰਕੇ ਦੇਣਾ ਜੀ। ਤੁਸੀਂ ਅੰਦਾਜ਼ਾ ਲਾਓ, ਜੇ ਅਸੀਂ ਸਰੀ ਡਿਸਟ੍ਰਿਕਟ ਦੇ ਵਿੱਚ ਕਾਮਯਾਬ ਹੁੰਦੇ ਆ ਉਹਨਾਂ ਨਾਲ, ਤੇ ਆਲ ਓਵਰ ਕੈਨੇਡਾ ਜਾਂ ਨਾਰਥ ਅਮਰੀਕਾ ਹੋਰਨਾਂ ਜਾਂ ਦੇਸ਼ਾਂ ਵਿੱਚ ਕਿਉਂ ਨਹੀਂ ਕਾਮਯਾਬ ਹੋਵਾਂਗੇ, ਲਾਜ਼ਮੀ ਹੋਵਾਂਗੇ। ਉੱਥੋਂ ਇੱਕ ਡਿਮਾਂਡ ਹੋਰ ਵੀ ਆ ਰਹੀ ਹੈ ਵੀ ਤੁਸੀਂ ਇੱਕ ਟੀਚਰਸ ਟ੍ਰੇਨਿੰਗ ਪ੍ਰੋਗਰਾਮ ਤਿਆਰ ਕਰਕੇ ਤੇ ਜਿਹੜਾ ਮੈਂ ਦੱਸਿਆ, ਇਹ ਡਿਮਾਂਡ ਉੱਥੋਂ ਸ਼ੁਰੂ ਹੋਈ ਸੀ, ਠੀਕ ਹੈ ਜੀ। ਸਾਡੇ ਪੰਜਾਬੀ ਪੜ੍ਹਾਉਣ ਵਾਲੇ ਟੀਚਰਾਂ ਨੂੰ ਪ੍ਰੋਪਰ ਟ੍ਰੇਨਿੰਗ ਵਾਸਤੇ ਵੀ ਇੱਕ ਕੋਰਸ ਤਿਆਰ ਕਰੋ। ਉਹ ਕੋਰਸ ਸਕੂਲ ਡਿਸਟ੍ਰਿਕਟ ਵਿੱਚ ਆਉਂਦਾ ਅਸੀਂ ਕਰੀਏ, ਜਿੱਥੇ ਟੀਚਰਸ ਬਾਕੀ ਟ੍ਰੇਨਿੰਗ ਲੈਣਗੇ, UBC ਤੋਂ ਜਾ ਕੇ ਸਾਲ ਦੀ ਟ੍ਰੇਨਿੰਗ ਲੈ ਕੇ ਟੀਚਰ ਬਣਨ ਦੀ ਕੋਸ਼ਿਸ਼ ਕਰਦੇ ਨੇ, ਉਹ ਸਾਡਾ ਡਿਪਲੋਮਾ ਲੈ ਕੇ ਵੀ ਉਹ ਨਾਲ ਰਿਕੁਆਇਰਮੈਂਟ ਹੋ ਜਾਇਆ ਕਰੀ, ਜੇ ਤੁਸੀਂ ਪੰਜਾਬੀ ਪੜ੍ਹਾਉਣਾ ਆ ਤੇ GNI ਦਾ ਡਿਪਲੋਮਾ ਹੋਊਗਾ ਤਾਂ ਤੁਹਾਨੂੰ ਤਰਜੀਹ ਦਿੱਤੀ ਜਾਏਗੀ। ਓਕੇ ਜੀ।
ਇਹ ਵਾਕਈ ਬਹੁਤ ਹੀ ਵਧੀਆ ਉਪਰਾਲਾ ਕਿਹਾ ਜਾ ਸਕਦਾ ਹੈ ਗਿਆਨ ਸਿੰਘ ਸੰਧੂ ਜੀ, ਔਰ ਕੋਸ਼ਿਸ਼ ਹੈ ਕਿ ਵੀ ਵਾਕਈ ਇਹ ਇਦਾਂ ਹੀ ਇੱਕ ਵਧੀਆ ਬੂਟੇ ਦੀ ਤਰ੍ਹਾਂ ਅੱਗੇ ਫਲਦਾ ਫੁੱਲਦਾ ਰਵੇ, ਔਰ ਇਹ ਬਹੁਤ ਵੱਡੀ ਉਮੀਦ ਜਿਹੜੀ ਅਸੀਂ ਸਾਰੇ ਕਰ ਸਕਦੇ ਹਾਂ, ਜਿਹਦੇ 'ਚ ਨੋ ਡਾਊਟ ਕਿ ਸਾਰਿਆਂ ਨੂੰ ਮਿਲ ਕੇ ਵੀ ਚੱਲਣਾ ਪਏਗਾ, ਕਿਉਂਕਿ ਸਾਥ ਤੋਂ ਬਿਨਾਂ ਨਹੀਂ ਚੱਲਿਆ ਜਾ ਸਕਦਾ। ਆਖਿਰ ਦੇ ਵਿੱਚ ਗਿਆਨ ਸਿੰਘ ਜੀ ਕੀ ਕਹਿਣਾ ਚਾਹੋਗੇ, ਜਿਹੜੇ ਲੋਕ ਤੁਹਾਡੇ ਨਾਲ ਸੰਪਰਕ ਕਰਨਾ ਚਾਹੁੰਦੇ ਨੇ, ਚਾਹੇ ਉਹ ਐਡਮਿਸ਼ਨ ਲੈਣ ਵਾਸਤੇ, ਚਾਹੇ ਉਹ ਪੜ੍ਹਾਉਣ ਵਾਲੇ ਟੀਚਰ, ਉਹ ਤੁਹਾਡੇ ਨਾਲ ਕਿੱਥੇ ਸੰਪਰਕ ਕਰ ਸਕਦੇ ਆ? ਆਖਿਰ 'ਚ ਕੀ ਮੈਸੇਜ ਕਨਵੇ ਕਰਨਾ ਚਾਹੋਗੇ? ਦੇਖੋ ਜੀ, ਧੰਨਵਾਦ ਪਹਿਲਾਂ ਤਾਂ ਬਹੁਤ ਬਹੁਤ ਤੁਹਾਡਾ ਇਸ ਸ਼ੋਅ ਦੇ ਵਿੱਚ ਮੈਨੂੰ ਲਿਆਉਣ ਦਾ ਤੇ ਸਮਾਂ ਦੇਣ ਦਾ, ਤੇ ਜਿੰਨੇ ਵੀ ਤੁਹਾਡੇ ਦਰਸ਼ਕ ਦੇਖ ਰਹੇ ਨੇ ਉਹਨਾਂ ਸਾਰਿਆਂ ਦਾ ਤਹਿ ਦਿਲ ਤੋਂ ਧੰਨਵਾਦ। ਤੁਸੀਂ ਬਹੁਤ ਹੀ ਚਾਹਨਾ ਦੇ ਨਾਲ ਦਿਲਚਸਪੀ ਲੈ ਕੇ ਆਪਣੇ ਵਿਚਾਰ ਵੀ ਦਿੱਤੇ ਨੇ। ਸਾਡਾ ਕੰਟੈਕਟ ਜਿਹੜੀ ਵੈਬਸਾਈਟ ਤੇ ਜਾਣਾ ਪਵੇਗਾ, ਵੈਬਸਾਈਟ ਹੈ gurunanak.institute.ca, ਉੱਥੇ ਹਰ ਡਿਟੇਲਸ ਦਿੱਤੀ ਹੋਈ ਹੈ। ਟੈਲੀਫੋਨ ਨੰਬਰ ਸਾਡੇ ਆਫਿਸ ਦਾ, ਸਾਡਾ ਆਫਿਸ ਜਿਹੜਾ ਹੈ ਉਹ ਲੈਂਗਲੀ ਬੇਸਡ ਹੈ, ਕਿਉਂਕਿ ਅਸੀਂ ਕਈ ਵਾਰੀ ਫਿਰ ਡੋਨੇਸ਼ਨ ਟਾਈਪ ਤੇ ਵੀ ਸਾਡਾ ਇੱਕ ਬੋਰਡ ਮੈਂਬਰ ਉਸ ਆਫਿਸ ਨੂੰ ਓਨ ਕਰਦੇ ਸੀਗੇ, ਉਹਨਾਂ ਨੇ ਕਿਹਾ ਵੀ ਇਹ ਮੇਰੇ ਆਫਿਸ ਤੇ ਤੁਸੀਂ ਲੈ ਕੇ ਇੱਥੋਂ ਆਪਣੇ ਆਫਿਸ ਖੋਲ ਲਓ, ਤੇ ਉਹਦਾ ਟੈਲੀਫੋਨ ਨੰਬਰ ਹੈ 7782981469। ਗੁਰੂ ਨਾਨਕ ਸਾਹਿਬ ਦੇ ਆਗਮਨ ਦਿਵਸ ਦੇ ਸਾਲ ਦੇ ਨਾਲ ਜੋੜਿਆ ਹੋਇਆ ਨੰਬਰ ਹੈ 1469 778 298 ਤੇ 1469 ਦਾ ਟੈਲੀਫੋਨ ਨੰਬਰ ਹੈ। ਜੇ ਕਿਸੇ ਨੇ ਉਹ ਸਾਡਾ ਇੰਸਟੀਚਿਊਟ ਦਾ ਨੰਬਰ ਹੈ, ਤੇ ਬੇਟੀ ਜੋ ਉੱਥੇ ਆਫਿਸ ਵਿੱਚ ਕੰਮ ਚਲਾਉਂਦੇ ਨੇ ਰਵਜੋਤ ਕੌਰ, ਉਹ ਇਹਨਾਂ ਡਾਇਰੈਕਟਲੀ ਉਹਨਾਂ ਕੋਲ ਕਾਲ ਜਾਂਦੀ ਹੈ, ਜਿੱਥੇ ਵੀ ਕਾਲ ਡਾਇਰੈਕਟ ਕਰਨੀ ਹੁੰਦੀ ਉਹ ਫਿਰ ਵਾਪਸ ਕਰਦੇ ਨੇ। ਜੇ ਕਿਸੇ ਨੇ ਮੇਰੇ ਨਾਲ ਵੀ ਕੰਟੈਕਟ ਕਰਨਾ, ਕਦੇ ਸ਼ਾਈ ਵੇ ਨਾ ਕਰਿਓ, ਮੇਰਾ ਆਪਣਾ ਨੰਬਰ ਹੈ 604 341 2755, ਤੁਸੀਂ ਮੇਰੇ ਨਾਲ ਵੀ ਕੰਟੈਕਟ ਕਰ ਸਕਦੇ ਹੋ, ਈਮੇਲ ਕਰ ਸਕਦੇ ਹੋ। ਈਮੇਲ ਤੇ ਤੁਸੀਂ EA ਸਾਡੀ ਐਗਜ਼ੈਕਟਿਵ ਅਸਿਸਟੈਂਟ ਹੈ, ਇਨਫੋਰਮੇਸ਼ਨ ਤੇ ਜਾ ਸਕਦੇ ਹੋ। ਜਿਹੜੇ ਵੀ ਵੱਖਰੇ ਤੁਹਾਨੂੰ ਬਹੁਤ ਈਮੇਲ ਤੁਹਾਡੇ 3-4 ਈਮੇਲ ਦਿੱਤੇ ਹੋਏ ਨੇ, ਜਿਹਦੇ ਨਾਲ ਵੀ ਡਿਪਾਰਟਮੈਂਟ ਨਾਲ ਤੁਸੀਂ ਕਰਨਾ ਚਾਹੁੰਦੇ ਹੋ ਉਹਨਾਂ ਕਰ ਸਕਦੇ ਨੇ। ਇਸ ਕਰਕੇ ਉਹ EA ਦਾ ਈਮੇਲ ਜਿਹੜਾ ਹੈਗਾ ਆ ਉਹ EA@global ਆਪਣੇ ਗੁਰੂ ਨਾਨਕ institute.ca ਦੇ ਨਾਂ ਥੱਲੇ ਹੈਗਾ। ਜੋ ਵੀ ਇਨਫੋਰਮੇਸ਼ਨ ਤੁਹਾਨੂੰ ਚਾਹੀਦੀ ਆ, ਕਿਸੇ ਬੱਚੇ ਨੂੰ ਕੋਰਸ ਦੀ ਐਨਰੋਲਮੈਂਟ ਵਾਸਤੇ ਆ, ਉਹ ਤੇ ਇੱਕ ਫਾਰਮ ਦਿੱਤਾ ਹੋਇਆ ਤੁਸੀਂ ਆਪਣਾ ਇੰਟਰਸਟ ਜ਼ਾਹਰ ਕਰਨ ਵਾਸਤੇ, ਤਾਂ ਜੋ ਅਸੀਂ ਤੁਹਾਡੇ ਨਾਲ ਵਿਚਾਰ ਵਟਾਂਦਰਾ ਕਰ ਸਕੀਏ, ਤੁਹਾਡੀ ਖਾਹਿਸ਼ ਨੂੰ ਪੂਰਾ ਕਰ ਸਕੀਏ, ਬਨਿਸਬਤ ਕਿ ਤੁਸੀਂ ਬਲਾਈਂਡਲੀ ਸਾਈਨ ਕਰੋ। ਨਹੀਂ, ਅਸੀਂ ਉਹ ਫਾਰਮ ਭਰ ਕੇ ਸਾਨੂੰ ਘੱਲੋ, ਉਹਦੀ ਰਿਕੁਐਸਟਾਂ ਆਲਰੇਡੀ ਆਉਣੀਆਂ ਸ਼ੁਰੂ ਹੋ ਗਈਆਂ, ਉਹਦਾ ਰਿਸਪੌਂਸ ਤੁਹਾਨੂੰ ਮਿਲੇਗਾ, ਤੇ ਅਸੀਂ ਫਿਰ ਤੁਹਾਨੂੰ ਉਹਦੇ ਰਿਸਪੌਂਸ ਤੋਂ ਬਾਅਦ ਇਹਨਾਂ ਇੰਸਟਰਕਟਰਾਂ ਦੇ ਨਾਲ ਇਨ ਟੱਚ ਕਰਾਵਾਂਗੇ। ਸੋ ਸਾਰੀ ਟੀਚਿੰਗ ਆਨਲਾਈਨ ਹੋਵੇਗੀ ਜੀ। ਇਸ ਵੇਲੇ ਜਿਹੜਾ ਪਲਾਨ ਹੈ ਨੈਕਸਟ 2-3 ਸਾਲ ਦੀ ਆਨਲਾਈਨ ਟ੍ਰੇਨਿੰਗ ਦੀ ਪਲਾਨ ਹੈਗੀ ਹੈ, ਤੇ ਇਵੈਂਚੁਅਲੀ ਫਿਰ ਹੋ ਸਕਦਾ ਅਸੀਂ ਸਾਈਟ ਦੇਖਾਂਗੇ, ਕਿਉਂਕਿ ਕਿਸੇ ਯੂਨੀਵਰਸਿਟੀ ਨੂੰ ਐਸਟੈਬਲਿਸ਼ ਕਰਨਾ ਇਹ 2-4 ਏਕੜ ਦੀ ਗੱਲ ਨਹੀਂ ਹੈਗੀ, ਇੱਥੇ 50 ਤੋਂ 100 ਏਕੜ ਦੀ ਲੋੜ ਪੈਗੀ। ਸੋ ਅਸੀਂ ਉਸ ਚੀਜ਼ ਨੂੰ ਇੱਥੋਂ ਲੈ ਕੇ ਹੋਪ ਤੱਕ ਹੋ ਸਕਦੀ ਹੈ, ਬਿਕੋਜ਼ ਇਹ ਕਿਤੇ ਵੀ ਪ੍ਰੋਪਰਟੀ ਵਿਚਾਲੇ, ਕਿਉਂਕਿ ਸਰੀ ਵਿੱਚ ਤਾਂ ਮੈਨੂੰ ਲੱਗਦਾ ਅੱਜ ਕੱਲ੍ਹ ਤੁਸੀਂ ਮਹਿੰਗਾਈ ਇੰਨੀ ਕਰ ਦਿੱਤੀ ਹੈ ਤੇ ਕੁਝ ਇੰਨੇ ਏਕੜ ਲੈਣੇ ਵੀ ਮੁਸ਼ਕਲ ਹੋ ਜਾਣੇ। ਬਿਲਕੁਲ ਬਿਲਕੁਲ। ਸੋ ਬਹੁਤ ਵਧੀਆ ਗੱਲ ਹੈ ਵੀ ਤੁਸੀਂ ਫੀਸਾਂ ਦਾ ਖਿਆਲ ਰੱਖਿਆ। ਹਾਂ, ਫੀਸਾਂ ਬਹੁਤ ਘੱਟ ਨੇ ਜੀ। ਤੁਸੀਂ ਜੇ ਸਟੂਡੈਂਟ ਦੇ ਥੱਲੇ ਜਾਓਗੇ ਨਾ, ਨੰਬਰ 5 ਪਾਲਿਸੀ ਹੈ, ਉੱਥੇ ਫੀਸ ਮੈਂ ਉਦਾਹਰਨ ਦੇ ਦੇਣਾ ਤੁਹਾਨੂੰ, ਕੋਈ ਕਿਉਂਕਿ ਉਹ ਰਿਕੁਆਇਰਮੈਂਟ ਹੈ ਸਰਕਾਰ ਦੀ ਦੱਸਣ ਦੀ। ਕਿਸੇ ਕੋਰਸ ਨੂੰ ਤੁਸੀਂ ਯੂਨੀਵਰਸਿਟੀ ਕੋਈ ਜਿੱਥੋਂ $1000 ਨੂੰ ਕਰਦੇ ਆ, ਸਾਡਾ 350 ਹੋਏਗਾ ਜੀ ਕਾਸਟ ਦੀ। ਦੈਟਸ ਵੈਰੀ ਗੁੱਡ। ਬਹੁਤ ਬਹੁਤ ਸ਼ੁਕਰੀਆ ਤੁਸੀਂ ਸਟੂਡੀਓ ਦੇ ਵਿੱਚ ਆਏ ਗਿਆਨ ਸਿੰਘ ਸੰਧੂ ਜੀ, ਬਹੁਤ ਹੀ ਜ਼ਿਆਦਾ ਜਿਹੜਾ ਗਿਆਨ ਇਸ ਸੰਬੰਧੀ ਸਾਂਝਾ ਕੀਤਾ ਜਿਹਦੀ ਬਹੁਤ ਜ਼ਿਆਦਾ ਲੋੜ ਸੀ। ਥੈਂਕ ਯੂ ਸੋ ਮਚ। ਔਰ ਅੱਗੇ ਵੀ ਜਿਵੇਂ ਇਸ ਪ੍ਰੋਗਰਾਮ ਰਿਗਾਰਡਿੰਗ ਕੋਈ ਵੀ ਅਪਡੇਟ ਆਉਂਦਾ ਤਾਂ ਅਸੀਂ ਕੋਸ਼ਿਸ਼ ਕਰਾਂਗੇ ਸਟੂਡੀਓ ਦੇ ਵਿੱਚ ਤੁਹਾਨੂੰ ਬਿਠਾ ਕੇ ਉਸ ਮੁਤਲਕ ਬਹੁਤ ਸਾਰੀਆਂ ਗੱਲਾਂ ਤੁਹਾਡੇ ਨਾਲ ਸਾਂਝੀਆਂ ਕਰ ਸਕੀਏ। ਥੈਂਕ ਯੂ ਸੋ ਮਚ। ਬਹੁਤ ਬਹੁਤ ਧੰਨਵਾਦ ਜੀ ਤੁਹਾਡਾ, ਪੂਰਾ ਮਿਹਰਬਾਨੀ ਤੁਹਾਡੀ ਸਮਾਂ ਦੇਣ ਦੀ। ਬਾਦਸ਼ਾਹ ਤੁਹਾਨੂੰ ਸਾਰਿਆਂ ਨੂੰ ਚੜ੍ਹਦੀ ਕਲਾ ਬਖਸ਼ਣ ਜੀ। ਸੋ ਗਿਆਨ ਸਿੰਘ ਸੰਧੂ ਜੀ ਨੇ ਆਪਾਂ ਨੂੰ ਸਾਰਾ ਜਿਹੜਾ ਨਵਾਂ ਕੋਰਸ ਜਿਹੜੇ ਕੋਰਸ ਸ਼ੁਰੂ ਕਰਨ ਲੱਗੇ ਨੇ, ਜਿਹੜੇ ਉਹਨਾਂ ਨੇ ਦੱਸਿਆ, ਉਹਦੀ ਸਾਰੀ ਇਨਫੋਰਮੇਸ਼ਨ ਉਹਨਾਂ ਨੇ ਦਿੱਤੀ ਹੈ। ਤੁਸੀਂ ਇਸ ਸੰਬੰਧੀ ਹੋਰ ਜਾਣਕਾਰੀ ਜਾਣਨਾ ਚਾਹੁੰਦੇ ਹੋ, ਜਿਹੜੇ ਕੋਈ ਇੰਟਰਵਿਊ ਨਾਲ ਜੁੜ ਨਹੀਂ ਪਾਏ, ਉਹ ਚੈਨਲ ਪੰਜਾਬੀ ਦੇ ਫੇਸਬੁੱਕ ਪੇਜ ਦੇ ਉੱਤੇ ਜਾ ਕੇ ਇਸ ਇੰਟਰਵਿਊ ਨੂੰ ਦੇਖ ਸਕਦੇ ਨੇ। ਉਹ ਇੰਟਰਵਿਊ ਉੱਥੇ ਪਈ ਹੋਏਗੀ, ਕੋਈ ਤੁਹਾਨੂੰ ਉਸ ਰਿਗਾਰਡਿੰਗ ਇਨਫੋਰਮੇਸ਼ਨ ਚਾਹੀਦੀ ਉਹਦੇ ਤੇ ਤੁਹਾਨੂੰ ਮਿਲ ਜਾਏਗੀ। ਸੋ ਇਹ ਬਹੁਤ ਹੀ ਵਧੀਆ ਉਪਰਾਲਾ, ਜਿਹੜੇ ਐਡਮਿਸ਼ਨ ਲੈਣਾ ਚਾਹੁੰਦੇ ਨੇ ਉਹਨਾਂ ਲਈ ਵੀ, ਤੇ ਜਿਹੜੇ ਇੱਥੇ ਪੜ੍ਹਾਉਣਾ ਚਾਹੁੰਦੇ ਨੇ ਇਹਨਾਂ ਕੋਰਸਾਂ ਸੰਬੰਧੀ ਉਹਨਾਂ ਲਈ ਵੀ। ਸੋ ਮੈਂ ਫਿਰ ਤੋਂ ਦੱਸਦਾ, ਵੈਸੇ ਵੈਬਸਾਈਟ ਤੁਸੀਂ ਲੋਗੋ ਇੱਥੇ ਜੇ ਤੁਹਾਨੂੰ ਦਿਖਦਾ ਹੈ ਤੇ ਲੋਗੋ ਵੀ ਬਹੁਤ ਸੋਹਣਾ ਹੈਗਾ ਇਸ ਸੰਸਥਾ ਦਾ। ਸੋ ਇਹ ਲੋਗੋ ਹੈ ਤੇ ਇੱਥੇ ਗੁਰੂ ਨਾਨਕ ਇੰਸਟੀਚਿਊਟ ਆਫ ਗਲੋਬਲ ਸਟੱਡੀਜ਼ ਬਾਰੇ ਜ਼ਿਕਰ ਕੀਤਾ ਹੋਇਆ। ਵੈਬਸਾਈਟ ਹੈਗੀ www.gurunanak.institute.ca। ਸੋ ਜਲਦੀ ਸਰਚ ਕਰੋ, ਕੋਈ ਤੁਹਾਡੇ ਰਿਗਾਰਡਿੰਗ ਸਵਾਲ ਨੇ, ਤੁਹਾਡੇ ਕਰੀਅਰ ਨਾਲ ਜੁੜੇ ਹੋਏ ਇਹਨਾਂ ਕੋਰਸਾਂ ਨੂੰ ਤੁਸੀਂ ਕਰਨਾ ਚਾਹੋਗੇ ਜਿਨ੍ਹਾਂ ਦਾ ਬੈਨੀਫਿਟ ਬਹੁਤ ਜ਼ਿਆਦਾ ਤੁਹਾਨੂੰ ਮਿਲ ਸਕਦਾ ਹੈ, ਤੇ ਇਸ ਰਿਗਾਰਡਿੰਗ ਕੋਈ ਸਵਾਲ ਨੇ, ਇੱਥੇ ਇੰਸਟੀਚਿਊਟ ਵੀ ਤੁਸੀਂ ਕੰਟੈਕਟ ਕਰ ਸਕਦੇ ਹੋ। ਫੋਨ ਨੰਬਰ ਬਕਾਇਦਾ ਦਿੱਤੇ ਗਏ ਨੇ ਤੇ ਵੈਬਸਾਈਟ ਵੀ ਬਕਾਇਦਾ ਦਿੱਤੀ ਗਈ ਹੈ, ਉੱਤੇ ਆਪਣੇ ਸਵਾਲ ਲਿਖ ਸਕਦੇ ਹੋ ਤੇ ਜਲਦੀ ਤਿਆਰੀ ਕਰੋ। ਕੋਈ ਸਵਾਲ ਤੁਹਾਡਾ ਹੈ, ਤੁਸੀਂ ਚੈਨਲ ਪੰਜਾਬੀ ਨੂੰ ਵੀ ਆਪਣਾ ਸਵਾਲ ਭੇਜ ਸਕਦੇ ਹੋ। ਇਜਾਜ਼ਤ ਦਿਓ, ਕੱਲ ਫਿਰ ਮਿਲਾਂਗੇ ਦ ਮਾਰਨਿੰਗ ਸ਼ੋਅ ਦੇ ਵਿੱਚ। ਸਤਿ ਸ਼੍ਰੀ ਅਕਾਲ। ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ।